जो अपन ने नहीं करनी है, ठीक है। दसो भैया ना सब तो पहले रस्ते ਨੂੰ ਫੀਲਿੰਗ ਕਿਵੇਂ ਦੀ ਆ ਤੈਨੂੰ ਯਾਦ ਹੈ ਉਹ ਵਾਲਾ ਬੈਂਚ ਆਲਮੋਸਟ ਸੈਕਿੰਡ ਲਾਸਟ ਬੈਂਚ ਜਿਸੇ ਮੇਰਾ ਸੈਕਿੰਡ ਥਰਡ ਬੈਂਚ ਹੁੰਦਾ ਸੀ ਲਾਸਟ ਥਰਡ ਬੈਂਚ ਹੁੰਦਾ ਸੀ ਤੇ ਉਹ ਮੇਰਾ ਸੈਕਿੰਡ ਲਾਸਟ ਬੈਂਚ ਹੁੰਦਾ ਸੀ ਬਾਇਸ ਮੇਰਾ ਫਰਸਟ ਹੁੰਦਾ ਸੀ ਸੈਕਿੰਡ ਬੈਂਚ ਰਾਈਟ ਸਾਈਡ ਤੂੰ ਖੁੱਲ ਕੇ ਦੱਸਦਾ ਇਹਨੂੰ ਜੋ ਤੈਨੂੰ ਮਤਲਬ ਐਕਚੁਅਲੀ ਇਹ एक बच्चा गलतियां भी करता है गलती ना, करता। हाई लेवल वो थोड़ा इन्होंने समझाओ, इन्होंने बस एग्जाम नेड़ी है। ਪੜ੍ਹਨਾ ਕੀ ਹੈ ਕਿੰਨਾ ਕੁ ਪੜ੍ਹਨਾ ਕੀ ਸਟ੍ਰੈਸ ਹੈ ਕੀ ਹੈਲਥ ਹੈ ਸਾਰਾ ਕੁਝ ਦੱਸਦੇ ਜੋ ਹੈਗਾ ਇਹਨਾਂ ਦੇ ਬੜੇ ਐਕਸਾਈਟਡ ਹੈ ਇਸ ਦਿਨ ਦਾ ਇੰਤਜ਼ਾਰ ਵੈਸੇ ਬਹੁਤ ਵਕਤ ਤੋਂ ਕਰਿਆ ਥੈਂਕ ਗੋਡ ਕਿ ਅੱਜ ਇਹ ਦਿਨ ਆਇਆ ਤੇ ਮੈਂ ਅੱਜ ਬਹੁਤ ਖੁਸ਼ ਹਾਂ ਤੇ ਮੈਂ ਤੁਹਾਨੂੰ ਸਭ ਨੂੰ ਇੱਕ ਚੀਜ਼ ਦਾ ਸਭ ਤੋਂ ਪਹਿਲਾਂ ਕਹਾਂਗਾ ਕਿ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਫੋਲੋਇੰਗ ਆਪਣੇ ਟੀਚਰ ਨੂੰ ਸਿੰਸੀਅਰਿਟੀ ਨਾਲ ਫੋਲੋਇੰਗ ਕਰਨਾ ਤੁਹਾਡਾ ਟੀਚਰ ਜੋ ਤੁਹਾਨੂੰ ਕਹਿ ਰਿਹਾ ਸਭ ਤੋਂ ਪਹਿਲਾਂ ਤੁਸੀਂ ਉਹ ਚੀਜ਼ ਸੁਣਨੀ ਹੈ ਤੁਹਾਡਾ ਟੀਚਰ ਤੁਹਾਨੂੰ ਕੀ ਕਹਿੰਦਾ ਕਿਉਂਕਿ ਤੁਹਾਡਾ ਟੀਚਰ ਤੁਹਾਡਾ ਕਿ ਪਤਾ ਉਹ ਤੋਂ ਬੈਟਰ ਜਾਣਦਾ ਹੈ ਤੁਹਾਡੇ ਟੀਚਰ ਨੇ ਤੁਹਾਨੂੰ ਦੇਖਿਆ ਤੁਸੀਂ ਕਿਸ ਤਰੀਕੇ ਨਾਲ ਕਰ ਸਕਦੇ ਹੋ ਮੈਨੂੰ ਵੀ ਮੇਰੇ ਟੀਚਰਸ ਨੇ ਹੀ ਨਿਖਾਰਿਆ ਮੈਨੂੰ ਇੰਨਾ ਨਹੀਂ ਪਤਾ ਸੀਗਾ ਮੈਂ 2 ਸਾਲ ਦੇ ਕੋਰਸ ਵਾਲਾ ਬੱਚਾ ਮੈਂ +1 ਚ ਜੁਆਇਨ ਕੀਤਾ ਸੀਗਾ ਟੀਚਰ ਉਸ ਤੋਂ ਪਹਿਲਾਂ ਮੈਂ ਕੋਈ ਇੰਸਟੀਟਿਊਟ ਨਹੀਂ ਜਾਂਦਾ ਸੀਗਾ ਮੈਂ +1 ਜੁਆਇਨ ਕੀਤਾ ਤੇ 2 ਸਾਲ ਦੇ ਵਿੱਚ ਏਮਸ ਦਿੱਲੀ ਦਾ ਰੈਂਕ ਆ ਚੁੱਕਿਆ ਮਤਲਬ ਏਮਸ ਦਿੱਲੀ ਐਡਮਿਸ਼ਨ ਹੋ ਜਾਏਗੀ ਤੇ ਟੀਚਰਸ ਨੂੰ ਫੋਲੋ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਖਾਸ ਕਰ ਆਪਣੇ ਚੰਦੀ ਸਰ ਜਾਂ ਭਲਾ ਸਰ ਜੋ ਇਹਨਾਂ ਦਾ ਐਕਸਪੀਰੀਅੰਸ ਹੈ ਉਹ ਤਾਂ ਬਹੁਤ ਹੀ ਜ਼ਿਆਦਾ ਹੈ ਮਤਲਬ ਵੀ ਬਹੁਤ ਐਕਸਪੀਰੀਅੰਸ ਪਰਸਨੈਲਿਟੀਜ਼ ਨੇ ਤੇ ਹਮੇਸ਼ਾ ਇਹਨਾਂ ਦੀ ਗੱਲ ਨੂੰ ਕਦੇ ਟਾਲਣਾ ਨਹੀਂ ਹਮੇਸ਼ਾ ਫੋਲੋ ਕਰੋ ਤੇ ਹਮੇਸ਼ਾ ਟੀਚਰ ਨਾਲ ਕੰਟੈਕਟ ਬਣਾ ਕੇ ਰੱਖੋ ਇੱਕ ਟੱਚ 'ਚ ਰਹੋ ਤੁਹਾਡੇ ਨੰਬਰ ਘੱਟ ਆ ਗਏ ਡਰਨ ਦੀ ਜ਼ਰੂਰਤ ਨਹੀਂ ਹੈ ਟੀਚਰ ਦੇ ਕੋਲ ਜਾਓ ਆਪਣੇ ਪੇਪਰ ਦਾ ਐਨਾਲਿਸਿਸ ਕਰੋ ਇਹ ਨੰਬਰ ਘਟੇ ਕਿੱਥੇ ਕੀ ਚੱਕਰ ਹੋਇਆ ਹੁਣ ਜਿਵੇਂ ਮਤਲਬ ਤੁਹਾਡੇ ਪੇਪਰ ਵੀ ਆਉਣ ਵਾਲਾ ਹੈ ਨੀਟ ਜਲਦੀ ਆਉਣ ਵਾਲਾ ਹੈ ਤਾਂ ਹੁਣ ਕੀ ਪੜ੍ਹਨਾ ਹੁੰਦਾ ਕੀ ਨਹੀਂ ਪੜ੍ਹਨਾ ਹੁੰਦਾ ਸਭ ਤੋਂ ਪਹਿਲਾਂ ਤਾਂ ਆਪਣੀ ਕਲਾਸ ਨੂੰ ਜਿਹੜੀ ਹੈ ਰੂਮ ਦੀ ਕਾਪੀ ਸਭ ਤੋਂ ਪਹਿਲਾਂ ਤੁਹਾਨੂੰ ਪਰਫੈਕਟਲੀ ਰਿਵਾਈਜ਼ ਕਰੋ ਤੁਹਾਡਾ ਕਨਸੈਪਟ ਬਣਾਏਗੀ ਉਸ ਤੋਂ ਬਾਅਦ ਜੇ ਤੁਹਾਨੂੰ ਬੁਕਲੇਟਸ ਦੀਆਂ ਨੇ ਜਿਵੇਂ ਜੋ ਬੱਚੇ ਜੀਸੀ ਜਾਂਦੇ ਨੇ ਤਾਂ ਉਹਦੀ ਫਿਜ਼ਿਕਸ ਦੀ ਨੋਟਬੁੱਕਸ ਹੁੰਦੀਆਂ ਆ ਜਾ ਸਰ ਬੁਕਲੇਟ ਹੁੰਦੀਆਂ ਨੇ ਤਾਂ ਉਹਨਾਂ ਨੂੰ ਬਾਰ-ਬਾਰ ਕਰੋ ਕੁਝ ਕੁਐਸਚਨ ਇੰਪੋਰਟੈਂਟ ਹੁੰਦੇ ਨੇ ਟਿਕ ਕਰਕੇ ਰੱਖੋ ਗੁੱਡ ਮਾਰਨਿੰਗ ਸਰ ਆਜੋ ਉੱਪਰ ਆਓ ਇਹ ਸਰ ਦੱਸ ਰਿਹਾ ਸੀਗਾ ਬੱਚਿਆਂ ਨੂੰ ਆਪਣੀ ਐਕਸਪੀਰੀਅੰਸ ਤੇ ਜੋ ਜੀਸੀ ਦੀ ਬੁਕਲੇਟਸ ਉਹਨਾਂ ਨੂੰ ਪਰਫੈਕਟਲੀ ਕਰੋ ਕੈਮਿਸਟਰੀ ਦੇ ਜੋ ਨੋਟਸ ਨੇ ਉਹਨਾਂ ਨੂੰ ਕਾਫੀ ਧਿਆਨ ਨਾਲ ਪੜ੍ਹੋ ਤੇ ਜੋ ਵੀ ਡਾਊਟ ਟਾਈਮ ਟੂ ਟਾਈਮ ਡਾਊਟ ਲੈਂਦੇ ਰਹੋ ਡਾਊਟ ਉਹ ਨਾ ਕਰਿਓ ਵੀ ਕਦੇ ਡਾਊਟ ਲਾਏ ਨਹੀਂ ਜਾਂ ਚਲੋ ਛੱਡੋ ਰਹਿਣ ਦਿਓ ਡਾਊਟ ਹਮੇਸ਼ਾ ਟਾਈਮ ਲੈਂਦੇ ਰਹੋ ਤੇ ਉਹ ਪਹਿਲਾਂ ਸਭ ਤੋਂ ਪਹਿਲਾਂ ਕਲਾਸ ਦੀਆਂ ਨੋਟਬੁੱਕਸ ਫਿਰ ਉਸ ਤੋਂ ਬਾਅਦ ਜਿਵੇਂ ਫਿਜ਼ਿਕਸ ਦੀ ਤੁਸੀਂ ਕਰਨੀ ਉਸ ਤੋਂ ਬਾਅਦ ਬੁਕਲੇਟ ਕੈਮਿਸਟਰੀ ਦੀ ਉਸ ਤੋਂ ਬੁਕਲੇਟ ਖਾਸ ਕਰ ਪ੍ਰੀਵੀਅਸ ਈਅਰ ਜ਼ਰੂਰ ਕਰਨੇ ਆ ਚਾਹੇ ਫਿਜ਼ਿਕਸ ਕੈਮਿਸਟਰੀ ਹੋਵੇ ਚਾਹੇ ਬਾਇਓ ਹੋਵੇ ਬਾਕੀ ਜਿਵੇਂ ਤੁਹਾਨੂੰ ਟੀਚਰਸ ਦੱਸਦੇ ਉਸ ਹਿਸਾਬ ਨਾਲ ਉਸ ਅਕੋਰਡਿੰਗਲੀ ਮੂਵ ਕਰੀ ਜਾਣਾ ਉਸ ਤੋਂ ਬਾਅਦ ਇੱਕ ਭਲਾ ਸਰ ਦੇ ਇੱਕ ਸਪੈਸ਼ਲ ਨੋਟਸ ਹੈ ਸ਼ਾਰਟ ਨੋਟਸ ਆਉਂਦੇ ਭਲਾ ਸਰ ਇੱਕ ਬੜੇ ਸ਼ਾਰਟ ਨੋਟਸ ਦਿੰਦੇ ਆ ਉਹ ਕੋਰ ਚੀਜ਼ ਹੈ ਉਹ ਸਭ ਤੋਂ ਤਗੜੀ ਚੀਜ਼ ਹੈ ਸਭ ਤੋਂ ਤਗੜਾ ਰਿਸਰਚ ਵਰਕ ਹੈ ਸਰ ਦਾ ਐਡੇ ਕਹਿੰਦੇ ਹੁੰਦੇ ਆ ਉਹ ਤੇ ਐਂਡ ਦੇ ਵਿੱਚ ਉਹੀ ਰਿਵਾਈਜ਼ ਹੁੰਦੇ ਨੇ ਮੇਰੀ ਗੱਲ ਮੰਨੋ ਕਿ ਮੈਂ ਐਲਨ ਦੇ ਪੇਪਰ ਦਿੱਤੇ ਨੇ ਮੈਂ ਏਮਸ ਦਿੱਤੇ ਨੇ ਸੌਰੀ ਮੈਂ ਆਕਾਸ਼ ਦਿੱਤੇ ਨੇ ਐਲਨ ਦਿੱਤੇ ਨੇ ਤੇ ਹੋਰ ਕਾਫੀ ਇੰਸਟੀਟਿਊਟਸ ਦੇ ਪੇਪਰ ਦਿੱਤੇ ਨੇ 100% ਅਟੈਂਪਟੇਬਲ ਹੈ ਉਸ 100% ਅਟੈਂਪਟੇਬਲ ਹੈ ਮੈਂ ਕੁਝ ਸਕਾਲਰਸ਼ਿਪ ਐਗਜ਼ਾਮਸ ਵੀ ਦਿੱਤੇ ਸੀਗੇ ਤੇ ਮੰਨੋਗੇ ਤੁਸੀਂ ਮੇਰੀ ਗੱਲ 3 ਕੁਐਸਚਨਸ ਡਾਇਰੈਕਟਲੀ ਸਰ ਦੇ ਸ਼ਾਰਟ ਨੋਟਸ ਤੋਂ ਡਾਇਰੈਕਟਲੀ ਸਰ ਦੇ ਸ਼ਾਰਟ ਨੋਟਸ ਤੋਂ ਕੁਐਸਚਨ ਸੀਗੇ ਤੇ ਵੀ ਕੁਆਲੀਫਾਈਡ ਕੀਪੀਓ ਕੈਂਸਰ ਕੀ ਵਾਈ ਸਟੇਟ ਬੈਂਕ ਕਾਲਜ ਤੇ ਸਰ ਦੀ ਬੁਕਲੇਟ ਚੋਂ 3 ਕੁਐਸਚਨ ਇੱਕ ਪੇਪਰ ਚ ਆਉਣਾ ਕੋਈ ਛੋਟੀ ਗੱਲ ਨਹੀਂ ਹੈਗੀ ਤੇ ਸਰ ਦੀ ਬੁਕਲੇਟ ਚੋਂ ਅਕਸਰ ਕੁਐਸਚਨ ਆਇਆ ਇਸ ਵਾਰ ਹੀ ਸਰ ਦੀ ਬੁਕਲੇਟ ਚੋਂ ਕਾਫੀ ਕੁਐਸਚਨ ਡਾਇਰੈਕਟ ਹੈ ਇੱਕ ਕੁਐਸਚਨ ਨੋਟਬੁੱਕ ਚੋਂ ਆਇਆ ਉਹ ਕਨਸੈਪਟ ਹੋਈ ਸੀ ਮਤਲਬ ਕੁਐਸਚਨ ਸਰ ਨੇ ਕਰਵਾਇਆ ਸੀ ਬਸ ਉਹਦੀ ਫਿਗਰਸ ਬਦਲਦੀ ਸੀ ਉਹਨਾਂ ਨੇ ਬਿਲਕੁਲ ਡਾਇਰੈਕਟ ਉਮੀ ਕੁਐਸਚਨ ਆਇਆ ਨੋਟਬੁੱਕ ਦਾ ਕੁਐਸਚਨ ਆਇਆ ਬੁਕਲੇਟ ਦਾ ਵੀ ਕੁਐਸਚਨ ਆਇਆ ਤਾਂ ਉਸ ਚੀਜ਼ ਨੂੰ ਧਿਆਨ ਨਾਲ ਕਰਨਾ ਹੈ ਉਸ ਨੂੰ ਧਿਆਨ ਨਾਲ ਸਮਝ ਕੇ ਕਰਨਾ ਹੈ ਸਬਜੈਕਟ ਨੂੰ ਇੰਜੋਏ ਕਰਨਾ ਹੈ ਸਟ੍ਰੈਸ ਜਦੋਂ ਵੀ ਹੋਵੇ ਟੀਚਰ ਨਾਲ ਗੱਲ ਕਰੋ ਸਟ੍ਰੈਸ ਲੈਣਾ ਨਹੀਂ ਵੈਸੇ ਕਦੋਂ ਵੀ ਹੋਵੇ ਤਾਂ ਉਹਦੇ ਬਸ ਟੀਚਰ ਨਾਲ ਗੱਲ ਕਰੋ ਸਟ੍ਰੈਸ 2 ਜਗ੍ਹਾ ਲੈਣਾ ਇੱਕ ਸਪ੍ਰਿੰਗ ਇੱਕ ਸਟ੍ਰਿੰਗ ਬਾਕੀ ਚੀਜ਼ਾਂ ਆਪਣੇ ਕੋਲ ਫੰਡ ਹੈ ਕੁੱਲਮ ਵੀਰਵਾਰੀ ਕਰਾਟੋ ਕੁੱਲਮ ਨਾਲ 2.9 ਬਿਲਕੁਲ ਬਾਕੀ ਚੀਜ਼ਾਂ ਆਪਣੇ ਕੋਲ ਫੰਡ ਹੈ और बाकी टीचर्स ਦੇ ਨਾਲ ਯਾਰ ਹਮੇਸ਼ਾ ਕੰਟੈਕਟ ਬਣਾ ਕੇ ਰੱਖੋ ਜੋ ਵੀ ਚੀਜ਼ ਹੈ ਕੁਝ ਵੀ ਹੈ ਬਸ ਟੀਚਰ ਤੋਂ ਪੁੱਛ ਲੈਣੀ ਹੈ ਹਮੇਸ਼ਾ ਟੀਚਰ ਨੂੰ ਮਤਲਬ ਇੱਕ ਮੇਨ ਚੀਜ਼ ਹੈ ਟੀਚਰ ਦਾ ਮਤਲਬ ਬਸ ਛੁੱਟਣਾ ਨਹੀਂ ਹੈਗਾ ਲੋਕ ਬਹੁਤ ਕੁਝ ਕਹਿੰਦੇ ਮੈਨੂੰ ਜਦੋਂ ਮੈਂ ਇੰਸਟੀਟਿਊਟ ਜੁਆਇਨ ਕਰਿਆ ਸੀ ਮੈਨੂੰ ਲੋਕ ਬਹੁਤ ਕੁਝ ਕਹਿੰਦੇ ਸੀ ਵੀ ਯਾਰ ਐ ਕਿਵੇਂ ਮੈਨੂੰ ਮੇਰੇ ਦੋਸਤ 98 ਚ ਕਹਿੰਦੇ ਸੀ ਵੀ ਯਾਰ ਤੂੰ ਨਹੀਂ ਲੱਗੇਗਾ ਤਾਂ ਤੇਰਾ ਭਵਿੱਖ ਅੰਧੇਰੇ ਚ ਹੈ ਤੇ ਤੂੰ ਨਹੀਂ ਹੋਣਾ ਕੁਝ ਤੂੰ ਨਹੀਂ ਕਰਨਾ ਬਟ ਮੈਂ +1 ਚ ਵੀ ਜੁਆਇਨ ਕੀਤਾ ਮੈਂ +2 ਵੀ ਕਰੀ ਤੇ ਉਸ ਤੋਂ ਬਾਅਦ 2 ਸਾਲ ਦੇ ਵਿੱਚ ਏਮਸ ਦਿੱਲੀ ਦਾ ਏਮਸ ਦਿੱਲੀ ਦੀ ਸੀਟ ਪੱਕੀ ਹੈ ਏਮਸ ਦਿੱਲੀ ਹੈਸ਼ਵਾਨ ਮੈਡੀਕਲ ਕਾਲਜ 2 ਸਾਲ ਚ ਆਪਾਂ ਸੀਟ ਪੱਕੀ ਕਰ ਤੁਸੀਂ ਕਿਉਂ ਨਹੀਂ ਕਰ ਸਕਦੇ ਤੁਸੀਂ ਵੀ ਕਰ ਸਕਦੇ ਹੋ ਜਸਟ ਨੀਡ ਟੂ ਬਿਲੀਵ
ਆਪਣੇ ਅੰਦਰ ਬਿਲੀਵ ਕਰ ਲਓ। ਹੁਣ ਮੈਂ ਜੇ ਆਪਣੀ ਮੈਂ ਸਟੋਰੀ ਦੱਸਾਂ ਤਾਂ ਮੈਂ ਇੱਕ ਸਿੰਪਲ ਜਿਹਾ ਬॉय ਸੀ, ਬਿਲਕੁਲ ਸਿੰਪਲ ਜਿਹਾ ਬॉय ਸੀ। ਮੇਰੀ ਮੈਂ +1 ਮੈਡੀਕਲ ਲੈਣੀ ਹੈ, ਇਹ ਚੀਜ਼ ਹੀ ਮੇਰੀ ਫੈਬਰ ਚ ਜਾ ਕੇ ਡਿਸਾਈਡ ਹੋਈ ਸੀ। ਅਪ੍ਰੈਲ ਚ ਐਡਮਿਸ਼ਨ ਸੀਗੀਆਂ, ਫੈਬ ਸੀਗੀ ਮੇਰੀ 10th ਦੀ, ਉਸ ਟਾਈਮ ਜਾ ਕੇ ਡਿਸਾਈਡ ਹੋਈ ਸੀ ਵੀ ਮੈਂ ਮੈਡੀਕਲ ਲੈਣੀ ਹੈ, +1 ਮੈਡੀਕਲ ਲੈਣੀ ਹੈ। ਤੇ ਉਸ ਟਾਈਮ ਮੈਨੂੰ ਇਹ ਸੀ ਵੀ ਮੈਨੂੰ ਇਹ ਨਹੀਂ ਪਤਾ ਸੀ ਕਿ ਨੀਟ ਦਾ ਪੇਪਰ ਵੀ ਹੁੰਦਾ ਕੁਝ। ਮੈਂ ਪਹਿਲੇ ਦਿਨ ਆਇਆ, ਮੈਂ ਹਿਤੇਸ਼ ਸਰ ਦਾ ਪਹਿਲਾ ਲੈਕਚਰ ਲਾਇਆ +1 ਦਾ, ਤੇ ਉਸ ਦੇ ਵਿੱਚ ਸਰ ਨੇ ਸਮਝਾਇਆ ਬੇਟਾ ਨੀਟ ਦਾ ਕੋਈ ਐਗਜ਼ਾਮ ਹੁੰਦਾ ਹੈ ਤੇ ਏਮਸ ਦਾ ਵੀ ਕੋਈ ਐਗਜ਼ਾਮ। ਉਸ ਟਾਈਮ ਏਮਸ ਵੀ ਸੀ, ਤੋਂ ਸਭ ਡੈਫਰ ਏਮਸ ਜਿਪਮਾ ਡੈਫਰ ਹੋ ਕੇ ਨੀਟ 'ਚ ਆ ਗਈ। ਤੇ ਉਸ ਟਾਈਮ ਪਹਿਲੀ ਵਾਰ ਮੈਨੂੰ ਪਤਾ ਲੱਗਿਆ। ਉਸ ਟਾਈਮ ਤੱਕ ਮੈਨੂੰ ਸਬਜੈਕਟਿਵ ਤੇ ਆਬਜੈਕਟਿਵ ਦਾ ਕੀ ਡਿਫਰੈਂਸ ਹੁੰਦਾ ਉਹ ਵੀ ਕਲੀਅਰ ਨਹੀਂ ਸੀ। ਸਬਜੈਕਟਿਵ ਤੇ ਆਬਜੈਕਟਿਵ ਦਾ ਫਰਕ ਕੀ ਹੁੰਦਾ ਮੈਨੂੰ ਉਹ ਵੀ ਕਲੀਅਰ ਨਹੀਂ ਸੀ। 2 ਸਾਲ ਪਹਿਲਾਂ ਦੀ ਗੱਲ ਹੈ, ਜਦੋਂ ਮੈਂ ਪਹਿਲੀ ਵਾਰ +1 ਚ ਐਂਟਰ ਕੀਤਾ ਸੀਗਾ। ਉਸ ਦਿਨ ਮੈਨੂੰ ਇਸ ਚੀਜ਼ ਦਾ ਵੀ ਨਹੀਂ ਪਤਾ ਸੀਗਾ, ਮੈਨੂੰ ਇਹ ਨਹੀਂ ਪਤਾ ਸੀ ਵਿੱਚ ਕੋਈ ਐਗਜ਼ਾਮ ਵੀ ਹੁੰਦਾ। ਮਤਲਬ ਮੈਂ 8th ਸੀਗਾ ਉਸ ਟਾਈਮ। ਮੈਂ ਮੇਰੇ ਦੋਸਤ ਨੂੰ ਕਿਹਾ ਮੈਂ ਯਾਰ ਸ਼ਾਇਦ ਮੈਡੀਕਲ ਲਵਾਂ। ਮੇਰਾ ਦੋਸਤ ਬੜਾ ਹੱਸਿਆ, ਉਹਨੇ ਕਹਿੰਦਾ ਅੱਛਾ ਤੂੰ ਨੀਟ ਦੇਂਗਾ ਹੈ ਯਾਰ। ਨੀਟ ਕੀ ਚੀਜ਼ ਹੈ? ਉਸ ਟਾਈਮ ਵੀ ਗਾਣਾ ਜਾਇਆ ਸੀ ਯਾਦ ਦੇ ਵਿੱਚ ਨੀਟ ਚੱਲਦੀ। ਮੈਂ ਅੱਛਾ ਉਹ ਨੀਟ ਦੀ ਗੱਲ ਕਰ ਰਿਹਾ, ਉਹ ਮਜ਼ਾਕੀਆ ਸੀ ਮੇਰਾ ਦੋਸਤ, ਕਾਫੀ ਮਜ਼ਾਕੀਆ ਸੀ ਉਹ। ਮੈਂ ਅੱਛਾ ਉਸ ਚੀਜ਼ ਦੀ ਗੱਲ ਕਰ ਰਿਹਾ, ਮੈਂ ਠੀਕ ਹੈ। ਤਾਂ ਮੈਨੂੰ ਉਸ ਟਾਈਮ ਕਹਿੰਦਾ ਅੱਛਾ, ਕਹਿੰਦਾ ਹਾਂ, ਕਹਿੰਦਾ ਏਮਸ ਵੀ ਹੁੰਦਾ, ਕਹਿੰਦਾ ਏਮਸ ਨਾ ਪਤਾ 50 ਸੀਟਾਂ ਨੇ, ਕਹਿੰਦਾ ਉੱਥੇ ਕਹਿੰਦੇ ਉਹ ਵੀ ਕਹਿੰਦਾ ਏਮਸ ਦਿੱਲੀ ਮਤਲਬ ਵਹਾਂ ਬਹੁਤ ਤਗੜੇ ਤਗੜੇ ਡਾਕਟਰ ਜਾਂਦੇ हैं। मैं डर गया, 8th ਸੀਗਾ। ਮੈਨੂੰ ਕੋਈ ਚੀਜ਼ ਮਾਇਆ ਪਤਾ ਨਹੀਂ, ਉਹ ਤਾਂ ਪਤਾ ਨਹੀਂ ਕਿੱਥੋਂ ਉਤਰਦੇ ਹੋਣਗੇ, ਕੋਈ ਅਸਮਾਨ ਤੋਂ ਪਤਾ ਨਹੀਂ ਕੌਣ ਹੋਣਗੇ, ਮੈਨੂੰ ਕੀ ਪਤਾ। ਉਹ ਤਾਂ ਕਰਦੇ ਹੋਣਗੇ ਪਤਾ ਨਹੀਂ 5ਵੀਂ 6ਵੀਂ ਤੋਂ ਤਿਆਰੀ, ਮੈਨੂੰ ਕੀ ਪਤਾ ਭਾਈ, ਮੈਂ ਤਾਂ ਜਾਣਦਾ ਨਹੀਂ। ਤੇ ਅੱਜ ਮੇਰਾ ਰੈਂਕ ਆ ਹੁਣ ਮੇਰੀ ਏਮਸ ਦਿੱਲੀ, ਮੈਨੂੰ ਪੂਰੀ ਉਮੀਦ ਹੈ ਮੇਰੀ ਆਰਾਮ ਨਾਲ ਮੈਨੂੰ ਆਪਣੇ ਅੰਦਰ ਇੰਨੇ ਕੌਨਫੀਡੈਂਸ ਦਾ ਪਤਾ ਨਹੀਂ ਸੀ। ਮੈਨੂੰ ਨਹੀਂ ਪਤਾ ਸੀ ਕਿ ਮੈਂ ਇਹ ਕਰ ਸਕਦਾ, ਮੈਨੂੰ ਆਈਡੀਆ ਹੀ ਨਹੀਂ ਸੀਗਾ। ਮੈਨੂੰ ਨਹੀਂ ਖਾ ਰਿਹਾ ਮੇਰੀ ਟੀਚਰ ਨੇ, ਭੱਲਾ ਸਰ ਨੇ ਬਹੁਤ ਜ਼ਿਆਦਾ ਸਪੋਰਟ ਦਿੱਤੀ। ਚੰਦੀ ਸਰ ਨੇ ਹਮੇਸ਼ਾ ਡਾਊਟਸ ਲਈ ਹਮੇਸ਼ਾ ਰੈਡੀ ਰਹਿੰਦੇ ਸੀਗੇ। ਚੰਦੀ ਸਰ ਨੇ ਵੀ ਕਾਫੀ ਸਟੂਡੈਂਟਸ ਨੂੰ ਸਾਨੂੰ ਮਿਲਾਇਆ, ਉਹ ਚੀਜ਼ ਬੜੀ ਹੈਲਪਫੁਲ ਰਹਿੰਦੀ ਹੈ। ਜਦੋਂ ਮੈਂ +1 ਚ ਨਵਾਂ ਆਇਆ, ਉਸ ਤੋਂ ਬਾਅਦ ਮਹੀਨਾ ਕੁ ਲੰਘਿਆ, ਸਾਡੇ ਇੱਕ ਟੈਸਟ ਹੋਇਆ, ਗ੍ਰੈਂਡ ਟੈਸਟ ਹੋਇਆ। ਗ੍ਰੈਂਡ ਟੈਸਟ ਤੋਂ ਬਾਅਦ ਸਾਨੂੰ ਹਿਤੇਸ਼ ਸਰ ਨੇ ਬੁਲਾਇਆ ਕਲਾਸ 'ਚ ਵੀ ਬੱਚੇ ਨੰਬਰ ਘੱਟ ਨੇ, ਇਹਨਾਂ ਨੂੰ ਇੰਪਰੂਵ ਕਰੋ। ਜਿਵੇਂ ਜਰਨਲਿਸਟ ਸਰ ਬੁਲਾ ਲੈਣ ਸਾਨੂੰ, ਤਾਂ ਸਰ ਕਹਿੰਦੇ ਸੀ ਵੀ ਯਾਰ ਪੰਜਾਬ ਤੋਂ ਬਾਹਰ ਲੈਣੀ ਆ, ਸਭ ਨੇ ਪੰਜਾਬ, ਸਭ ਆਏ ਐ ਸਰ ਹਿਲਾ ਰਹੇ ਸੀ, ਪਤਾ ਹੀ ਨਹੀਂ। ਠੀਕ ਹੈ, ਸਰ ਕਹਿੰਦੇ ਵੀ ਲੈਣੀ ਹੈ ਕਿ ਨਹੀਂ ਮੌਲਾਨਾ ਦਿੱਲੀ, ਸਭ ਆਏ ਹਾਂ ਹਾਂ। ਮੈਂ ਹਾਂ, ਮੈਨੂੰ ਪਤਾ ਸੀ ਇਹ ਕੀ ਚੀਜ਼ ਹੈ, ਮੈਨੂੰ ਪਤਾ ਹੀ ਨਹੀਂ ਸੀ ਕੀ ਚੀਜ਼ ਹੈ। ਤੇ ਅੱਜ ਤੇ ਕੁਝ ਨਹੀਂ ਹੈ ਯਾਰ, 2 ਸਾਲ ਦੇ ਵਿੱਚ ਆਰਾਮ ਨਾਲ ਰੈਂਕ ਆ ਸਕਦਾ, ਆਰਾਮ ਨਾਲ ਰੈਂਕ ਆ ਸਕਦਾ। ਬਸ ਆਪਣੇ ਟੀਚਰਸ ਫੇਥ ਰੱਖੋ, ਉਹਨਾਂ ਨੂੰ ਤੁਹਾਡਾ ਪੋਟੈਂਸ਼ੀਅਲ ਉਸ ਤੋਂ ਵੱਧ ਪਤਾ ਹੈ। ਮੇਰੇ ਟੀਚਰਸ ਨੂੰ ਮੇਰਾ ਪੋਟੈਂਸ਼ੀਅਲ ਮੇਰੇ ਤੋਂ ਕਾਫੀ ਗੁਣਾ ਜ਼ਿਆਦਾ ਬੈਟਰ ਪਤਾ ਸੀ, ਮੈਨੂੰ ਪਤਾ ਹੀ ਨਹੀਂ ਸੀਗਾ, ਮੈਨੂੰ ਪਤਾ ਹੀ ਨਹੀਂ ਸੀ ਇਸ ਚੀਜ਼ ਦਾ। ਮੈਂ ਆਇਆ, ਪਾਪਾ ਮੇਰੇ ਪਾਪਾ ਪਹਿਲੀ ਵਾਰ ਭੱਲਾ ਸਰ ਕੋਲ ਮਿਲਣਾ ਹੈ, ਤੇ ਉਹ ਸਰ ਨੂੰ ਕਹਿੰਦੇ ਵੀ ਸਰ ਮੁੰਡੇ ਨੇ BSc ਕਰਨੀ ਹੈ, BSc ਦਾ ਪਲਾਨ ਹੈ ਉਸਦਾ, ਵੀ ਉਹ ਕਹਿੰਦਾ ਵੀ ਉਹਨੇ BSc ਕਰਨੀ ਹੈ। ਸਰ ਕਹਿੰਦੇ ਕੋਈ ਗੱਲ ਨਹੀਂ ਜੀ, ਜੇ ਇੰਟਰਸਟ ਰਿਹਾ, ਜੇ ਬੱਚਾ ਇੰਟਰਸਟ ਨਾਲ ਪੜ੍ਹਿਆ ਤਾਂ ਵੈਟਨਰੀ ਵੀ ਕਰ ਸਕਦਾ ਆਰਾਮ ਨਾਲ, MBBS ਵੀ ਕਰ ਸਕਦਾ, ਐਂਡ ਬਾਕੀ ਹੁਣ ਤੁਹਾਡੇ ਸਾਹਮਣੇ ਹੈ। ਬਸ ਆਪਣੇ ਟੀਚਰ ਨਾਲ ਕਦੇ ਕੰਟੈਕਟ ਨਹੀਂ ਤੋੜਨਾ ਹੈਗਾ। ਟੀਚਰਸ ਨਾਲ ਜੁੜ ਕੇ ਰਹੋ, ਲੋਕ ਤੁਹਾਨੂੰ ਬਹੁਤ ਕੁਝ ਬੋਲਣਗੇ, ਲੋਕ ਤੁਹਾਨੂੰ ਕਹਿਣਗੇ ਐਵੇਂ ਹੈ, ਇਹ ਐਵੇਂ ਹੈ, ਉਹ ਮਟੀਰੀਅਲ ਕਰ ਲੈ, ਉਹ ਕਰ ਲੈ, ਇਹ ਲੋ ਲੈਵਲ ਹੈ, ਇਹ ਹਾਈ ਲੈਵਲ ਕਰ ਲੈ, ਇਹ ਹਾਈ ਲੈਵਲ ਕਰਨਾ ਹੈ। ਜਦੋਂ ਜਿਹੜਾ ਹਾਈ ਲੈਵਲ ਕਰਨਾ ਹੈ, ਸਭ ਤੋਂ ਪਹਿਲਾਂ ਪ੍ਰੀਵੀਅਸ ਈਅਰ ਚੱਕ ਕੇ ਦੇਖਿਓ, JEE ਦਾ ਪ੍ਰੀਵੀਅਸ ਈਅਰ ਕਿੱਥੋਂ ਆ ਰਿਹਾ, ਇਨਆਰਗੈਨਿਕ ਪੂਰੀ NCERT ਹੁੰਦੀ ਹੈ, ਕਿੱਥੋਂ ਆ ਰਿਹਾ। ਉਸ ਤੋਂ ਬਾਅਦ ਪਹਿਲਾਂ ਪ੍ਰੀਵੀਅਸ ਈਅਰ ਦੇਖੋ ਪ੍ਰੋਪਰਲੀ। ਜਦੋਂ ਵੀ ਨੀਟ ਹੁੰਦੇ ਤਾਂ ਤੁਸੀਂ +1 ਚੋਂ, ਤੁਸੀਂ +2 ਕਰੀ, ਤੁਸੀਂ +2 ਚੋਂ ਮੋਸਟਲੀ ਮੇਰੇ ਖਿਆਲ ਮਿਕਸ +1 +2। ਹੁਣ +2 ਦਾ ਨੀਟ ਦਾ ਐਗਜ਼ਾਮ ਹੋਇਆ, ਹੁਣ +2 ਦੇ ਅੱਗੇ ਦਾ ਤੁਹਾਨੂੰ ਪਤਾ ਨਹੀਂ ਵੀ ਕੀ ਸਿਲੇਬਸ ਹੈ, ਪਰ ਤੁਸੀਂ ਜੋ ਪ੍ਰੀਵੀਅਸ ਈਅਰ ਇਸ ਸਾਲ ਨੀਟ ਦੇ ਜੋ +1 ਚ ਆਇਆ ਉਹ ਤੁਸੀਂ ਚੈੱਕ ਕਰ ਸਕਦੇ ਹੋ। ਖੋਲੋ ਨੋਟਬੁੱਕਸ, ਖੋਲੋ ਆਪਣੀ ਨੋਟਬੁੱਕ, ਰਿਕੁਆਇਰਮੈਂਟ ਕੀ ਹੈ, ਪੂਰੀ ਹੋ ਰਹੀ ਹੈ, ਹਾਂ ਪੂਰੀ ਹੋ ਰਹੀ ਹੈ, ਖੋਲ ਕੇ ਦੇਖੋ। ਇਹ ਐਨਾਲਿਸਿਸ ਇਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਸਾਡੇ ਇੰਸਟੀਚਿਊਟ ਸਹੀ ਤਰੀਕੇ ਨਾਲ ਚੱਲ ਰਿਹਾ ਹੈ, ਅਸੀਂ ਸਹੀ ਕੰਮ ਕਰ ਰਹੇ ਹਾਂ। ਬਹੁਤ ਵਾਰ ਬੱਚੇ ਦੇ ਮਨ 'ਚ ਡਾਊਟ ਆਉਂਦਾ, ਨੀਟ ਜਾਂਦੇ ਹੀ ਨਹੀਂ ਇੰਨਾ, ਬਹੁਤ ਹਾਈ ਪਾਉਂਦੇ। ਮੈਂ ਬਹੁਤ ਪੇਪਰ ਤੇ ਐਲਨ ਦੇ ਇਹਨਾਂ ਦੇ ਐਲਨ ਹੋ ਗਿਆ, ਆਪਣਾ ਆਕਾਸ਼ ਹੋ ਗਿਆ, ਬਹੁਤ ਹਾਈ ਪਾਉਂਦੇ ਆ। NTA ਦੇ ਉੱਤੇ ਕਾਫੀ ਹਾਈ ਪਾ ਰਹੇ ਸੀ NTA ਵਾਲੇ, ਬਟ ਗਿਆ ਹੀ ਨਹੀਂ ਨੀਟ ਤੱਕ। ਬਿਲਕੁਲ ਹੀ ਬੇਸਿਕ NCERT ਦੀ ਲਾਈਨ ਸੀਗੀਆਂ, ਬਿਲਕੁਲ ਬੇਸਿਕ ਪੇਪਰ, ਬਿਲਕੁਲ ਹੀ ਬੇਸਿਕ ਪਾ ਰਹੇ, ਉਹਨੂੰ ਇੰਟਰਸਟ ਹੀ ਨਹੀਂ ਕਿਤੇ ਬਾਹਰ ਜਾਣ 'ਚ। ਤਾਂ ਉਸ ਚੀਜ਼ ਨੂੰ ਇੰਪੋਰਟੈਂਸ ਦਿਓ ਕਿ ਨੀਟ ਦੀ एग्जाम ਦੀ ਅਕਸਰ ਸਰ ਕਹਿੰਦੇ ਵੀ एग्जाम ਦੀ ਡਿਮਾਂਡ ਕੀ ਹੈ, ਉਹ ਚੀਜ਼ ਸਮਝੋ। एग्जाम ਕੀ ਮੰਗਦਾ, एग्जाम ਬੇਸਿਕਸ ਕਲੀਅਰ ਮੰਗਦਾ ਤੁਹਾਡੇ। एग्जाम ਤੇ ਮੰਗਦਾ ਕੀ ਹੈ, ਇਹ ਨਹੀਂ ਹੈਗਾ ਵੀ ਹਾਈ ਲੈਵਲ ਕਰੀ ਜਾਓ, ਨਹੀਂ, ਬੇਸਿਕ ਕੀ ਹੈ, ਤੁਹਾਨੂੰ ਬੇਸਿਕ ਕਲੀਅਰ ਹੈ, ਉਹ ਚੀਜ਼ ਕਰੋ। ਕਿਆ एग्जाम ਮੰਗ ਰਿਹਾ, एग्जाम ਦੀ ਡਿਮਾਂਡ ਕੀ ਹੈ, ਉਹ ਮੇਨ ਇੰਪੋਰਟੈਂਟ ਚੀਜ਼ ਹੈ, ਤੁਹਾਨੂੰ ਉਹ ਚੀਜ਼ ਸਭ ਤੋਂ ਪਹਿਲਾਂ ਕਰਨੀ ਚਾਹੀਦੀ ਹੈ। ਬਾਕੀ ਮੈਂ ਫਿਰ ਦੁਬਾਰਾ ਕਹਾਂਗਾ, ਟੀਚਰ ਨਾਲ ਕਦੇ ਉਹ ਨਾ ਕਰਿਓ, ਟੀਚਰ ਦੀ ਪੂਰੀ ਗੱਲ ਸੁਣ ਲਈ, ਟੀਚਰ ਨੂੰ ਬਿਲਕੁਲ ਡਿਸਰਿਸਪੈਕਟ ਨਹੀਂ ਕਰਨਾ। ਮੈਨੂੰ ਲੱਗਦਾ ਜੇ ਮੈਂ ਅੱਜ ਇੱਥੇ ਪਹੁੰਚਿਆ, ਜੇ ਮੈਂ 2 ਸਾਲ ਚ ਰੈਂਕ ਕੱਢ ਗਿਆ, ਤਾਂ ਸ਼ਾਇਦ ਉਸ ਦੇ ਵਿੱਚ ਇੱਕ ਚੀਜ਼ ਸੀ ਕਿ ਮੈਂ ਸਿੰਸੀਅਰ ਸੀ। ਮੈਨੂੰ ਜੋ ਮੇਰੇ ਟੀਚਰਸ ਕਹਿੰਦੇ ਸੀ, ਮੈਨੂੰ ਲੱਗਦਾ ਮੈਂ ਉਹ ਫੋਲੋ ਕਰਦਾ ਸੀ, ਮੈਂ ਕੋਸ਼ਿਸ਼ ਕਰਦਾ ਸੀ ਐਟਲੀਸਟ ਉਸ ਨੂੰ ਫੋਲੋ ਕਰਨ ਦੀ। ਤਾਂ ਫੋਲੋ ਯੂਰ ਟੀਚਰਸ, ਫੋਲੋ ਯੂਰ ਪੈਸ਼ਨ। ਇਹ ਨਹੀਂ ਹੈ ਵੀ ਦੁਨੀਆ 'ਚ ਇੱਕ ਹੀ ਚੀਜ਼ ਹੈ, ਇੱਕ ਚੀਜ਼ ਦੇ ਪਿੱਛੇ ਭੱਜੀਓ, ਆਪਣੇ ਪੈਸ਼ਨ ਲੱਭ ਲਓ, ਆਪਣੇ ਪੈਸ਼ਨ ਲੱਭ ਲਓ। ਇਹ ਨਹੀਂ ਹੈਗਾ ਤੁਸੀਂ ਧੱਕੇ ਨਾਲ, ਘਰ ਵਾਲੇ ਕਹਿੰਦਾ ਮੈਡੀਕਲ ਲੈ ਲਓ, ਤੁਸੀਂ ਵੀ ਲੈ ਲਓ, ਤੁਹਾਡੇ ਦੋਸਤਾਂ ਲੈ ਲਓ, ਨਹੀਂ, ਜੀ ਲਾ ਕੇ, ਜਾਨ ਲਾ ਕੇ, ਉਸ 'ਤੇ ਇੰਟਰਸਟ ਬਣਾ ਕੇ ਕਰੋ।
ਰੱਟਾ ਨਹੀਂ ਲਾਇਆ ਜਾ ਸਕਦਾ, ਚੀਜ਼ਾਂ ਬਹੁਤ ਨੇ। ਰੱਟੇ ਨਾਲ ਹੋ ਜਾਏਗਾ, ਨੀਟ ਕਰ ਦੋਗੇ ਫਿਰ ਕਿਆ, ਅੱਗੇ ਵੀ ਬਹੁਤ ਕੁਝ ਪਿਆ, ਪਰ ਇਹ ਤਾਂ ਜਸਟ ਬਿਗਨਿੰਗ ਹੈ, ਜਸਟ ਸ਼ੁਰੂਆਤ ਹੈ, ਬਹੁਤ ਕੁਝ ਪਿਆ, ਬਹੁਤ ਕੁਝ ਪਿਆ ਨਾ। ਟੀਚਰਸ ਨਾਲ ਹਮੇਸ਼ਾ ਜੁੜ ਕੇ ਰਹੋ, ਟੀਚਰਸ ਦੀ ਹਮੇਸ਼ਾ ਰਿਸਪੈਕਟ ਕਰੋ, ਜੋ ਟੀਚਰਸ ਕਹਿੰਦੇ ਬਸ ਉਸ ਚੀਜ਼ ਨੂੰ ਫੋਲੋ ਕਰੋ, ਤੇ ਜੋ ਟੀਚਰ ਤੁਹਾਨੂੰ ਮਟੀਰੀਅਲ ਦਿੰਦੇ ਆ ਉਸ ਟਰਸਟ ਕਰੋ। ਖਾਸ ਕਰ ਮੈਥਸ ਹੁੰਦਾ ਭਲਾ ਸਰ ਦੇ ਸ਼ਾਰਟ ਨੋਟਸ ਦੀ ਲੋਕ ਟੀਚਰ ਸਟੂਡੈਂਟਸ ਬਹੁਤ ਬੇਇੱਜ਼ਤੀ ਕਰਦੇ ਆ ਯਾਰ, ਉਹਦੇ ਵਰਗੀ ਨਾ ਚੀਜ਼ ਨਹੀਂ ਹੈ, ਉਹਦੇ ਵਰਗੀ ਚੀਜ਼ ਨਹੀਂ ਹੈ, ਉਹਦੇ ਵਰਗੀ ਚੀਜ਼ ਨਾ ਹੈ, ਨਾ ਸੀ, ਨਾ ਬਣੇਗੀ। ਐਡੇ ਜ਼ਬਰਦਸਤ ਨੋਟਸ ਨੇ ਨਾ, ਐਡੇ ਜ਼ਿਆਦਾ ਜ਼ਬਰਦਸਤ ਨੋਟਸ ਨੇ ਵੀ ਗੱਲਾਂ ਛੱਡ ਦਿਓ, ਬਹੁਤ ਘੈਂਟ ਨੋਟਸ ਨੇ ਉਹ। ਨੋਟਸ ਮੇਰੀ ਰਿਕੁਐਸਟ ਹੈ ਸਭ ਨੂੰ ਸਰ ਤੋਂ ਜ਼ਰੂਰ ਲਿਓ, ਕਿਉਂਕਿ ਉਹੀ ਨੋਟਸ ਕੋਰ ਨੇ। ਲਾਸਟ ਦੇ ਟਾਈਮ 'ਚ ਫਿਲਹਾਲ ਪਹਿਲਾਂ ਬੱਚੇ ਲੱਗਦਾ ਹੁੰਦਾ ਵੀ ਯਾਰ ਥੋੜਾ ਜਿਹਾ, ਬਟ ਲਾਸਟ ਤੁਸੀਂ ਇੰਨਾ ਸਿਲੇਬਸ ਕਰਨਾ ਹੁੰਦਾ ਨਾ, ਉਸ ਟਾਈਮ ਉਹ ਨੋਟਸ ਦੀ ਵੈਲਿਊ ਤੁਹਾਨੂੰ ਸਮਝ ਆਏਗੀ ਵੀ ਇਹ ਚੀਜ਼ ਕੀ ਹੈ। ਉਸ ਟਾਈਮ ਤੁਹਾਨੂੰ ਪਤਾ ਲੱਗੇਗਾ ਵੀ ਇਹ ਹੈ ਕੀ, ਇਹ ਬਣਾਇਆ ਕੀ ਹੈ ਸਰ ਨੇ, ਚੁੱਕ ਜਾਓਗੇ ਰਿਸਪੈਕਟ 'ਚ ਉਸ ਟਾਈਮ। ਥੈਂਕ ਯੂ ਸੋ ਮਚ। ਟੂ ਬੀ ਟਰਸਟ ਸਾਡਾ ਬਿਲਕੁਲ ਬਰਾਬਰ ਦਾ ਬੱਚਾ ਹੈ, ਇਹ ਵੀ ਐਮਸ ਹੈ चितलीना, बहुत सिंसियर है। आई थिंक काफ़ी कुछ हो गया। किसी अपने क्वेश्चन से कुछ पूछना चाहते हो तो, क्योंकि मैं बहुत नर्वस फील कर रही हूँ, प्लीज प्लीज मैनू एक मैं खोल दो थोड़े नाल एनीबॉडी एनी क्वेश्चन राघव ਤੁਹਾਡੀ ਸਟੱਡੀ ਟਾਈਮ ਬੇਸਡ ਹੁੰਦੀ ਸੀ ਜਾਂ ਟਾਰਗੇਟ ਬੇਸਡ ਹੁੰਦੀ ਸੀ? मेरी ऑलवेज टारगेट बेस्ड होंगे सीगे। लाइक कई बार होता है कि यार नींद आ रही है बट ये करना है, तो एक ना थोड़े दिमाग से टारगेट होना चाहिए कि ये टॉपिक करके ही सोना है, तो फिर जब वो होएगा ना तो फिर थोड़े से कॉन्फिडेंस आ जाएगा कि हाँ टाइम तो आपके मैनेज हो जाएगा। लाइक इफ यू डोंट हैव एनी टारगेट इन योर माइंड तो तुहानू होएगा यार बस इन्ने टाइम्स करके निपटा देना, फिर तुसीं टाइम वाल भजोगे कि जल्दी जल्दी कर दें भावें समझ आए ना आए, तो दैट इज़ रॉन्ग अकॉर्डिंग टू मी। बाकी जो तुहानू सूट करता है, मेरा हमेशा टारगेट बेस्ड रहता सी। लाइक एक कंसैप्ट आता है, एक कंसैप्ट हो गया चंगी तरह, ये क्वेश्चन सारे हो रहे हैं, कोई डाउट तो नहीं है, फिर आराम नाल नींद आती सी, वरना नींद नहीं आएगी ऑनेस्टली। तो टारगेट बेस्ड यस अच्छी जो कोई मंच डाउट। ਜਿਹੜੇ ਤੁਹਾਡੇ ਟੌਪਿਕਸ ਵੀਕ ਰਹਿ ਜਾਂਦੇ ਸੀ ਉਹਨਾਂ ਨੂੰ ਤੁਸੀਂ ਕਿੱਦਾਂ ਟੈਕਲ ਕਰਦੇ? देखो जो टॉपिक्स वीक है उन्होंने पहले तो नोट कर लो, कोई भी मिस ना हो जाए, क्योंकि बाद च ना कदे कदे फिर रिग्रेट होता है कि यार वो टॉपिक रह गया सी। तो प्लीज एक बार नोट कर लो एक साइड पे, तो एक ना प्रॉपर नोट करो। लाइक मेरी इनिशियली प्रॉब्लम होती सी, कोई भी वीक पॉइंट होता सी मैं हर नोटबुक के एंड पे नोट कर लेना, बाद च नोटबुक लभदे फिरना कि कितने गई केड़ा टॉपिक सी। तो एक छोटी जी नोटबुक बना लो, उत्थे अपने वीक पॉइंट्स नोट कर लो, ते उन्हां नू प्लीज मिस ना करना। पेपर तो भावें लाइक हफ्ता पहले एटलीस्ट उन्हां नू देख लेना कि ये मेरी वीक सी, इन्हां नू मैं करना है, जरूर करना है। पलक। शांति प्लीज। तेरी क्वेरी पलक की है, अच्छा बच्चा समझ आई, मान्यता नहीं आई। हाँ बेस्ट है प्लस मान्य अच्छा थोड़ा नंबर सुई क्या सी मैं ਤੁਸੀਂ +1 ਕਿਵੇਂ ਕੀਤੀ ਨਾਲ ਨਾਲ +2 ਦੇ ਹੁਣ ਜਿਵੇਂ ਐਂਡਿੰਗ ਚੱਲ ਰਹੀ ਹੈ ਤਾਂ +1 ਲਈ ਤੁਸੀਂ ਅੱਡ ਟਾਈਮ ਰੱਖਿਆ ਸੀ +1 ਨਾਲ ਨਾਲ ਜਾਂ ਫਿਰ ਜਿਹੜਾ ਟੌਪਿਕ ਚੱਲਦਾ ਸੀ ਉਹਦੇ ਨਾਲ ਰਿਲੇਟਡ ਕੁਝ +1 ਦਾ वो +2 तो चलती रहेगी। बाकी थैंक्स टू सर की रिविजन टेस्ट सीरीज स्टार्ट हुई सी कि इनिशियली ऐसे भी बहुत कंफ्यूज थी कि +2 करिए या +1 करिए। सो रिविजन टेस्ट सीरीज ने बहुत हेल्प की थी, प्लीज़ उन्होंने मिस ना करना। लाइक सानू होंदा कि सर +2 कर लेने +1 बाद च देखी जाएगी, बट ऑनेस्टली बाद च नहीं देखी जाती। +1 इज ऑल्सो ह्यूज, जितनी +2 है उन्नी ही +1 है, तो +1 नाल नाल करो, एटलीस्ट बायोलॉजी तो नाल नाल करते ही रहो। तो रिविजन टेस्ट सीरीज भी छोटे छोटे टॉपिक्स होंगे, तो मुश्किल नहीं आएगी, आराम नाल केमिस्ट्री फिजिक्स भी नाल नाल हो जाएगी। उन्होंने मिस नहीं करो, फिर एंड पे जाके लगता है कि बहुत सारा हो गया, फिर होता नहीं है। ਪੇਪਰ ਸੋਲਵਿੰਗ ਦਾ ਮੈਂ ਬਾਈ ਐਂਡ ਲਾਰਜ 2 ਸਟ੍ਰੈਟੇਜੀਜ਼ ਦੇਖੀਆਂ ਨੇ, ਕਈਆਂ ਨੂੰ ਪੁੱਛਿਆ ਮੈਂ ਵੀ 2 ਸਟ੍ਰੈਟੇਜੀਜ਼ ਮੈਨੂੰ ਮਿਲੀਆਂ ਨੇ। ਇੱਕ ਪਾਸੇ ਤਾਂ ਕਹਿੰਦੇ ਆ ਤਾਂ ਪਹਿਲੇ ਬਾਇਓ ਚੱਕੋ, ਬਾਇਓ ਤੇ ਪੂਰਾ ਜੋੜ ਲਓ, ਫਿਰ ਕੈਮਿਸਟਰੀ ਚੱਕੋ, ਕੈਮਿਸਟਰੀ ਤੇ ਪੂਰਾ ਜੋੜ ਲਓ, ਫਿਰ ਫਿਜ਼ਿਕਸ ਚੱਕੋ, ਫਿਜ਼ਿਕਸ ਤੇ ਪੂਰਾ ਜੋੜ ਲਓ। ਦੂਜੇ ਪਾਸੇ ਬੱਚੇ ਕਹਿੰਦੇ ਸਾਰਾ ਪੇਪਰ ਪਹਿਲੇ ਫਸਟ ਰਾਊਂਡ 'ਚ ਗੋ ਥਰੂ ਕਰ ਲਓ 180 ਕੁਐਸਚਨ, ਫਿਰ ਸੈਕਿੰਡ ਰਾਊਂਡ 'ਚ ਉਹਨੂੰ ਅਟੈਂਪਟ ਕਰੋ। ਤੁਹਾਡੀ ਕੀ ਸਟ੍ਰੈਟੇਜੀ ਸੀ? देखो हर एक को अलग अलग सूट करता है। मेरी सेकंड सी लाइक मैं एक बार गो थ्रू हो जाती सी, मैं बायो तो स्टार्ट करती सी, जिन्हें पहले अटैम्प्ट हो जाती सी जल्दी जल्दी वो कर ले। उस तो बाद जेडे थोड़ा जिहा भी दिमाग लगाने दा हो रहा सी ना जिथे भी, वो मैं सर्कल कर लेना, क्योंकि टाइम भी बहुत इंपॉर्टेंट है नीट के एग्जाम में। यू हैव टू डू 180 क्वेश्चन है ना, तो पहला जेडे एकदम हो रहे हैं जल्दी जल्दी वो कर
ਕਰ ਲਓ, ਇੱਕ ਵਾਰ ਪੂਰਾ ਅਟੈਂਪਟ ਕਰਨ ਤੁਹਾਨੂੰ ਕੌਨਫੀਡੈਂਸ ਆ ਜਾਏਗਾ ਵੀ ਇੰਨੇ ਨੰਬਰ ਤਾਂ ਆ ਰਹੇ ਹੋਣਗੇ, ਇਹਨਾਂ 'ਚ ਕੋਈ ਗਲਤ ਨਹੀਂ ਹੋ ਰਿਹਾ। ਇਹ ਵੀ ਨਹੀਂ ਕਿ ਜਲਦੀ ਜਲਦੀ ਗਲਤ ਕਰ ਦਿਓ, ਠੀਕ ਹੈ। ਇੱਕ ਵਾਰ ਈਜ਼ੀ ਨਾਲ ਕੌਨਫੀਡੈਂਸ ਬਣ ਜਾਏਗਾ, ਬਿਕਾਜ਼ ਪੇਪਰ ਵਿੱਚ ਕੌਨਫੀਡੈਂਸ ਬਹੁਤ ਇੰਪੋਰਟੈਂਟ ਹੈ। ਤੇ ਤੁਸੀਂ ਪੂਰੇ 2 ਸਾਲ ਪੜ੍ਹੇ, ਐਂਡ ਵਿੱਚ ਜਾ ਕੇ ਯੂਰ ਲਾਈਕ ਯਾਰ ਹੋ ਨਹੀਂ ਰਿਹਾ, ਯਾਰ ਕੁਝ ਰਹਿ ਗਿਆ, ਉਹ ਨਹੀਂ ਹੋਣਾ ਚਾਹੀਦਾ ਹੈ ਨਾ। ਸੋ ਕੌਨਫੀਡੈਂਸ ਮੇਨਟੇਨ ਕਰੋ ਆਪਣਾ, ਪਹਿਲੇ ਜਿਹੜੀ ਈਜ਼ੀ ਹੋ ਰਿਹਾ ਉਹ ਕਰੋ, ਉਸ ਤੋਂ ਬਾਅਦ ਦੁਬਾਰਾ ਆ ਜਾਓ ਕਿ ਇੱਕ ਵਾਰ ਪਹਿਲਾਂ ਮੈਂ ਜਿਵੇਂ ਕੀਤਾ ਸੀ ਬਾਇਓ, ਕੈਮਿਸਟਰੀ, ਫਿਜ਼ਿਕਸ, ਇੱਕ ਵਾਰ ਜਿਹੜੀ ਈਜ਼ੀ ਹੋ ਰਹੀ ਸੀ ਕਰ ਲਏ, ਉਸ ਤੋਂ ਬਾਅਦ ਦੁਬਾਰਾ ਬਾਇਓ ਤੋਂ ਸ਼ੁਰੂ ਕਰ ਲਓ। ਯੂ ਵਿਲ ਹੈਵ ਇਨਫ ਟਾਈਮ, ਜਿੰਨਾ ਮੈਂ ਦੇਖਿਆ 2020 ਦੇ ਲੈਵਲ ਦਾ ਕਹਿ ਰਹੀ ਹਾਂ, ਬਾਕੀ ਮੈਨੂੰ ਨਹੀਂ ਪਤਾ ਅਗਲੀ ਵਾਰ ਕਿੱਦਾਂ ਆਏਗਾ, ਬਟ ਯੂ ਵਿਲ ਹੈਵ ਇਨਫ ਟਾਈਮ। ਪਹਿਲਾਂ ਆਰਾਮ ਨਾਲ ਕਰੋ, ਕੌਨਫੀਡੈਂਸ ਨਾਲ ਕਰੋ। Have any query? हाँ जी, कोई query? अपर्णा, Ayushi? ਤੁਸੀਂ ਹਰ ਟਾਈਮ ਮੋਟੀਵੇਟਡ ਕਿਵੇਂ ਰਹਿੰਦੇ ਸੀ? देखो इस तरह मैं वो चीज़ है, सबसे बेस्ट क्वेश्चन है। फर्स्ट पॉइंट अपने पेरेंट्स नाल ते अपने टीचर्स नाल कांटेक्ट रखो। पेरेंट्स का बहुत इंपॉर्टेंट रोल है, ऑनेस्टली ही सिटिंग देयर जस्ट आस्क हिम, आई डोंट नो। मतलब मैं बहुत नेगेटिव हो जाती सी, बहुत ज़्यादा नेगेटिव हो जाती सी, कदे कदे कि यार मैं तो नहीं हो रहा, ईजी क्वेश्चन भी ना कदे कदे नहीं निकलता सी कि दिमाग ते बोझ ਹੁੰਦਾ ਸੀ, यार नहीं हो रहा। देन आई यूज्ड टू टेल हिम कि आज नहीं हो रहा, he said आज ना पढ़, रिलैक्स करो, गाने सुन लो। ही यूज्ड टू टेल दैट टू मी एंड आई यूज्ड टू बी लाइक थोड़े से दिन रह गए, पेपर है पेपर, ही यूज्ड टू बी इट्स ओके। सो फर्स्ट ऑफ ऑल बी पॉजिटिव। सेकंड अपने आप 'ਚ कॉन्फिडेंस रखो, बिकॉज ਜੇ कॉन्फिडेंस ਹੋਏਗਾ ਨਾ ਤਾਂ ਤੁਹਾਨੂੰ ਹੋਏਗਾ ਯਾਰ ਇਹ ਕੁਐਸਚਨ ਮੈਂ ਕਰ ਸਕਦੀ ਹਾਂ, ਲੈਟਸ ਟਰਾਈ, ਨਾ ਟਾਈਮ ਤਾਂ ਹੈ। ਜੇ ਤੁਹਾਨੂੰ ਕੌਨਫੀਡੈਂਸ ਨਹੀਂ ਹੋਏਗਾ, ਤੁਹਾਨੂੰ ਲੱਗੇਗਾ ਯਾਰ ਔਖਾ ਜਿਹਾ ਲੱਗ ਰਿਹਾ ਹੈ, ਤਾਂ ਕੀਤਾ ਵੀ ਨਹੀਂ ਹੋਇਆ, then you will be like ਛੱਡ ਦੇਣਾ ਹੈ, ਫਿਰ ਹੋ ਗਿਆ। सो बी पॉजिटिव। अपने टीचर्स नाल इंटरैक्शन रखो, प्लीज़ रखो। बहुत अच्छे टीचर्स हैं, मैं ऑनेस्टली दिलों कह रही हूँ, बहुत अच्छे टीचर्स हैं, तुहानू पूरी तरह समझेंगे। अपने पेरेंट्स नाल गल्लां करो, बहुत सारी गल्लां करो। बाकी आई डोंट नो, मेरे टाइम 2 साल में बेस्ट फ्रेंड्स सीगे मेरे टीचर्स से पेरेंट्स। बाकी यार इफ यू हैव एनी क्लोज फ्रेंड्स जस्ट टॉक टू देम, इट विल बी फाइन। स्ट्रेस नहीं लो यार, इट्स फाइन, इट्स नॉर्मल, हो जाएगा आराम नाल। फिर ਆਪਾਂ मतलब ਆਪਾਂ ਜਿੰਨਾ ਹਾਰਡ ਵਰਕ ਕਰਦੇ ਹਾਂ ਮਤਲਬ ਉਸ ਅਕੋਰਡਿੰਗ ਜੇ ਮਾਰਕਸ ਨਹੀਂ ਆਉਂਦੇ ਤਾਂ ਮਤਲਬ ਉਦੋਂ ਕਿਵੇਂ ਆਪਾਂ ਮਤਲਬ ਜੇ ਮੇਰਾ ਹੁੰਦਾ ਜੇ ਮਾਰਕਸ ਉਸ ਤਰ੍ਹਾਂ ਨਹੀਂ ਆਉਂਦੇ ਤਾਂ ਇੱਕ ਜਾਂ ਦੋ ਦਿਨ ਪੜ੍ਹੇ ਹੀ ਨਾ ਹੈ ਇਹ ਮਾਰਕਸ ਨਹੀਂ ਆਏ ਆਪਾਂ ਇੰਨੀ ਮਤਲਬ ਹਾਰਡ ਵਰਕ ਵੀ ਕਰਿਆ ਸੀਗਾ ਮਾਰਕਸ ਪੇ ये सब नाल होएगा। तो यही तो मेन टेस्ट है कि 2 साल च किन्ने बच्चे मेहनत करते हैं, किन्ने ज़्यादा तुहाडे बैच च किन्ने होंगे, बहुत बच्चे मेहनत करते हैं, मार्क्स नहीं आते, बट वही है ना जो उस टाइम में अपने आप ना स्ट्रॉन्ग रह गया, चल कोई नहीं यार 2 दिन नहीं पढ़ा गया, इट्स फाइन। बट हुण जे अगे दिन है उन्हां च कसर घटदी है, देखिए किन्ना कर सकते हैं असीं, है ना। सो जस्ट बी कॉन्फिडेंट, कॉन्फिडेंस नहीं लो होंगे ना। बाकी अपने आप को रिलैक्स रखो, जस्ट कीप टेलिंग योरसेल्फ कि नीट कोई इतनी बड़ी गल नहीं है, ठीक है। बाकी प्रीवियस ईयर्स देखोगे तो थोड़ा कॉन्फिडेंस बढ़ जाएगा। ਨਾਲ ਆਪਣਾ ਪ੍ਰੋਸਪੈਕਟਿਵ ਵੀ ਦੇਖਣਾ ਪਏਗਾ। ਆਪਣੇ ਨੰਬਰ ਘੱਟ ਆਏ ਹੈ, ਲੋਕਾਂ ਦੇ ਨੰਬਰ ਜ਼ਿਆਦਾ ਆਏ ਹੈ, ਇਹਦਾ ਮਤਲਬ ਆਪਣੇ ਪੇਪਰ 'ਚ ਕੋਈ ਵੀਕਨੈਸ ਰਹਿ ਗਈ। ਆਪਣੇ ਨਜ਼ਰੀਏ ਨਾਲ ਆਪਾਂ ਨੇ ਤਿਆਰੀ ਜ਼ਿਆਦਾ ਕੀਤੀ ਸੀਗੀ, ਬਟ ਲੋਕਾਂ ਨੇ ਪਤਾ ਨਹੀਂ ਕਿੰਨੀ ਕੀਤੀ ਹੋਣੀ, ਤਾਂ ਉਹਦਾ ਐਨਾਲਿਸਿਸ ਕਰੋ ਪੇਪਰ ਦਾ ਘਰ ਜਾ ਕੇ, ਨੰਬਰ ਕਿਉਂ ਘੱਟ ਗਏ, ਉਹ ਵੱਧ ਜਾਣਗੇ। ਜਿਵੇਂ ਸਰ ਵੀ ਕਹਿੰਦੇ ਨੇ ਕਿ ਆਪਣਾ ਬੈਸਟ ਦਿਓ, ਤੇ ਜੇ ਆਪਾਂ ਆਪਣਾ ਬੈਸਟ ਦੇ ਕੇ ਮਤਲਬ ਤਿਆਰੀ ਕਰਦਾ ਮਤਲਬ ਆਪਾਂ ਟੈਸਟ ਦਿੰਦੇ ਹਾਂ, ਜਦੋਂ ਉਸ ਤੋਂ ਬਾਅਦ ਵੀ ਨਹੀਂ ਆਉਂਦੇ ਹੈਗੇ ਫਿਰ ਉਦੋਂ ਥੋੜੀ ਬੇਟਾ ਉਹਦਾ ਐਨਾਲਿਸਿਸ ਕਰ ਪੇਪਰ सेकंड ਦਾ। टाइम फेयर एनालिसिस, मतलब ट्राई बेटे अगेन। फिर टीचर ਨਾਲ ਕਰ टीचर ਨਾਲ भी सर मैं मिलना है। ਕਈ ਵਾਰੀ ਹੋਇਆ ਸਾਡੇ ਨਾਲ यस ਸਿੱਧਾ ਬੈਠੀ ਅਸੀਂ ਟੀਚਰ ਕੋਲ। ਹੁਣ ਮੈਂ ਬੇਟਾ ਇੱਕ ਵਾਰੀ ਮੇਰਾ ਖੁਦ ਐਜ਼ ਸਟੂਡੈਂਟ ਮੇਰਾ ਇੰਨਾ ਮੋਰਲ ਲੋ ਹੋ ਗਿਆ, ਮੈਂ ਹਿਤੇਸ਼ ਸਰ ਕੋਲ ਬੈਠਾ ਸੀ ਉਦੋਂ ਹਾਂ। ਚੰਡੀ ਸਰ ਹੈ ਨਹੀਂ ਸੀ, ਅਸੀਂ ਬਾਹਰ ਹੀ ਬੈਠੇ ਹੋਏ ਸੀਗੇ। ਮੈਂ ਕਿਹਾ ਸਰ ਇਹਦੀ ਹੋ ਵੀ ਜਾਏਗੀ ਕਿ ਨਹੀਂ ਹੋਏਗੀ, ਮੈਂ ਤਾਂ ਇੰਨਾ ਦੱਸ ਦੋ ਸਿੰਪਲ। ਕਹਿੰਦੇ ਯਾਰ ਇੰਨਾ ਕਿਉਂ ਘਬਰਾ ਰਹੇ ਹੋ, ਤੁਹਾਨੂੰ ਇੰਨਾ ਵੀ ਕੌਨਫੀਡੈਂਸ ਨਹੀਂ ਕਿ ਪਟਿਆਲੇ ਨਹੀਂ ਹੋਊਗੀ। ਮਤਲਬ ਮੈਂ ਤਾਂ ਇੰਨਾ ਸੀਗਾ ਕਿ ਹੋ ਜਾਏਗੀ ਲਾਸਟ ਵੀਕ ਨਾ, ਮੈਂ ਕਿਹਾ ਜਨਵਰੀ ਦੀ ਸ਼ਾਇਦ ਗੱਲ ਸੀ, ਪਤਾ ਨਹੀਂ ਫਰਕ ਤੋਂ ਬਾਅਦ ਥੋੜੀ ਹਾਂਜੀ, ਹਾਂਜੀ। ਬੈਠੇ। ਉਹ ਕਹਿੰਦੇ ਉਹ ਤੁਸੀਂ ਛੱਡ ਦਿਓ, ਇਹਨਾਂ ਕੋਲ ਅਸੀਂ 2 ਸਾਲ 1.5 ਸਾਲ ਹੋ ਗਏ ਉਹਨੂੰ ਦੇਖਦੇ ਨੂੰ, ਉਹ ਹੋ ਜਾਏਗੀ ਕੋਈ ਗੱਲ ਨਹੀਂ, ਆਪਾਂ ਮੈਂ ਦੇਖ ਲਾਂਗਾ। ਨਹੀਂ ਪਰ ਫਿਰ ਇਹਨਾਂ ਨੇ ਦੁਬਾਰਾ ਇਹਨਾਂ ਮੀਟਿੰਗ ਕੀਤੀ, ਜੋ ਵੀ ਕੀਤਾ ਠੀਕ ਹੈ। ਕਈ ਵਾਰੀ ਟਾਈਮ ਆਉਂਦਾ ਸਭ ਹੀ ਆਉਣਾ। ਕਈ ਵਾਰ ਇੰਨਾ ਮੋਰਲ ਡਾਊਨ ਆ ਜਾਂਦਾ ਹੈ ਕਿ ਬੰਦਾ ਸੋਚਦਾ ਹੈ ਯਾਰ ਮੈਨੂੰ ਪੰਜਾਬ 'ਚ ਕੋਈ ਵੀ ABC ਕਾਲਜ ਹੀ ਮਿਲ ਜੇ, ਐਦਾਂ ਦਾ ਵੀ ਡਾਊਨ ਜਾਏਗਾ, ਫਿਰ ਚੱਕਣਾ ਪਊਗਾ ਉਸਦਾ। ਮੈਨੂੰ ਭੱਲਾ ਸਰ ਪਟਿਆਲੇ ਨਾਲ ਮੇਰੀ ਗੱਲ ਹੋਈ ਸੀ ਇੱਕ ਵਾਰੀ, ਭੱਲਾ ਸਰ ਨੇ ਮੈਨੂੰ ਕਿਹਾ, ਕਹਿੰਦੇ ਸਰ ਤੁਸੀਂ ਇਹ ਨਾ ਸੋਚੋ ਤੇ ਬਾਏ ਦੇ 2 ਵਾਰੀ ਘੱਟ ਆ ਗਏ, 2 ਵਾਰੀ ਘੱਟ ਆਏ ਸੀ ਦੇ ਨੰਬਰ ਬਾਏ ਦੇ, ਤੇ ਭੱਲਾ ਸਰ ਕਹਿੰਦੇ ਤੁਸੀਂ ਬਿਲਕੁਲ ਸੋਚਣਾ ਹੀ ਨਹੀਂ ਹੈ, ਉਹ ਆ ਗਏ ਹੈ ਉਹਨੂੰ ਬੰਦ ਕਰ ਦਿਓ। ਮੈਂ ਬੈਠਾ, ਮੈਂ ਆਪੇ ਦੇਖ ਲਾਂ ਜੇ ਕੋਈ ਪ੍ਰੋਬਲਮ ਹੋਏਗੀ। ਮੈंने जैसे ये नंबर बाय दिन कितना नहीं कटन लगे, ਤੁਸੀਂ ਘਬਰਾਓ ਨਾ। ਬੜਾ ਕੌਨਫੀਡੈਂਸ ਹੁੰਦਾ ਹੈ, ਕੌਨਫੀਡੈਂਸ ਹੋ ਗਿਆ ਕਿੱਥੇ ਮੈਂ 2 ਦਿਨ ਨਹੀਂ ਸੀ ਸੋਣਾ, ਕਿੱਥੇ ਮੈਂ ਕਿਤੇ ਗੱਲ ਕਰ ਕਿਸੇ ਦੀ ਰਾਤ ਨੂੰ ਸੋ ਗਏ। ਅਪਸ ਐਂਡ ਡਾਊਨ ਤਾਂ ਸਰ ਚੱਲਦੇ ਸਾਰੇ ਹੋਣਾ ਥੋੜਾ ਜਿਹਾ, ਬਟ ਉਸ ਵੇਲੇ ਇਹਨਾਂ ਨੇ ਸੰਭਾਲ ਲਿਆ ਨਾ। ਸਰ ਮੇਰੇ ਜੀ ਜ਼ਿਆਦਾ ਹੈ ਲੱਗਦਾ ਹੈ ਟੀਚਰਸ ਇਹ ਮੇਰੇ teacher। ਅਸੀਂ ਬੇਟੇ ਜੋ ਸਪੋਰਟ ਲਈ ਬੈਠੇ ਹਾਂ ਹੈ ਨਾ, ਜਿਵੇਂ ਤੁਸੀਂ ਕਹਿ ਰਹੇ ਹੋ ਮੈਂ ਕਹਿ ਰਿਹਾ ਕਲਾਸ 'ਚ ਨਾ ਬੈਸਟ ਤੋਂ, ਉਸ ਤੋਂ ਬਾਅਦ ਹੀ ਕੋਈ ਵੀ ਦਿੱਕਤ ਹੈ
ਇਹ ਦੋਨੋਂ ਬੱਚੇ ਤੁਹਾਨੂੰ ਕਹਿ ਰਹੇ ਨੇ ਵੀ ਤਿੰਨੋਂ ਟੀਚਰਸ ਕੋਆਪਰੇਟ ਕਰਦੇ ਨੇ। ਤੁਸੀਂ ਆਓ ਸਰ, ਆ ਦੇਖੋ ਜੀ ਪੇਪਰ ਮੈंने ਇੰਨੀ ਤਿਆਰੀ ਕਰੀ ਸੀ, ਮੇਰੇ ਇੰਨੇ ਨੰਬਰ ਨੇ, ਮੈਂ ਦੇਖ ਲੂੰਗਾ ਨਾ ਕਿਹੜੇ ਕਿਹੜੇ ਕੁਐਸਚਨ ਗਲਤ ਹੈ, ਫਿਰ ਮੈਂ ਦਿਖਾਊਂਗਾ ਤੁਹਾਨੂੰ ਕਿ ਬੇਟਾ ਇਹ ਕੁਐਸਚਨ ਕਲਾਸ ਦਾ ਸੀਗਾ, ਤੈਨੂੰ ਤਿਆਰੀ ਕਿਵੇਂ ਕਰੀ। ਆਪਾਂ ਵੀਕ ਪੁਆਇੰਟ ਲੱਭਾਂਗੇ। ਵੈਸੇ ਤਾਂ ਤੁਸੀਂ ਐਨਾਲਾਈਜ਼ ਕਰੋ, ਨਹੀਂ ਹੋ ਰਿਹਾ ਫਿਰ ਤੁਸੀਂ ਟੀਚਰ ਕੋਲ ਆਓ, ਸਾਡੇ ਕੋਲ ਕੋਈ ਜਵਾਬ ਹੈ। ਦੇਖੋ ਇਹ ਗੱਲ ਤਾਂ ਸਾਰੇ ਹੀ ਸਮਝਦੇ ਆਪਾਂ ਬੇਟੇ, ਅਸੀਂ ਮਿਹਨਤ ਕਰ ਰਹੇ ਹਾਂ, ਤੁਸੀਂ ਕਰ ਰਹੇ ਹੋ, ਆਪਾਂ ਤੁਹਾਡੇ ਭਲੇ ਲਈ ਕਰ ਰਹੇ ਹਾਂ ਨਾ। ਅਸੀਂ ਵੀ ਆਪਣੀ ਪੂਰੀ ਜਾਨ ਲਾ ਰਹੇ ਹਾਂ, ਦਿਨ ਰਾਤ ਇੱਕ ਕਰ ਰੱਖਿਆ ਸੀ, ਤੁਸੀਂ ਵੀ ਕਰ ਰੱਖਿਆ। ਫਿਰ ਵੀ ਤੁਹਾਨੂੰ ਲੱਗਦਾ ਸਰ ਤੁਹਾਡੇ ਤੋਂ ਆ ਹੈਲਪ ਚਾਹੀਦੀ ਹੈ ਸਾਨੂੰ, ਵੀ ਆਰ ਆਲਵੇਜ਼ देयर, ਕਦੇ ਜਵਾਬ ਹੈ ਹੀ ਨਹੀਂ। ਸਾਨੂੰ ਤਾਂ ਖੁਸ਼ੀ ਹੁੰਦੀ ਹੈ। ਕਈ ਵਾਰ ਨਾ ਬੱਚੇ ਸੋਚਦੇ ਆ ਅਸੀਂ ਨਾ ਡਾਊਟ ਪੁੱਛਾਂਗੇ, ਅਸੀਂ ਇਹ ਗੱਲ ਪੁੱਛਾਂਗੇ, ਸਰ ਇਹ ਨਾ ਕਹਿਣ ਲੈ ਕੀ ਹੈ। ਯਾਰ ਇਹ ਕਿਵੇਂ ਹੋ ਸਕਦਾ? ਸਾਨੂੰ ਖੁਸ਼ੀ ਨਹੀਂ ਹੋਏਗੀ ਯਾਰ, ਡਾਊਟ ਉਹੀ ਪੁੱਛੇਗਾ ਜਿਹੜਾ ਘਰ ਜਾ ਕੇ 4 ਘੰਟੇ ਪੜ੍ਹੇ। ਸਾਨੂੰ ਖੁਸ਼ੀ ਨਹੀਂ ਹੈ ਯਾਰ ਇਹਨੇ ਬੱਚੇ ਨੇ ਮਿਹਨਤ ਕਰੀ ਹੈ, ਇਹਨੂੰ ਹੈਲਪ ਕਰੋ। ਦੁੱਖ ਉੱਥੇ ਹੁੰਦਾ ਜਿੱਥੇ ਅਸੀਂ ਕਹਿ ਦਿੰਦੇ ਹਾਂ ਕਿ ਬੇਟੇ ਇਹ ਕਰਨਾ ਹੈ, ਇਹਦੀ ਲੋੜ ਨਹੀਂ ਹੈ, ਪਰ ਬੱਚਾ ਸਮਝਦਾ ਨਹੀਂ ਯਾਰ ਸਰ ਨੇ ਪਤਾ ਨਹੀਂ ਕਿਉਂ ਕਹਿ ਦਿਆ। ਹੁਣ ਜਿਵੇਂ ਇਹਨੇ ਕਿਹਾ ਭੱਲਾ ਸਰ ਦੇ ਸ਼ਾਰਟ ਨੋਟਸ, ਹੁਣ ਜਦੋਂ ਬੱਚੇ ਨੂੰ ਕਿਹਾ ਜਾਂਦਾ ਨਾ ਸ਼ਾਰਟ ਨੋਟਸ, ਉਹ ਨਹੀਂ ਯਾਰ ਸਰ ਦੀ ਆਹ ਬੁਕਲੈਟ, ਸਰ ਇਹ ਬੁੱਕ ਬਤਾ ਦਿਓ, ਸਰ ਇਹ ਬਤਾ ਦਿਓ, ਇਹ ਚੱਲਦਾ ਹੈ ਨਾ। ਉੱਥੇ ਬਿਲੀਵ, ਇਹਨੇ ਜਿੰਨਾ ਬਿਲੀਵ ਕਰਿਆ, ਇਹਨੇ ਜਿੰਨਾ ਬਿਲੀਵ ਕਰਿਆ ਉਹਦੀ ਆਊਟਪੁੱਟ ਹੈ। ਬੱਚਿਆਂ 'ਚ ਬੇਟੇ ਸਭ 'ਚ ਟੈਲੈਂਟ ਸੀ ਹੈ ਨਾ, ਉਹਨਾਂ ਦੇ ਵਿੱਚ ਨੰਬਰ ਹੈ, ਬਟ ਜਿਹੜੇ 50 ਨੰਬਰ ਹੋਰ ਲੀਡ ਹੈ ਉਹ ਫੋਲੋਅਰਸ਼ਿਪ, ਮਤਲਬ ਜਿਹੜੀ ਇਹਨਾਂ ਦੀ ਮਤਲਬ ਸਿੰਸੀਅਰਿਟੀ ਹੈ, ਬਿਲੀਫ ਹੈ ਸਾਡੇ ਤੇ, ਉਹਦੇ ਕਰਕੇ ਮੈਂ ਦੇਖੋ ਰੈਂਕਸ ਆਉਂਦੇ ਆ ਰੈਂਕਸ। ਇੱਕ ਨਾ ਬੱਚੇ ਦਾ ਪਤਾ ਹੁੰਦਾ ਵੀ ਇਹ ਬੱਚਾ ਨਾ ਪਟਿਆਲੇ 'ਚ ਫੇਮਸ ਹੈ, ਇਹਦਾ ਤਾਂ ਰੈਂਕ ਆਣਾ ਹੀ ਆਣਾ ਏਮਸ 'ਚ ਐਂਡ ਆਲ ਦੈਟ, ਨਾਮ ਫੇਮਸ ਚੱਲ ਰਹੇ ਹੁੰਦੇ ਆ। ਐਸਾ ਚਲੋ ਮੈਂ ਤਾਂ ਦੇ ਹੀ ਜਾਣਾ ਹੈ, ਬਟ ਮੈਨੂੰ ਕਿਹਾ, ਮੈਂ ਕਹਿੰਦੇ ਮਾਰਕ ਕਾਂਟਾ ਇਹ ਪੇਪਰ ਨਹੀਂ ਹੈਗਾ। ਕਿਉਂਕਿ ਦੂਜਿਆਂ ਨੇ ਕਈਆਂ ਨੇ ਸੋਚਿਆ ਜਿਨ੍ਹਾਂ ਨੇ ਹੋਰਾਂ ਨੇ ਸਾਡੇ ਨਾਲ ਕੰਟੈਕਟ ਨਹੀਂ ਕੀਤਾ, ਉਹ ਕੀ ਕੀਤਾ, ਉਹ ਡਿਪਰੈਸ਼ਨ ਚਲੇ ਗਏ ਵੀ ਯਾਰ ਪੇਪਰ ਹੀ ਗੰਦਾ ਆ ਗਿਆ। ਇਹਨਾਂ ਨੇ ਕੀ ਕੀਤਾ, ਕਹਿੰਦੇ ਕਾਂਟਾ ਮਾਰ ਫਟਾਫਟ, ਇਹ ਜੇਈ ਮੇਨ ਦੇ ਪੇਪਰ ਪਾਈ ਜਾਂਦੇ ਨੇ ਊਟ ਫਟਾ, ਕਿਉਂਕਿ ਨੰਬਰ ਆਫ ਪੇਪਰ ਜ਼ਿਆਦਾ ਸੀਗੇ, ਉਹਨਾਂ ਕੋਲ ਕੁਐਸਚਨ ਬੈਂਕ ਕਿਤੇ ਗਲਤ ਕਿਸ ਤਰੀਕੇ ਨਾਲ ਸੈੱਟ ਹੋ ਗਿਆ, ਬਿਲਕੁਲ ਗੰਦੇ ਪੇਪਰ ਪਾਉਣ ਲੱਗੇ ਕੈਮਿਸਟਰੀ ਫਿਜ਼ਿਕਸ ਦੇ, ਮਤਲਬ ਇਹ ਮੰਨ ਕੇ ਚਲੋ ਜੇਈ ਮੇਨ ਤੋਂ ਵੀ ਉੱਪਰ। ਬਟ ਇਹ ਮੇਰੇ ਨਾਲ ਕੰਟੈਕਟ ਸੀਗੇ, ਇਹਨਾਂ ਨੇ WhatsApp ਕੁਐਸਚਨ ਕੀਤਾ ਫਟਾਫਟ ਸਕਰੀਨਸ਼ਾਟ ਲੈ ਕੇ। ਮੈਂ ਕਿਹਾ ਬੇਟੇ ਇਹਨੂੰ ਛੱਡ, ਇਹ ਜ਼ਹਿਰ ਹੈ ਤੇਰੇ ਵਾਸਤੇ। ਜਦੋਂ ਛਡਾਏ ਫਿਰ ਇਹਨਾਂ ਨੇ ਕੁਐਸਚਨ ਔਰ ਰੂਟੀਨ ਪਤਾ ਲੱਗਿਆ ਉਹ ਕੁਐਸਚਨ ਵਾਕਈ ਗੰਦੇ ਸੀਗੇ, ਉਹ ਹੈ ਹੀ ਨਹੀਂ ਸੀ ਪੇਪਰ ਵਾਲੇ ਕੁਐਸਚਨ ਜੋ ਤੁਸੀਂ ਮੈਨੂੰ ਭੇਜਦੇ ਸੀ, ਪੁੱਠੀਆਂ ਹੋਈਆਂ ਸਟਰਕਚਰ ਵਾਲੇ ਕੁਐਸਚਨ। ਉਹ ਜੀ ਮੇਨ ਜੀ ਐਡਵਾਂਸ ਦੇ ਪ੍ਰੀਵੀਅਸ ਈਅਰ ਤੱਕ ਪਾਏ ਹੋਏ ਸੀ। ਮੈਂ ਕਿਹਾ ਬਿਲਕੁਲ ਜਿਹੜਾ 720 ਤੱਕ ਇਹਨੂੰ ਨਹੀਂ ਪਹੁੰਚਣ ਦਿੱਤਾ ਜਿਸ ਚੀਜ਼ ਨੇ ਹਨਾ, ਇਹ 702 ਤੇ ਰੁਕਿਆ। ਉਹ 720 ਤੇ 702 ਦਾ ਗੈਪ ਉਹ ਨਹੀਂ ਸੀਗਾ ਵੀ ਕੁਐਸਚਨ ਆਉਂਦੇ ਨਹੀਂ, ਉਹਨਾਂ ਦੇ ਅੰਦਰ ਕੁਐਸਚਨ ਦੀ ਮਿਸਰੀਡਿੰਗ, ਕੁਐਸਚਨ ਪੂਰਾ ਪੜਿਆ ਤੇ ਉਸ ਤੋਂ ਬਾਅਦ ਲਾਸਟ ਵਾਲਾ ਪਾਰਟ ਮਿਸ ਹੋ ਗਿਆ, ਉਹਨੂੰ ਇੰਟਰਪ੍ਰੀਟ ਨਹੀਂ ਕੀਤਾ, ਆਨਸਰ ਗਲਤ ਹੋ ਗਿਆ। ਚਿਤਲੀਨ ਤੇਰਾ ਵੀ ਮੇਰਾ ਵੀ ਇਹਦਾ ਵੀ ਹੈ ਨਾ, ਇਹ 355 ਤੇ ਰੁਕ ਗਿਆ। ਅਦਰਵਾਈਜ਼ ਉਹ ਕੁਐਸਚਨ ਜੇ ਟ੍ਰਾਂਸਕ੍ਰਿਪਸ਼ਨ ਵਿੱਚ ਪੜਿਆ ਹੁੰਦਾ 360 ਚੋਂ 360 ਹੁੰਦੇ। ਐਸੀਆਂ ਸਿਲੀ ਮਿਸਟੇਕਸ ਕਰਵਾਉਂਦਾ ਐਗਜ਼ਾਮੀਨਰ। ਉਹ ਕੁਝ ਇਹ ਨਹੀਂ ਸੋਚ ਰਿਹਾ ਵੀ ਦੇਖ ਤੈਨੇ ਇਹ ਨਹੀਂ ਪੜਿਆ ਹੋਇਆ, ਤੈਨੇ MBBS ਦੀ ਕਿਤਾਬ ਨਹੀਂ ਕੀਤੀ ਹੋਈ, ਤੇਰੀ ਐਡਮਿਸ਼ਨ ਨਹੀਂ ਹੋਏਗੀ। ਸਿਲੇਬਸ ਤੁਹਾਡਾ ਕਨਫਾਈਨਡ ਹੈ +1 ਤੇ +2 ਦਾ, उसी जो पेपर आएगा, बट कुछ क्वेश्चन ट्विस्ट हो जाएंगे और ट्विस्ट क्वेश्चन रैंक डिसाइडिंग है। तुसी एम्स जाओगे, पटियाला आओगे या बाहर जाओगे, ट्विस्ट पकड़ेगा वो जो कूल है, जो क्लास के अंदर कूल है, घर कूल है, वही पेपर च कूल होएगा। तुसी क्लास के अंदर बैठे हो, मैं इनू देखदा हुंदा सीगा क्लास के अंदर बैठे ना हमेशा, तो मतलब मैनू ऐ लगदा सी यार इनू इन्ना मजा क्यों आ रहा है, इन्हें मजा क्यों आ रहा है। मतलब 20 साल हो गए सर ने मेरे से भी बात की है, जब ये स्टार्टिंग में +1 में आया, सर मेरे को कहते हैं यार वो अर्श कमल एक ना क्लास में बैठता है, वो ऐसे एक्साइटेड बैठता है ना जैसे कोई मूवी चल रही है और वो तगड़े वाली मूवी चल रही हो। मैं इधर गल की, कहता सर मजा बहुत आ रहा है। मैं कहा इन्हें पता नहीं कित्थों मजा आ रहा है, अद्धे क्लास के अंदर ऐ भी बैठे होंगे हैं, कदों खत्म हो ਪੈਸ਼ਨੇਟ ਨਹੀਂ ਹੈ, ਮਤਲਬ ਇੱਕ ਘਰ ਵਾਲਾ ਨਹੀਂ ਕਰਦਾ ਨਹੀਂ ਨਹੀਂ ਤੁਸੀਂ ਇਦਾਂ +1 ਮੈਡੀਕਲ ਕਰਨੀ ਜਾਓ 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 ਜਾਓ, ਬਸ ਉਹ ਟਾਈਮ ਪਾਸ ਕਰਦੇ ਆ ਇੰਸਟੀਟਿਊਟ ਆਉਂਦੇ मजा लो यार, फिजिक्स केमिस्ट्री पाया था, मजा लो, ग्रांटेड मेडिकल कॉलेज पहुंच जाओ। ਮਤਲਬ ਨੰਬਰਾਂ ਦੇ ਪਿੱਛੇ ਨਾ ਭੱਜੋ, ਸਬਜੈਕਟ ਪਿੱਛੇ Subject ਭੱਜੋ। ਤਾਂ ਇਹ ਕਲਾਸ ਨੂੰ ਇੰਜੋਏ ਕਰ, ਸਬਜੈਕਟ ਨੂੰ ਇੰਜੋਏ ਕਰ ਰਹੇ। ਇਹਨੇ ਏਮਸ ਨਹੀਂ ਕਰੀ ਤਾਂ ਹੀ ਪਹੁੰਚ ਗਿਆ ਹਾਂ। ਜਿਹੜੇ ਏਮਸ ਇਹਨੇ ਸਬਜੈਕਟ ਕੀਤਾ ਸੀ। ਏਮਸ ਇਜ਼ ਬਾਈ ਪ੍ਰੋਡਕਟ। ਆਪਾਂ ਪਰਫੈਕਸ਼ਨ ਪਿੱਛੇ ਭੱਜੋ ਨਾ, ਸਕਸੈਸ ਆਪਣੇ ਆਪ ਆਏਗੀ। ਇਹ ਸਬਜੈਕਟਸ ਦੇ ਪਿੱਛੇ ਭੱਜੇ, ਸਕਸੈਸ ਆਟੋਮੈਟਿਕ ਏਮਸ ਆਪਣੇ ਆਪ ਹੀ ਆ ਗਿਆ। ਜਿਹੜੇ ਏਮਸ ਕਦੀ गए सर, एम्स कैसे जाएंगे, कितनी बंद होगा, सब्जेक्ट तो सीख नहीं रहे सर, टेस्ट में नंबर कैसे आएंगे। मैं कहा सब्जेक्ट तो सीख ले, नहीं सर वो बाद में, पहले नंबर बताओ कैसे आएंगे। ऐसे कैसे आएंगे यार, नंबर बारे ना सोचो, एक सब्जेक्ट में मजे ना लो। बायो का चैप्टर पढ़ रहे हो, सर्कुलेटरी सिस्टम पढ़ रहे हो, ਤੁਹਾਨੂੰ ਸੋਚ ਹੀ ਨਹੀਂ ਆ ਰਹੀ ਤੁਸੀਂ ਬਲੱਡ ਕਿਵੇਂ ਸਰਕੂਲੇਟ ਹੋ ਰਿਹਾ ਹੈ, ਲਿੰਫ ਕਿਵੇਂ ਸਰਕੂਲੇਟ ਹੋ ਰਿਹਾ ਹੈ,
ਮਟੀਰੀਅਲਸ ਕਿਵੇਂ ਸਰਕੂਲੇਟ ਹੋ ਰਹੇ ਆ, ਤੁਸੀਂ ਉਹਦੇ ਕਰਕੇ ਪੜ ਰਹੇ ਹੋ ਮੈंने ਇਸ ਟੈਸਟ 'ਚ ਨੰਬਰ ਲੈਣੇ ਆ, ਤਾਂ ਯਾਰ ਉਹ ਮੈਡੀਕਲ ਕਾਲਜ ਥੋੜੀ ਲੈ ਕੇ ਜਾਏਗਾ। ਔਰ ਆਉਣ ਵਾਲੇ ਟਾਈਮ ਦੇ ਅੰਦਰ 24 ਚੈਪਟਰਸ ਹੈ ਸਰਕੂਲੇਟਰੀ ਸਿਸਟਮ ਦੇ ਉੱਪਰ MBBS ਫਸਟ ਪ੍ਰੋਫ ਦੇ ਅੰਦਰ, 24 ਚੈਪਟਰ ਕਿੱਥੋਂ ਪੜੋਗੇ ਜਦ ਤੁਹਾਨੂੰ 4 ਪੇਜਾਂ ਦਾ ਇੱਕ ਚੈਪਟਰ ਹੈ ਉਹ ਤੰਗ ਕਰ ਰਹੇ ਹੋ, ਔਰ ਸਿਰਫ ਤੁਸੀਂ ਇਸ ਕਰਕੇ ਪੜ ਰਹੇ ਹੋ ਮੇਰੇ ਨੰਬਰ ਆ ਜਾਣ। ਉਹ ਇਹਨੂੰ ਮਿਸਕਨਸੈਪਸ਼ਨ ਨੂੰ ਬਾਹਰ ਕੱਢੋ, ਇਹ ਸੋਚੋ ਯਾਰ ਇਹੀ ਤਾਂ ਡਾਕਟਰ ਬਣਨਾ ਹੈ, ਇਹਨਾਂ ਚੀਜ਼ਾਂ ਬਾਰੇ ਜਾਣਨਾ। ਅੱਜ ਉਹ ਫਿਜ਼ਿਕਸ ਪੜ ਰਹੀ ਹੈ, ਕਾਫੀ ਬੱਚੇ ਮੈਨੂੰ ਪੁੱਛਦੇ ਆ ਸਰ ਬਾਇਓ ਚ ਫਿਜ਼ਿਕਸ ਕਿਉਂ ਲਾ ਰੱਖੀ ਹੈ ਇਹਨਾਂ ਨੇ, ਤਾਂ ਉਹ ਬੇਸਿਕਲੀ ਜਿਹੜੀਆਂ ਬਾਇਓਮੈਡੀਕਲ ਟੈਕਨੋਲੋਜੀਜ਼ ਹੈ ਜੋ ਪ੍ਰੋਸਥੈਟਿਕਸ ਪੜ ਰਹੇ ਆ ਆਪਾਂ, ਸਾਰੇ ਇੰਟਰਲਿੰਕਡ ਹੈ। ਤੁਸੀਂ ਪੜੋਗੇ ਬਲੱਡ ਵੈਸਲਸ ਦੇ ਉੱਪਰ ਓਹਮਸ ਲਾ ਲੱਗਣਗੇ, ਹੁਣ MBBS ਦੇ ਅੰਦਰ ਜਾਓਗੇ ਕੈਪਿਲਰੀਜ਼ ਹੈ ਸਾਰੇ ਸਾਰੀਆਂ ਕੈਪਿਲਰੀਜ਼, ਬਰਨੌਲੀਜ਼ ਥਿਊਰਮ ਲੱਗਣਗੀਆਂ, ਸਨੈਲਸ ਲੋ ਲੱਗਣਗੇ, ਤੁਸੀਂ ਕਹੋਗੇ ਫਿਜ਼ਿਕਸ ਕੈਮਿਸਟਰੀ ਬਾਇਓ ਇੱਕ ਹੋ ਜਾਏਗੀ ਹਾਇਰ ਲੈਵਲ ਤੇ। ਬਟ ਜਿਹਦੇ ਬੇਸਿਕਸ ਕਲੀਅਰ ਹੈ ਉਹ ਉਦੋਂ ਵੀ ਇੰਜੋਏ ਕਰੇਗਾ। ਬਾਕੀ ਇਹ ਰਿਲੈਕਸ ਰਹੋ, ਟੈਨਸ਼ਨ ਫਰੀ ਰਹੋ, ਐਂਥੂਸੀਆਸਟਿਕ ਰਹੋ। ਨੰਬਰ ਘੱਟ ਆ ਗਏ ਤਾਂ ਇਹਦਾ ਮਤਲਬ ਇਹ ਨਹੀਂ ਹੈ ਤੁਸੀਂ ਮੈਡੀਕਲ ਕਾਲਜ ਨਹੀਂ ਜਾਓਗੇ। ਨੰਬਰ ਘੱਟ ਆ ਗਏ ਵੀਕਨੈਸ ਹੈ, ਔਰ ਵੀਕਨੈਸ ਕੱਢਣ ਲਈ 8 ਘੰਟੇ ਵੀ ਲੱਗਦੇ ਹੁੰਦੇ ਆ, 18 ਘੰਟੇ ਵੀ ਲੱਗਦੇ ਹੁੰਦੇ ਆ, 38 ਘੰਟੇ ਵੀ ਲੱਗਦੇ ਹੁੰਦੇ ਆ। ਜਦ ਤੱਕ ਨਹੀਂ ਨਿਕਲ ਰਹੀ ਬਸ ਰੁਕਣਾ ਨਹੀਂ, ਹੋਰ ਕੋਈ ਕੰਮ ਬਾਰੇ ਨਹੀਂ ਸੋਚਣਾ। ਮੇਰੇ ਦਿਮਾਗ 'ਚ ਆ ਰਿਹਾ ਹੈ ਮੈਂ ਯਾਰ ਪੀਜ਼ਾ ਖਾ ਲਾਂ, 버ਗਰ ਖਾ ਲਾਂ, ਮੈਂ ਨਵਾਂ ਮੋਬਾਈਲ ਲੈ ਲਾਂ, ਮੇਰੇ ਦੋਸਤ ਨੇ ਮੋਬਾਈਲ ਲੈ ਲਿਆ, ਮੈਂ ਬੁਲਟ ਲੈ ਲਾਂ। ਉਹ ਦਿਲ ਦੇ ਅੰਦਰ ਤਾਂ ਬੁਲਟ ਵੜਿਆ ਹੋਇਆ ਹੈ, ਤਾਂ ਉਹਨੇ ਫਿਜ਼ਿਕਸ ਕੈਮਿਸਟਰੀ ਬਾਇਓ ਕਿੱਥੇ ਸਿੱਖਣ ਦੇਣੀ ਹੈ ਤੁਹਾਨੂੰ। ਇੱਕ ਗੱਲ ਸਮਝ ਲਓ, ਤੁਹਾਡੀ ਮਦਰ ਫਿਜ਼ਿਕਸ ਕੈਮਿਸਟਰੀ ਬਾਇਓ ਹੈ ਜਦ ਤੱਕ ਤੁਹਾਡਾ ਰੈਂਕ ਨਹੀਂ ਆਉਂਦਾ। ਇਸ ਤੋਂ ਇਲਾਵਾ ਜੋ ਵੀ ਸੋਚ ਰਹੇ ਹੋ ਸਭ ਬਕਵਾਸ ਹੈ। 7 ਮਹੀਨੇ ਬਾਅਦ ਤੁਹਾਡਾ ਐਂਟਰੈਂਸ ਹੋ ਜਾਏਗਾ, 8th 9th 10th ਮਹੀਨੇ ਤੁਸੀਂ ਐਬਸੋਲੂਟਲੀ ਫ੍ਰੀ ਹੋ, ਔਰ MBBS ਐਵੇਂ ਹੋ ਜਾਏਗਾ ਜਿਵੇਂ ਆਪਾਂ 9th 10th ਕਰਦੇ ਆ ਨਾ, ਸੇਮ ਉਹੀ ਵੇ। ਆਪਣਾ ਕਾਲਜ ਜਾਣਾ, ਕਾਲਜ ਜਾ ਕੇ ਥੋੜਾ ਜਿਹਾ ਹੋਮਵਰਕ ਰਿਵਾਈਜ਼ ਕਰਨਾ ਤੇ ਆਪਣਾ ਇੰਜੋਏ ਕਰਨਾ। ਔਰ ਜਿੰਨੇ ਵਧੀਆ ਕਾਲਜ 'ਚ ਜਾਓਗੇ, ਜਿੰਨੇ ਵਧੀਆ ਸ਼ਹਿਰ 'ਚ ਜਾਓਗੇ, ਉਹਨਾਂ ਤੁਹਾਡੀ ਲਾਈਫ ਬੈਟਰ ਹੋ ਜਾਏਗੀ। ਅੱਜ ਏਮਸ ਰਿਸ਼ੀਕੇਸ਼ ਹੈ, ਪਿੱਛੇ ਗੰਗਾ ਜੀ ਵਹਿ ਰਹੀ ਹੈ, ਤੁਸੀਂ ਉਹਦਾ ਮਾਹੌਲ ਦੇਖੋਗੇ ਤੁਹਾਨੂੰ ਲੱਗੇਗਾ ਹੈਵਨ ਹੈ, ਉਹ ਸਵਰਗ ਹੈ। ਅੱਜ ਦਿੱਲੀ ਜਾਓਗੇ, ਦਿੱਲੀ ਦੇ ਅੰਦਰ 1400 ਰੁਪਏ ਫੀਸ ਹੈ ਸਾਲ ਦੀ, 1400, ਔਰ ਮੈਡੀਕਲ ਕਾਲਜ ਪਟਿਆਲਾ ਦੀ ਫੀਸ ਕਿੰਨੀ ਹੈ 10 ਲੱਖ ਰੁਪਏ। ਫੀਸ ਦਾ ਫਰਕ ਦੇਖ ਲਓ ਕਿੰਨਾ ਜ਼ਬਰਦਸਤ ਹੈ। ਇੱਕ ਵਾਰ ਲੇਵਰ ਕਰੋਗੇ, ਬੇਸਿਕਸ ਕਲੀਅਰ ਕਰੋਗੇ, ਗਰੰਟਿਡ ਰੈਂਕ ਆਏਗਾ। ਔਰ ਕੂਲਨੈਸ ਡਿਵੈਲਪ ਕਰੋ। ਨੰਬਰ ਘੱਟ ਤੇ ਵੱਧ ਆਉਂਦੇ ਹੁੰਦੇ ਆ, ਸਭ ਦੇ ਆਉਂਦੇ ਹੁੰਦੇ ਆ। ਕੁਐਸਚਨ ਟੀਚਰਸ ਦੇ ਵੀ ਗਲਤ ਹੁੰਦੇ ਹੁੰਦੇ ਆ ਵੀ ਠੀਕ ਹੈ ਤੁਸੀਂ ਪਹਿਲੀ ਵਾਰ ਕਰ ਰਹੇ ਹੋ ਗਏ, ਕੋਈ ਬਹੁਤ ਬੜਾ ਇਸ਼ੂ ਨਹੀਂ। ਮਤਲਬ ਸਿਰ ਲਟਕਾ ਕੇ 2 ਦਿਨ ਖਰਾਬ ਕਰਨਾ, ਮੇਰੇ ਤੋਂ ਨੰਬਰ ਕਮ ਆ ਗਏ थे, क्या हो गया नंबर घट आ गए, दोबारा एनालिसिस करो। टीचर ਨੂੰ ਕਹਿ ਦੋ ਸਰ ਮੈਂ ਦੁਬਾਰਾ ਚੈਪਟਰ ਰਿਵਾਈਜ਼ ਕੀਤਾ, ਮੇਰਾ ਪਲੀਜ਼ ਦੁਬਾਰਾ ਟੈਸਟ ਲੈ ਸਕਦੇ ਹੋ। ਉਸ ਦਿਨ ਮੈਂ ਉਹਨਾਂ ਤਿਆਰ ਨਹੀਂ ਸੀਗਾ। ਬਸ ਆਪਣੀਆਂ ਗਲਤੀਆਂ ਰਿਕੋਗਨਾਈਜ਼ ਕਰਦੇ ਜਾਓ, ਅੱਗੇ ਵਧਦੇ ਜਾਓ। ਕੱਲ ਤੁਸੀਂ ਇੱਥੇ ਖੜੇ ਹੋਵੋਗੇ, ਮੇਰਾ ਚੈਲੰਜ ਹੈ। ਬਟ ਅਗਰ ਉਹੀ ਚੀਜ਼ਾਂ ਕਰਦੇ ਰਹੇ, 50% ਸਿਲੇਬਸ ਕਰ ਲਿਆ, 50% ਨਹੀਂ ਕੀਤਾ, 50% ਦੀਆਂ ਤਾਂ 4 ਕਿਤਾਬਾਂ ਪੜ੍ਹਤੀਆਂ, 50% ਸਿਲੇਬਸ ਟੱਚ ਵੀ ਨਹੀਂ ਕੀਤਾ, ਕਿਤੇ ਨਹੀਂ ਪਹੁੰਚਦੇ, ਕਿਤੇ ਨਹੀਂ ਪਹੁੰਚਦੇ। ਪੂਰਾ ਯੂਨੀਫਾਰਮ ਸਿਲੇਬਸ ਤੁਹਾਡਾ ਕਵਰ ਹੋਣਾ ਚਾਹੀਦਾ ਹੈ, ਫਸਟ ਚੈਪਟਰ ਤੋਂ ਲੈ ਕੇ ਲਾਸਟ ਚੈਪਟਰ ਤੱਕ। एनवायरमेंटल केमिस्ट्री उन्नी ही इंपॉर्टेंट है जिन्ना हाइड्रोकार्बन्स, बायोडाइवर्सिटी उन्नी ही इंपॉर्टेंट है जिन्नी जेनेटिक्स। उन जेनेटिक्स के ऊपर तो पूरी जान लाती, वो बायोडाइवर्सिटी सर इसमें रट्टा बहुत है। हाँ भाई कल 10-10 हज़ार दवाइयां के नाम याद रखने पैणगे, 50-50 हज़ार सिम्टम्स के नाम याद रखने पैणगे। तुसी की कहोगे उत्थे जाके, हमसे तो याद नहीं होता। तो अपने दिमाग के स्फीयर्स ਨੂੰ ब्रॉड करते जाओ ਤੇ ਭੱਜਦੇ ਜਾਓ, बिना डरे बिना रोए। टेस्ट के अंदर नंबर घट आए हैं, सिर्फ इको ही चीज़ मांग रहा टेस्ट ਤੁਹਾਡੇ ਤੋਂ एनालिसिस। अगर ਤੁਸੀਂ रो रहे हो, पढ़ाई ਛੱਡ ਰਹੇ ਹੋ, इसका मतलब ਤੁਹਾਡਾ ਪੜਨ ਦਾ ਮੂਡ ਹੀ ਨਹੀਂ। ਹਾਂ ਬਹਾਨਾ ਲੱਭ ਲਿਆ ਤੁਸੀਂ, ਬਹਾਨਾ ਲੱਭ ਲਿਆ ਘੱਟ ਨੰਬਰ ਆ। ਇਹ ਚੀਜ਼ ਮੇਰੇ ਨਾਲ ਵੀ ਹੋਈ ਸੀ ਜਦੋਂ ਮੈਂ ਐਨਟੀ ਦੇ ਪੇਪਰ ਦਿੰਦਾ ਹੁੰਦਾ ਸੀ ਨਾ, ਤਾਂ ਐਨਟੀ ਦੇ ਵਿੱਚ ਐਵਰੇਜ ਮਾਰਕਸ ਮੇਰੇ 580 ਜਾਂ 640 ਦੇ ਵਿੱਚ ਆ ਰਹੇ ਸੀ। ਤਾਂ ਇੱਕਦਮ ਕੀ ਸਡਨਲੀ ਇੱਕ ਬੜਾ ਮੁਸ਼ਕਿਲ ਪੇਪਰ ਆ ਗਿਆ, ਉਹਦੇ ਵਿੱਚ ਮੇਰੇ ਨੰਬਰ ਕਿਹੜੇ 480। ਨੀਟ ਤੋਂ 2 ਜਾਂ 1.5 ਮਹੀਨੇ ਪਹਿਲਾਂ ਦੀ ਗੱਲ ਹੈ। ਮੈਂ ਡਰ ਗਿਆ, ਮੈਂ ਕਿਹਾ ਯਾਰ ਜੀਐਮਸੀ ਵੀ ਗਈ ਹੱਥੋਂ, ਪਟਿਆਲਾ ਵੀ ਗਿਆ, ਮੈਂ ਤਾਂ ਡਾਕਟਰੀ ਹੋ ਗਈ। ਮੈਂ ਇੰਨਾ ਜ਼ਿਆਦਾ ਡਿਪਰੈਸ, ਮੈਂ ਟੀਚਰਸ ਨਾਲ ਗੱਲ ਕਰ, ਮਾਸਟਰ ਐਂ ਕਰਕੇ ਹੋ ਗਿਆ। ਸਰ ਕਹਿੰਦੇ ਕੋਈ ਗੱਲ ਨਹੀਂ ਬੇਟਾ, ਤੂੰ ਟੈਸਟ ਕਰ ਦਿਓ। ਟੈਸਟ ਮਤਲਬ ਟੈਸਟ ਹੀ ਐਸਾ ਸੀ, ਮਤਲਬ ਵੀ ਨੀਟ ਤਾਂ ਮੰਗ ਹੀ ਨਹੀਂ ਰਿਹਾ ਇਹਦੇ ਵਿੱਚ, ਮਤਲਬ ਸਾਰੇ ਹੀ ਕੁਐਸਚਨ ਕੁਝ ਇਸ ਤਰੀਕੇ ਨਾਲ। ਤਾਂ ਹਰ ਪੁਆਇੰਟ ਪਤਾ ਕੀ ਦੇਖੋ, ਇੱਕ ਚੀਜ਼ ਦੇਖੋ,
ਇਹਨੂੰ ਕਿਹਾ ਗਿਆ ਛੱਡ ਦੇ, ਇਹਨੇ ਇੱਕ ਸਕਿੰਟ ਲਗਾਇਆ, ਇਹਨੂੰ ਕਹਿੰਦੇ ਵਿਸ਼ਵਾਸ। ਵੀ ਸਰ ਨੇ ਕਿਹਾ ਹੈ, ਕੁਝ ਸੋਚ ਕੇ ਕਿਹਾ ਹੈ। ਆਮ ਬੱਚਾ ਕੀ ਕਹਿੰਦਾ ਹੈ, यार नहीं नंबर ही आने चाहिए इसी में, ऐसे मेरे को तो बच्चे यही भी करूंगा। ऐसे बच्चे भी सीखे जिन्होंने ने किया भी शायद ना सबको ये क्वेश्चन खुद नहीं आता ਤਾਂ ਛੱਡਣੇ ਤਾਂ ਛੱਡਵਾ ਉਹ ਡ੍ਰੌਪਰ ਵਿੱਚ ਬੈਠੇ ਆ ट्रस्ट जरूरी है यार, एक ट्रस्ट बनाओ, एक ट्रस्ट बहुत जरूरी है। ट्रस्ट ਜਿਹੜੇ ਐਸੇ ਹੁੰਦੇ ਨੇ जब किसी टीचर को आ रहे हो, जिस चीज में फीस दे रहे हो तो ट्रस्ट भी दे रखो यार, अदरवाइज हम देखो मैं अर्शकवल ਦਾ ਰਿਜ਼ਲਟ ਤਾਂ अर्शकवल ਕੋਲ ਵੀ ਰੀਜ਼ਨਸ ਹੈ, ਮੈਨੂੰ ਤਾਂ 3 ਰੀਜ਼ਨ ਪ੍ਰਾਈਮ ਦਿਖੇ ਜਿਹਦੇ ਕਰਕੇ ਮੈਂ ਕਹਿੰਦਾ अर्शकवल ਉਰ ਤੱਕ ਲੀਡ ਲੈ ਕੇ ਗਿਆ। ਪਹਿਲਾ, ਇਹਨੇ ਸਬਜੈਕਟਸ ਨੂੰ ਮਜ਼ੇ ਨਾਲ ਕਰਿਆ ਬਹੁਤ ਜ਼ਿਆਦਾ, ਦੈਟਸ ਵਾਈ ਬਹੁਤ ਡੀਪਲੀ ਕਲੈਰਿਟੀ ਅੱਛੀ ਤਰ੍ਹਾਂ ਸਿੱਖਿਆ। ਇਹਨੇ ਨੰਬਰਾਂ ਨੂੰ, ਏਮਸ ਨੂੰ ਟਾਰਗੇਟ ਨਹੀਂ ਰੱਖਿਆ ਸੀ, ਸਬਜੈਕਟ ਦੇ ਮਜ਼ੇ ਨੂੰ, ਸਬਜੈਕਟ ਦੀ ਨੌਲੇਜ ਨੂੰ, ਹਰ ਕਨਸੈਪਟ ਦੀ ਕਲੈਰਿਟੀ ਨੂੰ ਫੀਲ ਕਰਕੇ, ਜਿਵੇਂ ਕਲਾਸ ਕਹਿ ਰਹੇ ਮਜ਼ਾ ਲੈ ਰਿਹਾ ਸੀ, ਉਹੀ ਬੱਚਾ ਲਏਗਾ ਜਿਹੜਾ ਸਬਜੈਕਟ ਨਾਲ ਇੰਜੋਏ ਕਰ। ਸੋ ਪ੍ਰਾਈਮ ਚੀਜ਼ ਮੈਂ ਕਲਾਸਾਂ ਪੜ੍ਹਾਉਂਦੇ ਹੋਏ ਕਿੰਨੇ ਵਾਰ ਕਹਿਣਾ ਵੀ ਯਾਰ ਸਮਝ ਆ ਗਿਆ, ਫਿਰ ਨਹੀਂ ਗੱਲ ਨਹੀਂ ਬਣੀ, ਮਜ਼ਾ ਆਉਣਾ ਜ਼ਰੂਰੀ ਹੈ ਨਾਲ, ਕੱਲਾ ਸਮਝਣਾ ਨਹੀਂ ਹੈ ਮੇਰੀ ਕਲਾਸ 'ਚ, ਪਲੀਜ਼ ਕੱਲੇ ਸਮਝਣ ਵਾਸਤੇ ਨਾ ਹੋਵੇ, ਮਜ਼ਾ ਆਉਣਾ ਚਾਹੀਦਾ ਟੌਪਿਕ ਦਾ, ਤਾਂ ਅੰਦਰ ਰਹੇਗਾ, ਤਾਂ ਤੁਸੀਂ ਉਹਨੂੰ ਅਪਲਾਈ ਕਰੋਗੇ। ਸੋ ਪਹਿਲਾ ਸਭ ਤੋਂ ਪ੍ਰਾਈਮ ਸਾਰੇ ਵਿੱਚ ਨੰਬਰ ਨਹੀਂ, ਸਬਜੈਕਟ ਦਾ ਮਜ਼ਾ, ਸਬਜੈਕਟ ਦੀ ਫੀਲ ਪਹਿਲਾ। ਦੂਸਰਾ, ਇਹਦਾ ਸਿਸਟਮ ਤੇ ਵਿਸ਼ਵਾਸ, टीचर्स पे विश्वास, जो किया जा रहा है बेटे नहीं ओके सर, ये करना है ओके सर, ये टेस्ट देना है ओके सर, नहीं देना ओके सर, बिलीव। क्योंकि बेटे ਅਸੀਂ ਹਮੇਸ਼ਾ ਤੁਹਾਡਾ ਅੱਛਾ ਹੀ ਚਾਹਾਂਗੇ ਨਾ, ਅਸੀਂ ਚਾਹਾਂਗੇ ਥੋੜਾ ਟਾਈਮ ਬਚੇ, ਤੁਹਾਨੂੰ ਬੈਸਟ ਤੋਂ ਬੈਸਟ ਗਾਈਡੈਂਸ ਦੇ ਸਕੀਏ। ऑल ਚੈਪਟਰਸ ਇਕੁਅਲੀ ਗੁੱਡ ਸਾਨੂੰ ਪਤਾ ਹੈ ਨਾ, ਤੁਹਾਨੂੰ ਅੱਜ ਇੱਕ ਚੈਪਟਰ ਦਿਖ ਰਿਹਾ ਹੁੰਦਾ ਸਰ इसका ये भी कर ले ये भी कर ले, ਸਾਨੂੰ ਪੂਰਾ ਸਿਲੇਬਸ ਦਿਖ ਰਿਹਾ, 3 ਸਬਜੈਕਟ ਦਿਖ ਰਹੇ, ਤੁਸੀਂ ਪਹਿਲੀ ਵਾਰ ਕਰ ਰਹੇ ਹੋ ਤਿਆਰੀ, ਅਸੀਂ ਤਾਂ 20 ਸਾਲ ਤੋਂ ਦੇਖ ਰਹੇ ਹਾਂ ਬੱਚਿਆਂ ਨੂੰ, ਸਾਨੂੰ ਪਤਾ ਐਂਡ 'ਚ ਕੀ ਹੋਣ ਵਾਲਾ ਹੈ, ਸਿੰਪਲ। ਸੋ ਫਸਟ ਸਬਜੈਕਟਸ ਨੂੰ ਮਜ਼ੇ ਨਾਲ ਕਰੋ, ਫੀਲ ਨਾਲ ਕਰੋ, ਔਰ ਇਹ ਕੋਈ ਪੜ੍ਹਾਈ ਦਾ ਐਂਡ ਥੋੜੀ ਹੋ ਗਿਆ, ਨੀਟ ਹੋ ਗਿਆ ਫਿਰ ਉਹੀ ਗੱਲ, ਸਰਕੂਲੇਟਰੀ ਤੇ 40 ਚੈਪਟਰ ਕਰਨੇ ਆ ਹੁਣ, ਇਹਨੇ ਮਜ਼ਾ ਲੈ ਲੈਣਾ ਉੱਥੇ ਵੀ, ਬਾਕੀਆਂ ਲਈ ਉਹ ਯਾਰ ਹमें सोचा था तो मजे हो जाएंगे, एक होगा इन्ना का मजा आ रहा है, देख सर्कुलेटरी च क्या मजा आ रहा है, ही इज एंजॉयिंग दैट ना, ਇਹਦੇ ਲਈ ਪੜ੍ਹਾਈ ਬਰਡਨ ਨਹੀਂ, ਇਹਦੇ ਲਈ ਫਨ ਹੋ ਚੁੱਕਿਆ। ਸੋ ਉਹ ਚੀਜ਼ ਬਤਾਓ, ਤੁਸੀਂ ਅੱਜ ਵੀ ਖੁਸ਼ ਹੋ ਜਾਓਗੇ, ਅੱਗੇ ਵਾਸਤੇ ਵੀ ਖੁਸ਼ ਹੋ ਜਾਓਗੇ। ਰਿਜ਼ਲਟਸ, ਆਊਟਕਮਸ ਉਹ ਬਾਈ ਪ੍ਰੋਡਕਟ ਹੈ, ਉਹ ਦੇ ਆਰ ਨੋਟ ਟਾਰਗੇਟਸ, ਓਕੇ। ਸੋ ਸਬਜੈਕਟਸ ਦਾ ਮਜ਼ਾ, ਦੂਸਰਾ ਬਿਲੀਫ, ਤੀਸਰਾ ਬਹੁਤ ਹੀ ਰੈਲੀਵੈਂਟ ਪੜ੍ਹਨਾ, ਉਹ ਬਿਲੀਫ ਨਾਲ ਹੀ ਕਨੈਕਟਡ ਹੈ। ਅਸੀਂ ਇਹਨੂੰ ਕਹਿ ਦਿੰਦੇ ਜਿਵੇਂ ਐਨਡੀਏ ਟੈਸਟ ਕਿਆ ਛੱਡ ਦੇ, ਨਹੀਂ ਤਾਂ ਐਨਟੀਏ ਨੂੰ ਚੈਲੰਜ ਕਰ ਰਹੇ ਸਰ। ਤੁਸੀਂ ਸੋਚੋ ਐਨਟੀਏ ਨੇ ਤਾਂ ਨੀਟ ਲੈਣਾ ਹੈ, ਸਰ ਨੇ 1 ਮਿੰਟ 'ਚ ਕਹਿਤਾ ਪੇਪਰ ਦੇਖਿਆ, ਓਏ ਇਹ ਕੀ ਹੈ, ਰਹਿਣ ਦੇ, ਇਹ ਨਹੀਂ ਹੈਗਾ ਨੀਟ, ਐਨਟੀਏ ਨੇ ਨੀਟ ਬਣਾਉਣਾ ਹੈ। ਅਸੀਂ ਕੌਨਫੀਡੈਂਸ ਨਾਲ ਕਹਿ ਰਹੇ ਹਾਂ ਇਹ ਨੀਟ ਨਹੀਂ ਹੈ, ਇਹ ਟੈਸਟ ਨਾ ਦੇ। ਉਹੀ ਗੱਲ ਆਮ ਬੱਚੇ ਕਹਿਣਗੇ ਲੈ ਯਾਰ ਸਰ ਨੇ ਕਿਉਂ ਰੋਕਤਾ, ਇਹ ਕਹਿੰਦਾ ਓਕੇ ਸਰ, ਬਚ ਗਿਆ ਟਾਈਮ। ਇੱਕ ਹੋਰ ਆਨਲਾਈਨ ਟੈਸਟ ਵਿਦਾਂਤੂ ਦਾ ਕਹਿ ਰਹੇ ਸੀਗੇ, ਉਹ 10 ਕੁਝ ਉਹੀ 10 ਦੇ ਕੱਲ ਗੱਲ ਕਰ ਰਿਹਾ ਸੀ। ਐਕਚੁਅਲੀ ਕੀ ਹੋਇਆ ਕਿ ਮਤਲਬ ਜਦੋਂ ਮੈਂ ਤਿਆਰੀ ਕਰਦਾ ਸੀ ਤਾਂ ਮੈਂ ਇੱਧਰ ਉੱਧਰ ਟੈਸਟ ਵੀ ਦੇ ਦਿੰਦਾ ਹੁੰਦਾ ਸੀ। ਮੈਂ ਵਿਦਾਂਤੂ ਦੇ ਇੱਕ ਟੈਸਟ ਦਿੱਤਾ, ਰੈਜ਼ੋਨੈਂਸ ਦਿੱਤੇ ਸੀ ਇੱਕ ਵਾਰੀ, ਹਾਂ ਸਰ ਵਿਦਾਂਤੂ ਦਾ ਤੇ ਸੀ ਤੇ ਐਲਨ ਦੇ ਦਿੱਤਾ। ਵਿਦਾਂਤੂ ਦੇ ਇੱਕ ਟੈਸਟ ਵਿੱਚ 10 ਕੁਐਸਚਨਸ ਗਲਤ, ਵਿਦਾਂਤੂ ਦੇ ਟੈਸਟ 'ਚ 10 ਕੁਐਸਚਨਸ ਗਲਤ। ਮੈਂ ਉਹਨਾਂ ਦੇ ਅਦਰਵਾਈਜ਼ ਦੂਸਰੇ ਸਕੋਲਰਸ਼ਿਪ ਟੈਸਟ ਵੀ ਦਿੰਦਾ ਹੁੰਦਾ ਸੀਗਾ, ਤਾਂ ਮੇਰੇ ਕੋਲ ਮਤਲਬ ਜਿਵੇਂ ਸਕੋਲਰਸ਼ਿਪ ਦਿੱਤਾ ਮੈਨੂੰ ਉਹਨਾਂ ਦੇ ਕਾਲ ਆਉਂਦੀ ਸੀ ਵੀ ਸਰ ਆਪ ਹਮਾਰਾ ਮਟੀਰੀਅਲ ਲੈ ਲਓ। ਤੇ ਇਹ ਟਰਸਟ ਬਹੁਤ ਜ਼ਰੂਰੀ ਹੈ। ਮੈਂ ਸਿੱਧਾ ਸਰ ਕੋਲ ਕਰਿਆ, ਮੈਂ ਸਰ ਨੂੰ ਕਿਹਾ, ਮੈਂ ਨਹੀਂ ਸੋਚਿਆ ਵੀ ਸਰ ਕਹਿਣਗੇ ਵੀ ਯਾਰ ਵਿਦਾਂਤੂ ਵਾਲੇ ਉਹਨਾਂ 'ਚ ਬਾਇਓ ਵੀ ਹੋਗੀ, ਨਹੀਂ ਮੈਂ ਆਪਣਾ ਸਬਜੈਕਟ ਕਿਉਂ ਖਰਾਬ ਕਰਾਂ, ਮੈਂ ਇਹ ਚੀਜ਼ ਨਹੀਂ ਸੋਚੀ, ਟਰਸਟ। ਮੈਂ ਕਿਹਾ ਸਰ ਵੀ ਵਿਦਾਂਤੂ ਵਾਲੇ ਮੈਨੂੰ ਐਂ ਕਹਿੰਦੇ ਵੀ ਸਾਡਾ ਮਟੀਰੀਅਲ ਲੈ ਵੀ ਲਵਾਂ ਇਹਨਾਂ ਦੀ ਜਾਂ ਨਾ, ਸਰ ਕਹਿੰਦੇ ਨਾ ਬੇਟਾ ਕੋਈ ਲੋੜ ਨਹੀਂ। ਮੈਂ ਸੋਚ ਲੈਂਦਾ ਵੀ ਨਹੀਂ ਯਾਰ ਸਰ ਦਾ ਮਟੀਰੀਅਲ ਚਾਹੀਦਾ ਹੁੰਦਾ, ਮੈਂ ਖੁਦ ਖਰੀਦ ਕੇ ਸਭ ਨੂੰ ਦੇ ਦਿੰਦਾ। ਸਭ ਤੋਂ ਬੜੀ ਗੱਲ ਬੇਟੇ ਪੂਰੇ ਹਿੰਦੁਸਤਾਨ ਦਾ ਮਟੀਰੀਅਲ ਰੁਲ ਰਿਹਾ ਸਾਡੇ ਕੰਪਿਊਟਰ ਸਾਡੇ ਘਰਾਂ 'ਚ, ਔਰ ਫੋਟੋਸਟੇਟ ਦੀਆਂ 5 ਮਸ਼ੀਨਾਂ ਲੱਗੀਆਂ ਹੋਈਆਂ ਬੇਟੇ। ਰਿਸਰਚ ਕਰਦੀ ਹੈ, ਸਮਾਨ ਨੂੰ ਖਿਲਾਰਨ ਦੀ ਥੋੜੀ ਰਿਸਰਚ ਹੈ। ਤੁਸੀਂ ਇੱਕ ਇੰਸਟੀਚਿਊਟ ਦੋ ਇੰਸਟੀਚਿਊਟ ਦੇ ਗੱਲ 20 ਸਾਲਾਂ ਸੋਚੋ, ਸਾਡਾ ਕੰਮ ਹੀ ਇਹ ਹੈ, ਪੂਰੇ ਸੰਸਾਰ ਦਾ ਮਟੀਰੀਅਲ ਹੈ। ਅੱਗੇ ਸਾਡੀ ਦਿਨ ਰਾਤ ਦੀ ਮਿਹਨਤ ਹੈ, ਉਹਦੇ 'ਚੋਂ ਇੰਨਾ ਕਰਾਣਾ, ਦੇਖਣਾ ਵੀ, ਰਿਵੀਜ਼ਨ ਵੀ ਤਾਂ ਕਰਾਣੀ ਹੈ ਬੱਚਿਆਂ ਦੀ, ਉਹਦੀ ਇੰਨੇ ਪੋਰਸ਼ਨ ਦੀ, ਉਹੀ ਤਾਂ ਮਿਹਨਤ ਹੈ ਬੇਟਾ। ਇੱਕ ਗੱਲ ਤੁਸੀਂ ਉਹ ਤੋਂ ਬਾਅਦ ਫਿਰ ਉਹ ਚੀਜ਼ ਕੁਝ ਗਏ ਰੈਲੀਵੈਂਟ ਜੋ ਹਿਤੇਸ਼ ਸਰ ਨੇ 3 ਗੱਲਾਂ ਦੱਸੀਆਂ ਨਾ, ਉਹ ਬਹੁਤ ਜ਼ਰੂਰੀ ਗੱਲ ਹੈ। ਉਹਦੇ ਅੰਦਰ ਮੈਂ 4th ਗੱਲ ਐਡ ਕਰਦਾ, ਇਹ ਬੱਚੇ ਸੇਮ ਕੈਲੀਬਰ ਦੇ ਹੈ। ਅਸੀਂ ਕਲਾਸ ਦੇ ਅੰਦਰ ਦੇਖਿਆ ਹੋਇਆ, ਕਦੀ 1 ਨੰਬਰ ਉੱਪਰ ਲੈ ਗਿਆ, ਕਦੀ 1 ਨੰਬਰ ਨੀਚੇ ਲੈ ਗਿਆ, ਤੇ ਇਹਨਾਂ ਨੇ ਜਿਹਨੇ ਪੋਜ਼ਿਟਿਵਿਟੀ ਐਂਡ ਤੱਕ ਮੇਨਟੇਨ ਕਰ ਲਈ, ਪੇਪਰ ਦੇ ਅੰਦਰ ਬਹੁਤ ਕੂਲਲੀ ਬੈਠ ਗਿਆ, ਉਹ ਜ਼ਿਆਦਾ ਨੰਬਰ ਲੈ ਗਿਆ। ਜਿਹੜਾ ਪੇਪਰ ਦੇ ਅੰਦਰ ਹਲਕਾ ਜਿਹਾ ਐਕਸਾਈਟਿਡ ਹੋ ਗਿਆ, ਡਿਪਰੈਸ ਹੋ ਗਿਆ, ਉਹ ਨੰਬਰ ਘੱਟ ਲੈ ਗਿਆ।
ਪੇਪਰਸ ਦੁਆਰਾ ਲੈ ਲਓ, ਤੁਸੀਂ ਦੇਖੋਗੇ ਜਿਹੜੇ ਬੱਚੇ ਪਿੱਛੇ ਗਏ ਸੀਗੇ ਕੂਲਨੈਸ ਕਰਕੇ, ਉਹ ਦੁਆਰਾ ਬਰਾਬਰ ਆ ਕੇ ਖੜੇ ਹੋ ਜਾਣਗੇ। ਇਹ 10 20 50 ਨੰਬਰਾਂ ਦਾ ਜਿਹੜਾ ਫਰਕ ਨਜ਼ਰ ਆ ਰਿਹਾ ਹੈ ਨਾ, ਇਹ ਸਾਰਾ ਫਰਕ ਕੂਲਨੈਸ ਦਾ ਹੈ। ਸਾਨੂੰ ਪਤਾ ਹੈ ਮਤਲਬ ਸਾਡੇ ਬੱਚਿਆਂ ਦੀ ਕਿਸ ਲੈਵਲ ਦੀ ਤਿਆਰੀ ਹੁੰਦੀ ਹੈ, ਐਕਸਾਈਟਿਡ ਹੋ ਜਾਂਦੇ ਆ। ਮੈਂ ਬੱਚਿਆਂ ਨੂੰ ਕਲਾਸ ਦੇ ਅੰਦਰ ਬੋਲਦਾ ਹੁੰਦਾ ਸੀਗਾ, ਓਏ ਧਿਆਨ ਨਾਲ ਬੈਠ ਜਾ ਕਲਾਸ ਦੇ ਅੰਦਰ, ਫਿਰ ਤੁਸੀਂ ਪੇਪਰ ਤੋਂ ਪਹਿਲਾਂ ਨਾ ਉਲਟੀਆਂ ਕਰਦੇ ਹੋ, ਠੀਕ ਹੈ, ਸੈਂਟਰ ਤੇ ਜਾ ਕੇ। ਉਹ ਰੀਜ਼ਨ ਕੀ ਹੈ? ਘਬਰਾਹਟ ਹੀ ਇੰਨੀ ਹੋ ਗਈ ਵੀ ਨੀਟ ਦਾ ਪੇਪਰ ਦੇਣ ਆਏ ਆ। ਤਾਂ ਉਸ ਚੀਜ਼ ਨੂੰ ਮੇਨਟੇਨ ਰੱਖੋ, ਆਪਣੇ ਕੌਨਫੀਡੈਂਸ ਨੂੰ ਮੇਨਟੇਨ ਰੱਖੋ ਵੀ ਨਹੀਂ ਯਾਰ ਮੈਂ ਤਿਆਰੀ ਕੀਤੀ ਹੈ, ਮੈਂ ਪੇਪਰ ਨੂੰ ਬੈਟਰ ਪਰਫਾਰਮ ਕਰਕੇ ਆਉਂਗਾ। ਹਰੇਕ ਕੁਐਸਚਨ ਨੂੰ ਧਿਆਨ ਨਾਲ ਪੜ੍ਹਨ ਦੀ ਹੈਬਿਟ ਡਿਵੈਲਪ ਕਰੋ, ਫਟਾਫਟ ਕੁਐਸਚਨ ਕਰਨ ਦੀ ਹੈਬਿਟ ਨਾ ਪਾਓ। ਇਹ ਕੁਐਸਚਨ ਕੀ ਕਹਿਣਾ ਚਾਹੁੰਦਾ ਹੈ, ਇਹ ਕੁਐਸਚਨ ਕੀ ਕਹਿਣਾ ਚਾਹੁੰਦਾ ਹੈ, ਐਗਜ਼ੈਕਟਲੀ ਉਹਨੂੰ ਸੋਚ ਕੇ ਤੁਸੀਂ ਅੱਜ ਤੋਂ ਵੀ ਪ੍ਰੈਕਟਿਸ ਸ਼ੁਰੂ ਕਰੋਗੇ, ਗਰੰਟਿਡ ਮੈਡੀਕਲ ਕਾਲਜ ਪਹੁੰਚ ਜਾਓਗੇ, ਗਰੰਟਿਡ। ਚਾਹੇ ਤੁਹਾਡਾ ਲੈਵਲ ਕੁਝ ਵੀ ਹੈ। ਮੈਂ 7 ਮਹੀਨੇ ਦੇ ਅੰਦਰ ਵੀ ਬੱਚਿਆਂ ਨੂੰ ਡਾਕਟਰ ਬਣਦੇ ਦੇਖਿਆ ਜਿਨ੍ਹਾਂ ਨੂੰ ਪਹਿਲਾਂ ਕੁਝ ਨਹੀਂ ਆਉਂਦਾ ਸੀ। ਬਟ ਇਹ ਕੂਲਨੈਸ, ਇਹ ਕਾਮਨੈਸ ਆਪਣੇ ਅੰਦਰ ਵੀ ਤੁਸੀਂ ਪੇਪਰ ਦੇ ਅੰਦਰ ਰਿਲੈਕਸ ਮਾਈਂਡ ਦੇ ਨਾਲ ਪੇਪਰ ਕਰ ਸਕੋ। ਜਿਹੜਾ ਕੁਐਸਚਨ ਮੈਂ ਤੁਹਾਨੂੰ ਦੱਸ ਰਿਹਾ ਟ੍ਰਾਂਸਕ੍ਰਿਪਸ਼ਨ ਵਾਲਾ ਗਲਤ ਹੋਇਆ ਹੈ, ਇਸ ਦਾ ਵੀ ਗਲਤ ਹੋਇਆ, ਚਿਤਲੀਨ ਦਾ ਵੀ ਗਲਤ ਹੋਇਆ। ਰੀਜ਼ਨ ਕੀ ਹੈ? ਕੁਐਸਚਨ ਪੜ੍ਹਿਆ ਹੀ ਨਹੀਂ ਪੂਰੀ ਤਰ੍ਹਾਂ। ਉਹ ਪੜ੍ਹ ਲਿਆ ਵੀ ਜਿਹੜਾ ਡੀਐਨਏ ਦਾ ਡੁਪਲੈਕਸ ਹੈ ਉਹਨੂੰ ਖੋਲਣ ਲਈ ਕਿਹੜਾ ਇੰਜ਼ਾਈਮ ਚਾਹੀਦਾ ਹੈ, ਟ੍ਰਾਂਸਕ੍ਰਿਪਸ਼ਨ ਵਿੱਚ ਪੜ੍ਹਿਆ ਹੀ ਨਹੀਂ। 5 ਨੰਬਰ ਪਿੱਛੇ ਲੈ ਗਿਆ ਸਾਨੂੰ ਉਹ ਇੱਕ ਕੁਐਸਚਨ। ਐਵੇਂ ਹੀ ਬਾਇਓ ਦੇ ਅੰਦਰ ਗਲਤੀ ਕੀਤੀ, ਫਿਜ਼ਿਕਸ ਵੀ ਕੁਝ ਕੀਤੀ ਹੋਣੀ, ਕੈਮਿਸਟਰੀ 'ਚ ਵੀ ਕੁਝ ਕੀਤੀ ਹੋਣੀ, ਜਿਹਦੇ ਕਰਕੇ ਬੇਟਾ ਉਹ 720 ਤੋਂ ਪਿੱਛੇ ਹੁੰਦੇ ਨੰਬਰ ਘਟਦੇ ਗਏ। ਤਾਂ ਤੁਸੀਂ ਇਸ ਚੀਜ਼ ਨੂੰ ਸਿੱਖੋ, ਇਹਨਾਂ ਦੀ ਗਲਤੀ ਤੋਂ ਸਿੱਖੋ। ਕੁਐਸਚਨ ਮਦਰ ਹੈ ਆਨਸਰ ਦੀ। ਜਿਹਨੂੰ ਕੁਐਸਚਨ ਨਹੀਂ ਸਮਝ ਆਇਆ ਉਹ ਕੁਐਸਚਨ ਸਮਝੋ ਪਹਿਲਾਂ। ਸਾਫ਼ ਦੱਸੋ ਆਪਣੇ ਟੀਚਰ ਨੂੰ, ਇਹ ਨਹੀਂ ਵੀ ਸਰ ਮੇਰੇ ਤੋਂ ਹੋ ਨਹੀਂ ਰਿਹਾ, ਸਾਫ਼ ਦੱਸੋ ਮੈਨੂੰ ਤਾਂ ਕੁਐਸਚਨ ਹੀ ਨਹੀਂ ਸਮਝ ਆ ਰਿਹਾ, ਇਹ ਕਹਿਣਾ ਕੀ ਚਾਹੁੰਦਾ ਹੈ। ਆਪਣੀ ਵੀਕਨੈਸ ਰਿਕੋਗਨਾਈਜ਼ ਕਰੋ, ਤੁਹਾਡੇ ਨੰਬਰ ਕਿਉਂ ਘੱਟ ਆਏ। ਬਾਕੀ ਰਾਜੇ ਰਿਲੈਕਸ ਰਹੋ, ਟੀਚਰ ਤੁਹਾਡੇ ਬਹੁਤ ਸਪੋਰਟਿਵ ਹੈ। ਬਾਕੀ ਇਹ ਸਟੂਡੈਂਟਸ ਵੀ ਤੁਹਾਡੇ ਕੋਲ ਆਉਂਦੇ ਰਹਿਣਗੇ, ਠੀਕ ਹੈ, ਬਟ ਆਪਣੇ ਮਜ਼ੇ ਲਓ ਪੜ੍ਹਾਈ ਦੇ ਅੰਦਰ। ਮੈਡੀਕਲ ਕਾਲਜ ਛੱਡ ਦੋ, ਕਿੱਥੇ ਪਹੁੰਚੋਗੇ, ਫਿਜ਼ਿਕਸ ਕੈਮਿਸਟਰੀ ਬਾਇਓ ਪਕੜੋ, ਸਬਜੈਕਟਸ ਦਾ ਮਜ਼ਾ ਲਓ। काम रहना काफ़ी ज़रूरी है। मतलब जो मैंने याद है जो KPY का पेपर आया ਤਾਂ KPY ਦਾ ਜਿਸ ਦਿਨ ਪੇਪਰ ਸੀਗਾ ਉਸ ਦਿਨ ਸੰਡੇ ਸੀ ਤੇ ਸੰਡੇ ਨੂੰ ਦੁਪਹਿਰੇ 12 ਸਾਢੇ 2 ਵਜੇ ਸੀ। ਮੈਂ 12 ਵਜੇ ਘਰੇ ਬੈਠਾ, ਮੈਂ ਉਹਦੇ ਮੈਨੂੰ ਅੱਜ ਵੀ ਯਾਦ ਹੈ ਫਿਜ਼ਿਕਸ ਦੇ ਇੰਸਟਰੂਮੈਂਟਲ ਵਾਲਾ ਪਾਰਟ ਸੋਲਵ ਕਰ ਰਿਹਾ ਸੀ, ਆਪਟਿਕਸ ਦਾ। ਤੇ ਉਹਦੇ ਵਿੱਚ ਮੈਨੂੰ ਮੇਰੇ ਦੋਸਤ ਦਾ ਫੋਨ ਆਇਆ, ਕਹਿੰਦਾ ਯਾਰ ਅੱਜ KPY ਹੈ। ਮੈਂ ਹਾਂ ਯਾਰ ਮੈਂ ਹੁੰਨਾ ਤਿਆਰ। ਮੈਂ ਕੂਲ ਸੀ, मैं रिलैक्स थी। मैंने ऐसी भी कोई गल नहीं, आराम से जिन्ना आंदा है। मैं बच्चे को सुनता, बच्चे कहते बहुत मुश्किल होता है, ये होता है, वो नहीं क्लियर हो सकता जब तक तुम इतनी वो नहीं है, ये बहुत कुछ बोल रहे थे। मैं उस दिन इस मैं बिल्कुल कूल सी, मैं बिल्कुल काम सीगा। मैं यार बहुत औखा कहते हैं, मैं जिन्ना भी नहीं आंदा मैं उन्ना करें। मैं घरे कह गया सी, मैं जी 2 ਤੋਂ 5 का पेपर है, 1.5 घंटा लगू मैनू। मैं 4 बजे मेरी रोटी बना के मैं घरे पहुंचूंगा। मैं पूरा 2 ਤੋਂ 5 बैठ के पेपर दिता। उस चो इन्ने सारे क्वेश्चंस नोटबुक चो, ऑर्गेनिक चंदी सर दी नोटबुक चो, डायरेक्ट क्वेश्चन चंदी सर दी नोटबुक चो ऑर्गेनिक। मैं हैरान रह गया उत्थे देख के। उस टाइम भी कुछ थोड़ी बहुत मिस्टेक्स करी, कुछ चीज़ां वीक सीगियां मेरियां, बट कूलनेस जरूरी है, कूलनेस जरूरी है। कुछ क्वेश्चन ऐसे भी निकल गए सीगे जो मैंने लगता 6-6 7 महीने हो गए मैं पढ़े ही नहीं सी कदे। वो क्वेश्चंस भी आराम नाल सॉल्व हो गए सी। कूलनेस बहुत जरूरी है, कूलनेस बहुत जरूरी है। शायद यही कूलनेस मैं नीड्स नहीं मेंटेन कर सकिया, ताही मेरे कुछ नंबर कट गए, ताही मेरे कुछ सिली मिस्टेक्स हो। 4 क्वेश्चन गलत होए। ਔਰ ਚਿਤਲੀਨ ਦਾ ਵੀ ਸੇਮ ਇਹੀ ਕੇਸ ਹੋਇਆ, ਸੇਮ ਇਹੀ। ਮੈਨੂੰ ਐਕਸਪੈਕਟਡ ਸੀਗਾ ਵੀ ਇਹ ਮੇਰੇ ਬੱਚੇ 700 ਤੋਂ ਪਾਰ ਜਾਣਗੇ, 100% ਉਹ ਸੀਗਾ ਮਤਲਬ। ਪਰ ਉਹ ਕੂਲਨੈਸ ਹੈ ਜਿਹੜੀ ਪਾਪਾ ਨੇ ਦੱਸਿਆ, ਕਹਿੰਦੇ ਜੀ 1 ਹਫ਼ਤਾ ਹੋ ਗਿਆ, 1 ਹਫ਼ਤੇ ਤੋਂ ਮਤਲਬ ਬੱਚਾ ਟੈਨਸ਼ਨ 'ਚ ਹੈ ਵੀ ਮਤਲਬ ਅੱਜ ਪੇਪਰ ਦੇਣ ਜਾ ਰਿਹਾ ਹੈ। ਮੈਨੂੰ ਲੱਗਿਆ ਮੈਂ ਕਿਹਾ ਇਹ ਗੜਬੜ ਕਰਕੇ ਆਏਗਾ। KPY ਦਾ ਮੇਰਾ ਸਟੇਟਮੈਂਟ ਕਲੀਅਰ ਹੀ ਹੋ ਗਿਆ। ਮੈਂ ਆਰਾਮ ਨਾਲ ਕੂਲ ਮਾਈਂਡ 'ਚ ਗਿਆ ਸੀ, ਬਿਲਕੁਲ ਆਰਾਮ ਨਾਲ ਕੂਲ ਮਾਈਂਡ 'ਚ ਪੇਪਰ ਦੇ। कुछ टेंशन नहीं, कोई गल नहीं, बस ठीक है यार आराम जिन्ना आंदा उन्ना अटैम्प्ट करांगे आराम नाल, कूल माइंड। मैं क्या 1.5 घंटे पेपर हो, मैं घरे पहुंच जाऊंगा, 1.5 घंटे में पेपर छड़ देना। मैंने ऐसे मैंने पूरे 3 घंटे देखे, बस कूल रहो यार, कूल रहो। यही कूलनेस शायद जे मैं रीच मेंटेन करना था मेरा और बेटर है। 720 ਜੋ 720 ਵਾਲੇ ਦੇ ਅੰਦਰ ਇਹ ਕੂਲਨੈਸ ਸੀਗੀ। ਯੈਸ, ਨੌਲੇਜ ਫਰਕ ਨਹੀਂ ਹੈ ਇਹਨਾਂ ਦੇ ਉਹਦਾ। ਪੇਪਰ ਦੇਣ ਆਇਆ ਹੋਇਆ ਸੀਗਾ, ਸੋਚ ਕੇ ਚੱਲ ਯਾਰ ਦੇਖੀਏ ਕੀ ਕਹਿੰਦਾ ਪੇਪਰ। ਹਾਂ, ਵੀ ਇੰਨਾ ਉਹ ਪੜਿਆ, ਐਡਮਿਸ਼ਨ ਨਹੀਂ ਲੈਣ ਆਇਆ ਸੀਗਾ। ਸਹੀ ਗੱਲ ਹੈ। ਬਾਕੀ ਬੇਟਾ ਸਿਲੇਬਸ ਬਹੁਤ ਥੋੜਾ ਹੈ, ਉਹ ਦੇਖਣ 'ਚ ਬੜਾ ਲੱਗੀ ਜਾਂਦਾ ਹੈ। ਬਸ ਉਹਨੂੰ ਕਰੀ ਜਾਓ, ਆਪਣਾ ਇੱਕ ਟਾਰਗੇਟ ਬਣਾਓ, ਮੈਨੇ ਰੋਜ਼ ਇੰਨਾ ਕਰਨਾ ਹੀ ਕਰਨਾ ਹੈ। ਅੱਜ ਮੈਨੇ ਇਹ ਚੈਪਟਰਸ ਖਤਮ ਕਰਕੇ ਸੋਣਾ ਹੈ, ਦਿਨਾਂ ਦੇ ਅੰਦਰ ਸਿਲੇਬਸ ਖਤਮ ਹੋ ਜਾਏਗਾ। 100 ਚੈਪਟਰਸ ਹੈ ਟੋਟਲ, 98 ਚੈਪਟਰਸ ਹੈ ਮੈਡੀਕਲ ਦੇ ਅੰਦਰ, +1 +2 ਦੇ 98 ਚੈਪਟਰਸ ਦੇ ਅੰਦਰ। ਅਗਰ ਆਪਾਂ ਰੋਜ਼ ਵੀ ਇੱਕ ਚੈਪਟਰ ਖਤਮ ਕਰਦੇ ਹਾਂ
ਤਾਂ ਇਹ ਲਗਾ ਲਓ ਤੁਹਾਡਾ 98 ਡੇਜ਼ ਦੇ ਅੰਦਰ ਸਿਲੇਬਸ ਖਤਮ ਹੋ ਜਾਏਗਾ। ਪਰ ਉਹਦੇ ਅੰਦਰ ਅਗਰ ਤੁਸੀਂ ਅੱਜ ਮੈਨੂੰ ਛੁੱਟੀ ਚਾਹੀਦੀ ਹੈ, ਅੱਜ ਮੈਨੂੰ ਡਿਪਰੈਸ਼ਨ ਹੋ ਰਿਹਾ ਹੈ, ਅੱਜ ਮੇਰਾ ਪੜ੍ਹਨ ਦਾ ਮਨ ਨਹੀਂ ਕਰ ਰਿਹਾ, ਇਹ ਨਹੀਂ ਚੱਲੇਗਾ। ਤੁਹਾਡਾ ਐਨਥੀਓ ਹੈ ਜਿਹੜਾ ਉਹ ਤਾਂ ਮੈਡੀਕਲ ਕਾਲਜ 'ਚ ਜਾਂਦਾ ਹੈ, ਔਰ ਤੁਸੀਂ ਗੱਲਾਂ ਬਿਮਾਰਾਂ ਵਾਲੀਆਂ ਕਰ ਰਹੇ ਹੋ। ਬਸ ਇਸ ਚੀਜ਼ ਤੋਂ ਬਾਹਰ ਆਓ, ਬਾਕੀ ਘਬਰਾਓ ਨਾ। ਆਪਾਂ 20 ਰੈਂਕ ਲਵਾਂਗੇ ਔਰ ਬੈਸਟ ਰੈਂਕ ਲਵਾਂਗੇ, ਬੈਸਟ ਮਤਲਬ ਜਿਹੜਾ ਦਿਖੇਗਾ। ਬਟ ਥੋੜਾ ਜਿਹਾ ਬੇਟਾ ਪੋਜ਼ਿਟਿਵਿਟੀ ਨਾਲ ਪੜ੍ਹਨਾ ਸ਼ੁਰੂ ਕਰ ਦਿਓ। ਆਨਲਾਈਨ ਨੇ ਤੁਹਾਡਾ ਬਹੁਤ ਨੁਕਸਾਨ ਕੀਤਾ, ਫਿਜ਼ੀਕਲ ਕੰਟੈਕਟ ਹੀ ਖਤਮ ਹੋ ਗਿਆ। ਮੈਂ ਬੱਚੇ ਨੂੰ ਦੇਖਦਾ, ਬੱਚੇ ਨੂੰ ਦੇਖਦਾ, ਯਾਰ ਇਹ ਮੇਰੇ ਕੋਲ ਪੜ੍ਹਦੀ ਹੈ ਕੁੜੀ, ਇਹ ਕੁੜੀ ਮੇਰੇ ਕੋਲ ਪੜ੍ਹਦੀ ਹੈ, ਯਾਰ ਇਹ ਮੁੰਡਾ ਮੇਰੇ ਕੋਲ ਪੜ੍ਹਦਾ ਹੈ। ਇਹ ਹਾਲਾਤ ਹੋ ਗਏ। ਪਲੱਸ 2 ਦੇ ਬੱਚਿਆਂ ਨੂੰ ਤਾਂ ਫੇਰ ਰਿਕੋਗਨਾਈਜ਼ ਕਰ ਜਾਂਦੇ ਆ, ਪਲੱਸ 1 ਵਾਲਿਆਂ ਨੂੰ ਤਾਂ ਜਮਾ ਹੀ ਨਹੀਂ ਪਤਾ ਲੱਗ ਰਿਹਾ। ਬਿਲਕੁਲ ਹੀ ਪਤਾ ਹੀ ਨਹੀਂ। ਤਾਂ ਉਹ ਇੱਕ ਨੁਕਸਾਨ ਹੈ। ਹੁਣ ਆਕਾਸ਼ ਹੈ, ਮੇਰੇ ਕੋਲ ਆਇਆ, ਸਰ ਕੋਲ ਆਇਆ, ਚੰਦੀ ਸਰ ਕੋਲ, ਕਹਿੰਦਾ ਜੀ ਬਾਇਓ ਨਹੀਂ ਸਮਝ ਆਉਂਦੀ। ਤਾਂ ਮੈਂ ਚੰਦੀ ਸਰ ਨੂੰ ਮਜ਼ਾਕ 'ਚ ਕਿਹਾ, ਮੈਂ ਕਿਹਾ ਯਾਰ ਲੋਕ ਕਹਿੰਦੇ ਆ ਬਾਇਓ 'ਚ ਸਮਝਣ ਵਾਲਾ ਹੈ ਕਿਆ, ਬਾਇਓ ਤਾਂ ਰੱਟਿਆ। ਮੈਂ ਕਿਹਾ ਲੋਕ ਇਹ ਗੱਲ ਬੋਲਦੇ ਆ ਪੂਰੇ ਹਿੰਦੁਸਤਾਨ ਦੇ ਅੰਦਰ, ਮੈਂ ਕਿਹਾ ਇਹ ਕੀ ਸਮਝਣਾ ਚਾਹੁੰਦਾ ਹੈ। ਸੰਡੇ ਕਹਿੰਦਾ ਸਰ ਹਾਂ 7:30 ਵਜੇ ਦੀ ਗੱਲ ਹੈ। ਮੈਂ ਕਿਹਾ ਕੋਈ ਗੱਲ ਨਹੀਂ, ਤੁਸੀਂ ਬੁਲਾਓ ਇਹਨੂੰ, ਮੈਂ ਆਉਂਦਾ। ਮੈਂ ਕਿਹਾ ਬੇਟਾ ਕੀ ਗੱਲ ਨਹੀਂ ਸਮਝ ਆ ਰਹੀ। ਉਹ ਪੜ੍ਹ ਹੀ ਨਹੀਂ ਪਾ ਰਿਹਾ, ਨਾ ਉਹ ਪ੍ਰੋਪਰ ਲੈਕਚਰ ਲਾ ਪਾ ਰਿਹਾ, ਨਾ ਉਹ ਬੁਕਲੇਟ ਪੜ੍ਹ ਪਾ ਰਿਹਾ, ਉਹਨੂੰ ਸਮਝ ਹੀ ਨਹੀਂ ਆ ਰਿਹਾ ਮੈਂ ਕੀ ਕਰਾਂ। ਕਿਉਂਕਿ ਕੰਟੈਕਟ ਨਹੀਂ ਸੀ। ਮੇਰੇ ਕੋਲ ਆਇਆ, ਮੈਂ ਕਿਹਾ ਯਾਰ ਤੂੰ 2 ਦਿਨ ਮੇਰੇ ਕੋਲ ਪਰਸਨਲੀ ਆ। ਹੁਣ ਇਹਦਾ ਬਾਇਓ ਫੇਵਰੇਟ ਸਬਜੈਕਟ ਹੈ, ਔਰ ਇਹਦੇ ਘਰਦਿਆਂ ਨੂੰ ਇਹ ਕਿਹਾ ਸੀਗਾ ਵੀ 2 ਦਿਨ ਦੇ ਦਿਓ ਮੈਨੂੰ। ਸਿਰਫ ਇੱਕ ਵੇ ਹੈ, ਇੱਕ ਸਬਜੈਕਟ ਨੂੰ ਕਰਨ ਦਾ ਇੱਕ ਵੇ ਹੈ। ਜੋ ਤੁਸੀਂ ਉਹ ਵੇ ਪਕੜ ਲੈਂਦੇ ਹੋ, ਸਬਜੈਕਟ ਤੁਹਾਡਾ ਫੇਵਰੇਟ ਹੋਣਾ ਸ਼ੁਰੂ ਹੋ ਜਾਂਦਾ। ਟੈਕਨੀਕ ਹੀ ਨਹੀਂ ਪਤਾ ਹੁੰਦੀ ਕਰਨਾ ਕੀ ਹੈ, ਕਿਵੇਂ ਕਰਨਾ ਹੈ। ਠੀਕ ਹੈ ਬੇਟਾ, ਟੇਕ ਕੇਅਰ, ਬੈਸਟ ਆਫ ਲੱਕ। ਆ ਜਾਇਆ ਕਰੋ ਕਦੀ ਕਦੀ, ਅਸੀਂ ਸੈਂਟਰ ਤੇ ਹੀ ਹੁੰਦੇ ਆ। ਠੀਕ ਹੈ, 11 ਤੋਂ ਲੈ ਕੇ ਸ਼ਾਮ ਦੇ 5-6 ਵਜੇ ਤੱਕ। ਠੀਕ ਹੈ, आओ टेंशन फ्री। बाकी अपनी कुछ मेजर्स हैं, प्रोटेक्टिव मेजर्स हैं, ਤੁਹਾਨੂੰ ਪਤਾ ਹੈ सैनिटाइजर ਦੀ 50 ml ਦੀ ਬੋਤਲ ਜੇਬ 'ਚ ਹੋਣੀ ਚਾਹੀਦੀ ਹੈ ਤੇ N55 ਮਾਸਕ ਲੱਗਿਆ ਹੋਣਾ ਚਾਹੀਦਾ। ਠੀਕ ਹੈ ਜੀ, ਚਲੋ ਓਕੇ ਮਿਲਦੇ ਹਾਂ ਦੁਬਾਰਾ ਆਪਾਂ। ਹੋਰ ਕੋਈ ਦਵਾਈ ਤਾਂ ਨਹੀਂ ਮਿਲੀ ਕਿਸੇ ਦੀ ਵੀ? ਪੁੱਛ ਲਓ ਯਾਰ, ਮੈਂ ਵੀ ਡਰਦਾ ਹੁੰਦਾ ਸੀਗਾ ਜਦੋਂ ਕੋਈ ਸਟੂਡੈਂਟ ਆਉਂਦੇ ਸੀ, ਮੈਂ ਵੀ ਡਰਦਾ ਹੁੰਦਾ ਸੀ, ਮੈਂ ਇਹ ਕਰਕੇ ਐਂ ਕਰਦਾ ਹੁੰਦਾ ਵੀ ਕੁਝ ਪੁੱਛਣਾ ਟੈਨਸ਼ਨ ਫਰੀ ਹੋ ਕੇ ਪੁੱਛ ਲਓ ਯਾਰ। ਇੱਕ ਗੱਲ ਦੱਸਦਾ ਯਾਰ, ਦੇਖੋ ਜੋ ਰੈਂਕਰਸ ਹੁੰਦੇ ਆ, ਜਿਨ੍ਹਾਂ ਦੇ ਵੀ ਰੈਂਕ ਆਉਂਦੇ ਆ, ਠੀਕ ਹੈ ਨਾ, ਤਾਂ ਉਹ ਕੋਈ ਆਸਮਾਨੋਂ ਨਹੀਂ ਉਤਰਦੇ। ਮੇਰੇ ਮੰਮਾ ਅਕਸਰ ਕਹਿੰਦੇ ਬੇਟਾ ਉਹ ਤੁਹਾਡੇ ਬੱਚਿਆਂ 'ਚ ਹੀ ਹੁੰਦੇ ਆ, ਤੁਹਾਡੇ 'ਚੋਂ ਹੀ ਹੋਣਗੇ ਸ਼ਾਇਦ, ਕੀ ਪਤਾ ਤੁਹਾਡੇ 'ਚ ਕੋਈ ਹੋਰ ਨੈਕਸਟ ਟਾਈਮ ਦਿੱਲੀ ਵਾਲਾ ਬੈਠਾ ਹੋਵੇ, ਕੀ ਪਤਾ ਯਾਰ। ਠੀਕ ਹੈ ਨਾ, ਤਾਂ ਕੋਈ ਆਸਮਾਨੋਂ ਨਹੀਂ ਉਤਰਦੇ, ਉਹ ਵੀ ਨਾਰਮਲ ਬੱਚਿਆਂ 'ਚੋਂ ਹੀ ਹੁੰਦੇ ਆ, ਉਹ ਵੀ ਹੋਮੋਸੇਪੀਅਨ ਸੇਪੀਅਨ ਨਹੀਂ ਹੈ। ਠੀਕ ਹੈ ਨਾ, ਤਾਂ ਟੈਨਸ਼ਨ ਨਾ ਲਓ, ਜੇ ਕੁਝ ਵੀ ਆਰਾਮ ਨਾਲ ਪੁੱਛ ਲਓ, ਰਿਲੈਕਸ ਰਹੋ, ਕੁਛ ਹੀ ਪੁੱਛ ਲਓ। ਮੈਂ ਤੁਹਾਡੇ ਦੌਰ 'ਚ ਲੰਘਿਆ ਹੋਣਾ, ਮੈਂ ਹੀ ਜਦੋਂ ਸਟੂਡੈਂਟਸ ਆਉਂਦੇ ਨੇ ਮੈਂ ਵੀ ਡਰ ਕੇ ਆਇਆ ਬਹਿ ਜਾਂਦਾ ਸੀ ਇਹ ਪਾਉਣਾ ਗਿਆ ਤੇ ਕੁਛ ਵੀ ਪੁੱਛਣਾ, ਪੁੱਛ ਲਓ, ਕੁਛ ਵੀ ਆਰਾਮ ਨਾਲ। कोई बात बेटे किसका बस सब +1 मैनेज करनी थोड़ी औखी हो जाती है साथ में +2 के +1 की रिवीजन। टोटल टाइम बेटे सबके पास सेम Same ही है। उसी में से करना है। यहीं पे जब तुम कह रहे हो कि +1 डिफिकल्ट हो जाती है, यहीं पे चीजों का काम आती है। एक्चुअली जो क्लियर ना एक बहुत अच्छा पॉइंट बेटा बताया था उसको मैनेज करने के लिए कि टारगेट बेस्ड, कि आज मैंने ये सोच लिया है कि ये खत्म करके ही उठना, नींद ही नहीं आती उतनी देर। दिस और इज द बेटा बेस्ट वे टू रिवाइज अपने रिसोर्सेज ਤੁਸੀਂ ਪੜ੍ਹ ਕਿਸ ਚੋਂ ਰਹੇ ਹੋ, है ना। कुछ लोग कैम्बल एंड रीस भी करते हैं, है ना। +1 ਜਦੋਂ ਵੀ ਕਰਨੀ ਹੈ ਉਸ ਚੈਪਟਰ ਦੇ ਪ੍ਰੀਵੀਅਸ ਤੋਂ ਸਟਾਰਟ ਕਰ ਲਓ ਬਸ। ਪਹਿਲੇ ਚੈਪਟਰ ਖੋਲੋ, ਪ੍ਰੀਵੀਅਸ ਤੋਂ ਸਟਾਰਟ ਕਰੋ, ਉਹਨਾਂ ਰੈਲੇਵੈਂਟ ਪੜ੍ਹ ਲਓ ਬਸ, ਚੈਪਟਰ ਖਤਮ ਹੋ ਜਾਏਗਾ। एक्चुअली Back side बेटे उन जो बुकलेट है, तो मैं छोटी गल दस, बुकलेट है सेक्शन BCD है ना। ਜਦੋਂ +1 ਚ ਕੀਤੀ ਤੁਸੀਂ BCD ਕਰ ਲਿਆ, ਸੈਕਸ਼ਨ ਸਾਰਾ ਹੋ ਗਿਆ। ਹੁਣ ਰਿਵੀਜ਼ਨ ਵੇਲੇ ਥੋੜਾ BCD ਕਰਨਾ ਹੈ। ਹੁਣ ਤੁਸੀਂ ਮੈਨੂੰ ਪੁੱਛੋਗੇ ਸਰ ਰਿਵਾਈਜ਼ ਕਰਨਾ ਹੈ कैसे करूं, मैं ਦੱਸੂਗਾ बेटे ਤੂੰ ਕੱਲਾ BD ਕਰ। ਫਿਰ ਤੁਸੀਂ ਸ਼ਾयद ਫੋਨ ਕਰੋ ਸਰ ਜ਼ਿਆਦਾ ਲੱਗ ਰਿਹਾ ਹੈ, ਨਾ ਉਹ ਇੱਕ ਕੰਮ ਕਰ ਕੱਲਾ D ਕਰ ਜਾਂ ਕੱਲਾ B ਕਰ। ਹੁਣ ਉੱਥੇ ਦੋ ਰਿਐਕਸ਼ਨਸ ਹੁੰਦੇ ਬੱਚੇ ਦੇ, ਇੱਕ ਲੈ यार सर ने तो मेरा सेक्शन ही छुड़वा दिया। यार सर ने थोड़ी छुड़वा दिया, तेरी से डिस्कस करके। हर पेशेंट की दवाई अलग है ना। कोई पेशेंट ये कह सकता है डॉक्टर को यार मुझे तो ये दवाई क्यों दी थी, मुझे तो वो वाली दो। हर एक की डिसीज अलग है, हर एक की मेडिसिन अलग है। बिलीव करना, इसको बोला गया एनडीके टेस्ट छोड़ दे, शायद कोई और बच्चा होता उसे कहा जाता कर रहे हैं। समझ में आई मेरी बात। तो रिवीजन करनी है आपने। उन्होंने बड़ा अच्छा कहा बेटे सोर्स की है। सोर्स मतलब इन्ना समान तो नहीं चक लिया फिर
ਕਿੱਥੋਂ ਹੋ ਜੂਗੀ ਰਿਵੀਜ਼ਨ ਟਫ ਲੱਗ ਰਹੀ ਹੈ ਰਿਵੀਜ਼ਨ ਨੂੰ revision ਸ਼ਾਰਟ tough ਲੱਗ ਕੀਤਾ ਜਾ ਰਹੀ ਹੈ, ਮਤਲਬ ਗੜਬੜ ਸਕਦਾ ਹੈ। ਵੀ ਕੈਨ ਡੂ ਸੈਕਸ਼ਨ ਵਾਈਜ਼ ਪਹਿਲੀ ਵਾਰ ਕੀਤਾ ਬ੍ਰੇਨ ਡਿਵੈਲਪਮੈਂਟ ਉਹ ਹੋ ਚੁੱਕਿਆ ਹੁਣ ਆਪਾਂ ਨੇ ਸਿਰਫ ਕਨਸੈਪਟਸ ਦੀ ਗੈਦਰਿੰਗ ਕਰਨੀ ਹੈ ਹਾਂ ਸਾਰਾ ਕੁਝ ਆ ਗਿਆ ਆਪਾਂ ਤਾਂ ਓਨਲੀ ਸੈਕਸ਼ਨ ਬੀ ਕਰ ਸਕਦੇ ਹਾਂ ਇਸ ਤਰ੍ਹਾਂ ਪਲੱਸ 2 ਦੀ 70% ਰਿਵੀਜ਼ਨ ਆਪਾਂ ਨੇ 1 ਮਹੀਨੇ ਚ ਕੀਤੀ ਹੈ, ਸਾਰੀ ਕਰਾਈ ਹੈ ਮੈਨੇ ਕਲਾਸ ਇੱਕ ਚੈਪਟਰ ਕਲਾਸ ਚ ਡਿਸਕਸ ਕੀਤਾ ਹੈ ਮੈਨੇ ਸਿੰਗਲ ਬੇਟੇ वही ਕਿਹਾ ਜਾ ਰਿਹਾ ਟੀਚਰ ਨਾਲ ਡਿਸਕਸ ਕਰੋ ਹਮੇਸ਼ਾ ਐਂਡ ਐਟ ਟਾਈਮ ਕਰ ਤੁਹਾਨੂੰ ਲੱਗਿਆ ਯਾਰ ਮੈਂ ਸਰ ਨੂੰ ਫੋਨ ਕੀਤਾ ਸਰ ਤਾਂ ਮਿਲੇ ਨਹੀਂ ਜਾਂ ਮੈਂ ਇੰਸਟੀਟਿਊਟ ਆਇਆ सर ਤਾਂ ਹੈ ਨਹੀਂ अब मैं तो नाराज हो गया मैं नहीं पूछूंगा दैट इज रॉन्ग यार एक्चुअली You should जब listen. समझ रहे हैं तब सोर्सेज अलग होते हैं, जब रिवाइज कर रहे हैं तो सोर्सेज अलग होते हैं। देन यू हैव टू डिस्कस विद योर टीचर यस कि अब रिवीजन कहाँ से और करें। कभी भी प्लीज यू आर ऑलवेज वेलकम बाय ऑल ऑफ अस बेटे हम भी दिन रात लगे हो आप भी दिन रात लगे हुए कभी आपसे कांटेक्ट हमारा नहीं हो पाया इन केस तो ये मैंने फोन किया सर सिग्नल वीक था फोन कट गया सर बात नहीं कर रहे थे यार सर भी फंसे होंगे और भी कर तो यही काम रहे ना हम भी दिन रात हम भी फंसे होंगे दोबारा कर लो सर खींचना चाहिए अरे हम क्यों खींचेंगे यार हम हमेशा हेल्प के लिए हैं समझ में आई ਤੁਸੀਂ ਸੋਚਦੇ ਹੋ ਇੱਕ ਵਾਰੀ ਅਰਸ਼ ਕਮਲ ਦਾ ਫੋਨ ਆਇਆ ਸਰ ਤੁਸੀਂ ਫ੍ਰੀ ਕਦੋਂ ਹੋਗੇ ਮੈਂ ਕਿਹਾ ਮੈਂ ਤਾਂ ਫ੍ਰੀ 7-8 ਵਜੇ ਆਉਂਗਾ ਸਰ ਮੈਂ 9:30 ਫੋਨ ਕਰੂੰਗਾ ਚਲੋ ਜੀ 9:30 ਤੋਂ ਲੈ ਕੇ 12 ਵਜੇ ਤੱਕ ਰਾਤ 3 ਘੰਟੇ ਡਾਊਟ ਚੱਲੇ ਮੈਂ ਕਿਹਾ ਯਾਰ ਇਕੱਠੇ ਕਰ ਲਾ ਅੱਜ ਹੁਣ ਮੈਂ ਨਦੀ ਮੰਨ ਕੇ ਚੱਲ ਪੂਰਾ ਤੇਰੇ ਵਾਸਤੇ ਡਿਵੋਟਡ ਹੈ ਇਹਦੇ 15-20 ਦਿਨ ਡਾਊਟ ਸੀਗੇ ਸਾਰੇ ਕਲੀਅਰ ਉਸ ਤੋਂ ਬਾਅਦ ਇਹਨੂੰ ਤਸੱਲੀ ਹੋ ਗਈ ਕੋਈ ਖਾਸ ਗੱਲ ਨਹੀਂ ਲੇਟ ਆ ਸੀ ਫਿਰ ਕੀ ਹੋ ਗਿਆ ਥੋੜਾ ਮੈਨੇਜ ਕਰੋ ਥੋੜਾ ਕੂਲ ਰਹੋ ਕੌਨਫੀਡੈਂਸ ਰੱਖੋ ਮਤਲਬ ਜਿਹੜੇ ਅਸੀਂ ਵੀ ਪੈਕ ਨਾ ਡੇਟ ਆਈ ਦੇ ਵਿੱਚ ਇਹ ਨਹੀਂ ਵੀ ਤੁਸੀਂ ਕਹੋ ਵੀ ਮਤਲਬ ਇਸ ਤਰੀਕੇ ਨਾਲ ਕੋਈ ਖਾਸ ਗੱਲ ਨਹੀਂ ਹੈ ਲੇਟ ਫੇਟ ਕਰ ਲਓ ਮੈਨੇਜ ਕਰ ਲਿਆ ਕਿਉਂ ਕਰ ਸਰ ਇਦਾਂ ਹੋਇਆ ਆਪਣੇ ਨਾਲ 2-3 ਵਾਰੀ ਹੋਇਆ ਇਹ ਵੀ ਸਰ ਕਈ ਵਾਰੀ ਕਰ ਦਿੰਦਾ ਸੀ ਵੀ ਮੈਂ ਨਹੀਂ ਹੁਣ ਪੁੱਛਣਾ ਮੈਂ ਪੁੱਛਣਾ ਨਹੀਂ ਫਿਰ ਇਹ ਕਹਿਣਾ ਵੀ ਨਹੀਂ ਫਿਰ ਮੇਰਾ ਫੋਨ ਆ ਜਾਂਦਾ ਸੀ ਨਾ ਹਾਂ ਕੋਈ ਵੀ ਕਰ ਲੈਂਦੇ ਸੀ ਸਾਨੂੰ ਕਹਿੰਦੇ ਵੀ ਮੈਂ ਨਹੀਂ ਪੁੱਛਣਾ ਬਟ ਉਹਨਾਂ ਕੋਲ ਟਾਈਮ ਨਹੀਂ ਮੇਰੇ ਲਈ ਟਾਈਮ ਨਹੀਂ ਉਹਨਾਂ ਕੋਲ ਮੈਂ ਕਹਿੰਦਾ ਵੀ ਤੇਰੇ ਵਰਗੇ ਉਹਨਾਂ ਕੋਲ ਹੋਰ ਬਹੁਤ ਨੇ ਤੇਰੇ ਵਰਗੇ ਹੋਰ ਬਹੁਤ ਨੇ ਵੀ ਕੋਈ ਗੱਲ ਨਹੀਂ ਵੀ ਫਿਰ ਕੀ ਹੈ ਵੀ ਕਈ ਵਾਰੀ ਬੰਦਾ ਫਸਿਆ ਹੁੰਦਾ ਕਿਤੇ ਨਹੀਂ ਟਾਈਮ ਹੁੰਦਾ ਬਹੁਤ ਜ਼ਿਆਦਾ ਆਪਣਾ ਪੋਜੀਸ਼ਨ ਹੁੰਦਾ ਕਈ ਵਾਰੀ ਬੰਦਾ ਤੇ ਫਿਰ ਇਹਨੂੰ ਉਹ ਕਰਨਾ ਦੂਜੇ ਦਿਨ ਨੂੰ ਸੈੱਟ ਹੋ ਕੇ ਫੇਰ ਕਰਨਾ ਵੀ ਚੱਲ ਹੁਣ ਫੋਨ ਕਰ फिर जब जब डाउट हो जाता सी फिर कुछ हो जाता सी चलो ये ना पेरेंट्स के साथ में सपोर्ट है। अब यही बात अगर आप इसको भी उल्टा बोल देते कि अच्छा ऐसे हो गया मैं गल करता ਨਾ मैं गल करता ਆਪਾਂ ਕੋਈ ਹੋਰ ਟੀਚਰ ਲਾਉਂਦੇ या हाँ आपको हो टीचर लगता है मैं गल करता ਕਰਦੇ ਕਿ ਨਹੀਂ ਹੈ ਫੀਸ ਕੀ ਹੈ ਉੱਤੇ ਅਸੀਂ ਔਕਵਰਡ ਹੁੰਦੇ ਵੀ ਓਹੋ ਅੱਛਾ ਉਹ ਫੋਨ ਆਇਆ ਸੀ ਉਸ ਟਾਈਮ ਉਹ ਮੈਂ ਉਹ ਚ ਫਸਿਆ ਹੋਇਆ ਸੀਗਾ ਓਹੋ सर हो जाता है फिर और टाइम क्यों खराब उसके साथ होते हैं। ਨਾਲੇ ਨਾ ਬੱਚੇ ਦਾ ਡਾਇਰੈਕਸ਼ਨ ਅੱਗੇ ਜਗ੍ਹਾ ਬੈਕਵਰਡ ਕਰਤੀ ਨਾ ਆਪਾਂ ਵੀ ਬੱਚੇ ਨੇ ਦੱਸਤਾ ਕਿ ਤੂੰ ਨਾਰਾਜ਼ ਹੋਇਆ ਕਰ ਫਿਰ ਆਪਾਂ ਪੰਗੇ ਲਿਆ ਕਰਾਂਗੇ ਟਾਈਮ ਪਾਸ ਕਰਾਂਗੇ ਪੜਨਾ ਪੜਨਾ ਛੱਡ ਦੇ ਬਸ ਭੱਲਾ ਸਰ ਨੇ ਮੈਨੂੰ ਕਿਹਾ ਸੀ ਵੀ ਇਹਦਾ ਕੰਟੈਕਟ ਨਹੀਂ ਮੇਰੇ ਨਾਲ ਟੁੱਟਣਾ ਚਾਹੀਦਾ ਕਦੇ ਵੀ ਟੀਚਰ ਸਾਡੇ ਨਾਲ ਸਾਰਿਆਂ ਨਾਲ ਵੀ ਜਦੋਂ ਇਹ ਫ੍ਰੀ ਹੋ ਗਏ ਅਕਤੂਬਰ ਜਾਂ ਨਵੰਬਰ ਫ੍ਰੀ ਹੋ ਗਏ ਸੀਗੇ ਵੀ ਕੰਟੈਕਟ ਨਾ ਟੁੱਟਣ ਦਿਓ ਕਿ ਮੇਰੇ ਬੱਚੇ ਕਹਿੰਦੇ ਕੰਟੈਕਟ ਟੁੱਟ ਜਾਂਦਾ ਜੇ ਇਹ ਨਹੀਂ ਹਫਤਾ 10 ਦਿਨ ਫੋਨ ਕਰਦਾ ਸੀ ਤਾਂ ਮੈਂ ਭੱਲਾ ਸਰ ਨੂੰ ਫੋਨ ਕਰਕੇ ਕਹਿੰਦਾ ਸੀ ਵੀ ਸਰ ਪਲੀਜ਼ ਉਹਨੂੰ ਫੋਨ ਕਰ ਦਿਓ ਵੀ ਆਹ ਕਰ ਲਿਆ ਐਕਚੁਅਲੀ 2 ਸਾਲ ਦੀ ਜਰਨੀ ਹੈ ਕਈ ਵਾਰੀ ਸਰ ਕਰ ਦਿੰਦੇ ਸੀ ਆਫ ਟਰੈਕ ਹੋਣ ਦੇ ਚਾਂਸਸ ਬਹੁਤ ਹੈ ਸਮਾਨ ਬਹੁਤ ਹੈ ਡਿਸਟਰੈਕਸ਼ਨਸ ਹੀ ਤਾਂ ਹੈਗੀਆਂ ਨੇ ਇਹਨੇ ਕਿਹਾ ਮੈਂ ਕਹਿ ਰਿਹਾ ਤੂੰ ਪਕੜ ਲਿਆ ਜਾਂ ਕਦੇ ਹੋਰ ਮਟੀਰੀਅਲ ਕਿਸੇ ਨੇ ਕਹਤਾ ਉਹ ਨਹੀਂ ਹਾਈ ਲੈਵਲ ਕਰ ਲੈ ਆ ਇਹਦੇ ਨਾਲ ਕੀ ਹੋਏਗਾ ਰਸਤੇ 'ਚ ਡਿਸਟਰੈਕਸ਼ਨਸ ਹੀ ਬਹੁਤ ਹੈ ਯਾਰ ਇਹ ਐਲੀਮੀਨੇਸ਼ਨ ਟੈਸਟ ਹੈ ਉਹਨਾਂ ਨੇ 15.5 ਲੱਖ ਉਡਾ ਦੇਣੇ ਹੈ ਬਹੁਤ ਥੋੜੇ ਬੱਚੇ ਮੈਡੀਕਲ ਕਾਲਜ ਪਹੁੰਚਣਗੇ ਬਹੁਤ ਥੋੜੇ ਔਰ ਜਿਸ ਦਿਨ ਇਹ ਮੈਡੀਕਲ ਕਾਲਜ ਪਹੁੰਚਣਗੇ ਮੈਂ ਇਹਨਾਂ ਨੂੰ ਦੱਸ ਰਿਹਾ ਸੀਗਾ ਕੋਈ 1 ਸਾਲ ਡ੍ਰੌਪਰ ਹੋਏਗਾ ਕੋਈ 2 ਸਾਲ ਡ੍ਰੌਪਰ ਹੋਏਗਾ ਕੋਈ 3 ਸਾਲ ਡ੍ਰੌਪਰ ਹੋਏਗਾ ਕੋਈ 4 ਸਾਲ ਡ੍ਰੌਪਰ ਹੋਏਗਾ ਕੋਈ 5 ਸਾਲ ਡ੍ਰੌਪਰ ਹੋਏਗਾ ਰਾਜਸਥਾਨ ਵਾਲੇ ਤਾਂ ਪਰਵਾਹ ਹੀ ਨਹੀਂ ਮੰਨਦੇ 26 ਸਾਲ ਦੇ ਪੇਪਰ ਦੇ ਜਾਂਦੇ ਆ ਐਮਬੀਬੀਐਸ ਦਾ ਮਤਲਬ ਇਹ ਜਿਸ ਏਜ ਦੇ ਅੰਦਰ ਹੈ ਇਹ ਹੋਤਾ ਹੈ ਬੱਚਾ ਹੋਊਗਾ ਜਿਹੜਾ 1.5 ਸਾਲ ਹਾਂ, ਇਹ ਮਤਲਬ ਪਲੱਸ 2 ਤੋਂ ਬਾਅਦ ਪਹੁੰਚਣ ਵਾਲੇ ਬੱਚੇ ਕਲਾਸ ਦੇ ਅੰਦਰ ਬਹੁਤ ਘੱਟ ਹੁੰਦੇ ਆ ਤੁਸੀਂ ਉਸ ਰੇਸ ਦੇ ਅੰਦਰ ਭੱਜ ਰਹੇ ਹੋ ਤਾਂ ਉਸ ਕੈਟੇਗਰੀ ਨੂੰ ਫੋਲੋ ਕਰ ਜਾਓ ਬਾਕੀ ਬੱਚੇ ਦਾ ਬਹੁਤ ਖਰਾਬ ਹੈ ਇਸ ਟਾਈਮ ਬੱਚੇ ਦਾ ਕਹਿੰਦਾ ਡਾਕਟਰ ਬਣ ਕੇ ਰਹਾਂਗਾ ਹੁਣ ਸਾਲਾਂ ਦੀ ਪਰਵਾਹ ਨਹੀਂ ਹੈ ਮੈਨੂੰ ਤੇ ਥੋੜਾ ਟੀਚਰਸ ਤੇ ਜ਼ਿਆਦਾ ਬਿਲੀਵ ਰੱਖਣਾ ਐਕਚੁਅਲੀ ਕੀ ਹੁੰਦਾ ਕਿ ਕਈ ਵਾਰ ਥੋੜੇ ਸਾਈਡ ਦੇ ਬੱਚੇ ਹੁੰਦੇ ਨਾ ਉਹ ਮਿਸਗਾਈਡ ਕਰਦੇ ਨੇ ਕੁਝ ਟੌਪਰਸ ਹੁੰਦੇ ਆ ਮਿਸਗਾਈਡ ਕਰਦੇ ਆ ਆਪਣੇ ਟੀਚਰ ਨਾਲ ਨਾ ਟੁੱਟਿਓ ਮੈਂ ਹੁਣ ਵੀ ਕਹਿ ਰਿਹਾ ਤੁਹਾਨੂੰ ਸ਼ਾਇਦ ਕੋਈ ਵੀ ਕੁਝ ਵੀ ਕਹੇ ਵੀ ਬੱਚੇ ਕਰਦੇ ਆ ਮਿਸਗਾਈਡ ਮੇਰੇ ਨਾਲ ਕਾਫੀ ਵਾਰ ਐਵੇਂ ਹੋਇਆ ਵੀ ਇਹ ਕੁਝ ਨਾਨ ਮੈਡੀਕਲ ਦੇ ਜਾਂ ਕੁਝ ਇਹ ਮਤਲਬ ਥੋੜੇ ਜਿਹੇ ਹੁੰਦੇ ਆ ਕੁਝ ਨਾਨ ਮੈਡੀਕਲ ਦੇ ਨਹੀਂ ਮੈਡੀਕਲ ਦੇ ਵੀ ਕੁਝ ਹੁੰਦੇ ਆ ਜੋ ਜਾਣ ਕੇ ਨਾ ਮਿਸਗਾਈਡ ਕਰਦੇ ਆ ਸਟੂਡੈਂਟ ਨੂੰ ਮਿਸਗਾਈਡ ਨਾ ਹੋਇਓ ਆਪਣੇ ਟੀਚਰ ਤੇ ਟਰਸਟ ਰੱਖਣਾ ਮੈਂ ਅੱਜ ਵੀ ਕਹਿ ਕੇ ਜਾ ਰਿਹਾ ਸ਼ਾਇਦ ਮੇਰੀ 2-3 ਗੱਲਾਂ ਸ਼ਾਇਦ ਮੈਂ ਗਲਤ ਕਹਿ ਗਿਆ ਹਾਂ ਪਰ ਜੋ ਟੀਚਰ ਦੇ ਬਾਅਦ ਮੈਨੂੰ ਕਰੈਕਟ ਕਰਿਆ ਟੀਚਰ ਇਜ਼ ਬੈਸਟ ਟੀਚਰ ਨਾਲ ਕੰਟੈਕਟ ਨਹੀਂ ਕਰੋ ਯਾਰ ਬਹੁਤ ਲੋਕ ਹੈ ਜਿਨ੍ਹਾਂ ਨੇ ਅਲੱਗ-ਅਲੱਗ ਰਿਸੋਰਸਿਸ ਯੂਜ਼ ਕਰਕੇ ਮੈਡੀਕਲ ਕਾਲਜ ਪਹੁੰਚੇ ਹੈ ਉਹ ਆਪਣਾ ਰਿਸੋਰਸ ਦੱਸ ਦਿੰਦੇ ਆ ਤੁਹਾਨੂੰ ਕਈ ਵਾਰ ਵੀ ਯਾਰ ਤੂੰ ਐਲਨ ਨਹੀਂ ਕਰ ਰਹਾ
ਐਲਨ ਨਹੀਂ ਕਰ ਰਿਹਾ ਤੇਰੀ ਤੋਂ ਐਡਮਿਸ਼ਨ ਹੋਗੀ ਨਹੀਂ। ਤਾਂ ਆਪਾਂ ਐਲਨ ਚੱਕ ਲੈਂਦੇ ਆ। 300 ਪੇਜ ਤਾਂ ਮੋਰਫੋਲੋਜੀ ਆਫ ਫਲਾਵਰਿੰਗ ਪਲਾਂਟਸ ਦੇ ਆਉਂਦੇ, ਰਿਵੀਜ਼ਨ ਤੁਹਾਡੇ ਤੋਂ ਪਹਿਲੇ ਹੀ ਨਹੀਂ ਹੋ ਰਹੀ +1 ਦੀ, ਮਾਰੇ ਗਏ। ਔਰ 300 ਪੇਜ ਪੜ੍ਹਨੇ ਥੋੜੀ ਹੈ, 300 ਪੇਜ ਯਾਦ ਕਰਨੇ ਹੈ, ਕਿਉਂਕਿ ਮੈਡੀਕਲ ਦੀ ਤਿਆਰੀ ਚੱਲ ਰਹੀ ਹੈ। ਹੋਏਗਾ ਕੋਈ ਨਾ ਕੋਈ ਬੱਚਾ ਜਿਹੜੇ 300 ਪੇਜ ਨੂੰ ਵੀ ਯਾਦ ਕਰ ਗਿਆ ਹੋਏਗਾ, Yes. ਬਟ ਤੁਹਾਡੇ ਲਈ ਇਸ ਟਾਈਮ ਜ਼ਰੂਰੀ ਨਹੀਂ ਹੈ, ਕਿਉਂਕਿ ਉਹ 300 ਪੇਜ ਕਰਨੇ ਜ਼ਰੂਰੀ ਨਹੀਂ ਹੈ MBBS ਦੇ ਅੰਦਰ ਟੌਪ ਕਰਨ ਲਈ। ਔਰ ਉਹਨੇ ਟਾਈਮ ਦੇ ਅੰਦਰ ਤੁਸੀਂ ਪਤਾ ਨਹੀਂ ਹੋਰ ਕੀ ਕੀ ਕਰ ਲਓਗੇ, ਕਿਉਂਕਿ ਤੁਹਾਡਾ ਕਰਨ ਵਾਲਾ ਬਹੁਤ ਕੁਝ ਪਿਆ। ਮੈਨੂੰ ਬੱਚੇ ਕਾਫੀ ਵਾਰ ਕਹਿੰਦੇ ਆ ਸਰ ਇਹ ਪੜ੍ਹ ਲਈਏ, ਮੈਂ ਹਾਂ ਪੜ੍ਹ ਲਓ, ਇਹ ਖਤਮ ਕਰ ਲਓ, ਉਸ ਤੋਂ ਬਾਅਦ ਪੜ੍ਹ ਲੈਣਾ। ਇੱਕ ਚੀਜ਼ ਜੋ ਜ਼ਰੂਰੀ ਹੈ ਉਹਨੂੰ ਛੱਡ ਕੇ ਤੁਸੀਂ ਉਹ ਚੀਜ਼ ਥੋੜੀ ਚੱਕੋਗੇ ਜਿਹੜੀ ਮਤਲਬ ਜ਼ਰੂਰੀ ਨਹੀਂ ਹੈ। ਪਹਿਲਾਂ ਜ਼ਰੂਰੀ ਵਾਲਾ ਖਤਮ ਕਰ ਲਓ, ਉਸ ਤੋਂ ਬਾਅਦ ਜੋ ਦਿਲ ਕਰਦਾ ਉਹ ਚੱਕ ਲੈਣਾ, ਔਰ ਤੁਸੀਂ ਫੀਲ ਕਰੋਗੇ ਜ਼ਰੂਰੀ ਵਾਲਾ ਹੀ ਨਹੀਂ ਖਤਮ ਹੁੰਦਾ 2 ਸਾਲ 'ਚ। ਰਿਵੀਜ਼ਨ ਇੱਕ ਚੈਪਟਰ ਨੂੰ 10 ਵਾਰ ਪੜ੍ਹਨਾ ਪੈਂਦਾ ਹੈ। ਅਨੈਟਮੀ ਆਫ ਫਲਾਵਰਿੰਗ ਪਲਾਂਟਸ ਹੈ, ਪੜ੍ਹੀ ਜਾਓ। ਮੋਰਫੋਲੋਜੀ ਆਫ ਫਲਾਵਰਿੰਗ ਪਲਾਂਟਸ ਹੈ, ਪੜ੍ਹੀ ਜਾਓ। ਇਹ ਕੁਝ ਚੈप्टर्स ऐसे हैं ਜਿਹੜੇ ਬਾਰ-ਬਾਰ ਰਿਵੀਜ਼ਨ ਸੀਕ ਕਰਦੇ हैं। ਇਨਆਰਗੈਨਿਕ ਕੈਮਿਸਟਰੀ ਹੈ, ਪੜ੍ਹੀ ਜਾਓ। ਤੁਸੀਂ ਇੱਕ ਵਾਰ ਕਰ ਲਈ, ਤੁਸੀਂ ਕਹੋਗੇ ਮੈਂ ਪੇਪਰ ਦੇ ਅੰਦਰ ਕੁਐਸਚਨ ਕਰਕੇ ਆਉਂਗਾ, ਸਵਾਲ ਹੀ ਨਹੀਂ ਪੈਦਾ ਹੁੰਦਾ। ਪਰ ਟੀਚਰ ਤਾਂ ਇੱਕੋ ਹੀ ਵਾਰ ਕਰਾਏਗਾ ਨਾ ਕਲਾਸ 'ਚ। ਜਿਵੇਂ 3 ਲੈਕਚਰ ਹੋਏ, ਉਸ ਤੋਂ ਬਾਅਦ ਆਪਾਂ ਜਿਹੜੇ 3 ਲੈਕਚਰ ਹੋਏ, ਚੌਥੇ ਲੈਕਚਰ 'ਚ ਮੈਂ ਕੀ ਕਰ ਰਿਹਾ ਸੀਗਾ ਕਿ ਬੱਚਿਆਂ ਨੂੰ ਆਗੇ ਬੈਠ ਕੇ ਉਹਨੇ ਕਹਿਣਾ ਜਿਹੜੇ 3 ਲੈਕਚਰ ਨੇ ਉਹਨਾਂ ਦੇ 15 ਮਿੰਟ ਲਗਾਓ, ਮੇਨ ਪੁਆਇੰਟ ਇੱਕ ਲਿਸਟ ਬਣਾਓ ਫਾਰਮੂਲੇ। ਉਸ ਤੋਂ ਬਾਅਦ ਉਹ ਪੂਰੇ ਜਿਵੇਂ ਸਪੋਜ਼ 7-8 ਲੈਕਚਰ ਹੋਏ ਇੱਕ ਚੈਪਟਰ ਦੇ, ਉਹ ਤੁਹਾਡੇ ਕੋਲ 3 ਪੇਜ ਬਣ ਗਏ। ਤੁਹਾਨੂੰ ਪਤਾ ਹੈ ਮੈਂ 3 ਲੈਕਚਰ ਅਸੀਂ ਵਾਸਟ ਕੀਤੇ ਆ, ਬਟ ਉਹ 'ਚੋਂ ਕੁਝ ਕਰੈਕਟਸ ਹੈਗਾ ਆਪਣੇ ਹੱਥ ਨਾਲ ਨੋਟ ਕਰ ਲਓ। ਉਹ ਅਲਟੀਮੇਟਲੀ 3 ਪੇਜ ਨੋਟ ਕਰੋ ਫਾਰਮੂਲੇ ਦੇ, ਕੋਈ ਵੀ ਹੈ। ਤੁਹਾਨੂੰ ਵੱਡਾ ਚੈਪਟਰ ਵੀ ਉਹ 3 ਪੇਜਾਂ ਦਾ ਬੈਸਟ ਚੀਜ਼ਾਂ ਨੇ, ਫਾਇਦਾ ਕਰਦੇ ਨੇ ਕੰਮ। बनाओ शॉर्ट नोट्स बनाओ, ये थोड़ी ज़्यादा हेल्प करनी, थोड़ी क्विक रिवीजन जो चीज़ हेल्प करनी। जिन्होंने क्या +1 नहीं कवर होंगी, क्यों जो NCERT खोल दें या और भी कोई भी काफ़ी बढ़िया बुक्स वो करा करी, फिर वो करी, बट कवर करैक्ट करने वाला कि कंसेप्ट नहीं है ना भूलता यार। कंसेप्ट को एक बार रिवाइज कर लो, बार नहीं भूलता। अपनी चीज़ें शॉर्ट करो, शॉर्ट नोट्स नहीं, तुम पता है वो चैप्टर च बेसिकली फार्मूले ने, ठीक है ना। पहले तुम जाओगे, पहले तो किताब च अलमारी च खंडिया पई होंदे, पहले लभोगे, अद्धा घंटा लभण नूं लग जांदा है। ते चीज़ां नूं अरेंज करके भी रखो ताकि तुहानूं फटाफट पता होवे थोड़ी किहड़ी चीज़ कित्थे पई है। तो ये चीज़ हो जाती है। मतलब कोशिश करो कि नाल शॉर्ट नोट्स बनाए जान, ताकि जो तुहानूं रिवीजन करना पवे, जिहड़ा तुहानूं 1.5 घंटे दे चैप्टर लगदे 2 घंटे लगदे, अद्धे घंटे दी कोई सोचो शॉर्ट नोट्स नूं तैयार। 3 ਲੈਕਚਰ ਤੋਂ ਬਾਅਦ ਇੱਕ ਪੇਜ ਬਣਾਈ, 6-7 ਪੇਜ ਦਾ 3 ਪੇਜ ਬਣ ਜਾਣਗੇ, ਉਹ ਚੈਪਟਰ ਹੋਊਗਾ। ਆਪਾਂ ਕਹਿੰਦਾ ਮੈਂ ਇੰਨਾ ਚੈਪਟਰ ਕਿਵੇਂ ਕਰੂੰਗਾ, 3 ਪੇਜ ਰਿਵਾਈਜ਼ ਕਰਨੇ ਇੱਕ ਚੈਪਟਰ ਦੇ, ਕੁਝ ਵੀ ਨਹੀਂ, ਸਿੰਪਲ। ਓਕੇ, ਠੀਕ ਹੈ ਜੀ, ਹਾਂ, ਬੈਸਟ ਆਫ ਥੈਂਕ ਯੂ ਲੱਕ। ਬੱਚੇ। करो प्रेपरेशन। जो प्रॉब्लम आती है हाँ। फिजिकली आ जा करो, तो सुनिए कोरोना जा चुका है। है नहीं करना ਹੁਣ ਤਾਂ ਵੈਸੇ ਵੀ ਖੋਲ ਕੇ हाँ जी, मैं वही कह रहे हैं, कुछ नहीं है। बेसिकली वो एक डर है, उस डर चों बाहर आओ। वैसे भी ਤੁਹਾਡੀ ਏਜ ਦੇ ਲੋਕ ਤਾਂ ਮੋਸਟ ਸੇਫ ਲੈਵਲ ਤੇ ਖੜੇ हैं, ठीक है। चलो मिलते हैं फिर ਆਪਾਂ। ओके, थैंक यू। सारे चैप्टर जिन्ने भी करे उन्होंने फटाफट किया, कोई फायदा नहीं है। इस तो अच्छा ਤੁਸੀਂ ਇੱਕ ਚੈਪਟਰ ਪਰਫੈਕਟਲੀ ਕਰ ਲੈਂਦੇ, ਘੱਟੋ ਘੱਟ ਉਸ ਚੈਪਟਰ ਤੁਹਾਨੂੰ ਪਤਾ ਇੱਕ ਕੁਐਸਚਨ ਆਏਗਾ, 4 ਨੰਬਰ ਪੱਕੇ ਸੀ। ਤੁਸੀਂ ਇੱਕ ਦਿਨ ਚ ਕਰ ਲਏ, ਤਿੰਨੋਂ ਟੱਚ ਕਰ ਲਏ, ਪਰ ਹਜੇ ਵੀ ਤਸੱਲੀ ਨਹੀਂ ਹੋਈ, ਫਾਇਦਾ ਨਹੀਂ ਨਾ ਗਿਆ। ਹਜੇ ਵੀ ਤਸੱਲੀ ਨਹੀਂ ਹੋਈ, ਤੁਸੀਂ ਤਸੱਲੀ ਲਓ ਪ੍ਰੋਪਰਲੀ। ਉਸ ਚੀਜ਼ ਨੂੰ ਕੋਰ ਜਿਹੜਾ ਕਨਸੈਪਟ ਉਹਨੂੰ ਕਵਰ ਕਰੋ। ਇਹ ਮੈਟਰ ਨਹੀਂ ਕਰਦਾ ਤੁਹਾਨੂੰ ਕਿੰਨਾ ਟਾਈਮ ਲੱਗ ਰਿਹਾ ਜਾਂ ਆਉਣ ਲੱਗ ਰਿਹਾ, ਬਸ ਉਹਨੂੰ ਕਵਰ ਕਰੀ ਜਾਓ। एंड तक ਤੁਸੀਂ ਫੀਲ ਕਰੋਗੇ ਮੈਕਸਿਮਮ ਭਲਾ ਸਰ ਕਹਿੰਦੇ ਤੁਸੀਂ ਬੇਟਾ ਬਸ ਜੋ ਕਨਸੈਪਟ ਜੋ ਵੀਕਨੈਸ ਉਹਨੂੰ ਕਵਰ ਕਰੀ ਜਾਏ। ਐਂਡ ਤੱਕ ਤੈਨੂੰ ਜੇ ਤੈਨੂੰ ਅੱਜ ਚੈਪਟਰ ਨੂੰ 2 ਘੰਟੇ ਲੱਗਣ ਤਾਂ ਕੱਲ ਨੂੰ ਤੈਨੂੰ ਅੱਧਾ ਘੰਟਾ ਲੱਗੇਗਾ, ਤਾਂ ਉਸ ਚੀਜ਼ ਨਾਲ ਤੁਸੀਂ ਆਰਾਮ ਨਾਲ ਉੱਥੇ ਪਹੁੰਚ ਜਾਓਗੇ। ਟਾਈਮ ਨਾ ਡਿਵਾਈਡ ਕਰੋ, ਮੈਂ ਸਬਜੈਕਟ 3 ਘੰਟੇ ਇਹਨੂੰ 3 ਘੰਟੇ ਇਹਨੂੰ 3 ਘੰਟੇ ਦਿੰਦੇ ਨੇ, ਇੰਪੋਰਟੈਂਸ ਤਿੰਨੇ ਸਬਜੈਕਟਾਂ ਨੂੰ ਦਿਓ, ਬਟ ਜੋ ਪਾਰਟ ਵੀਕ ਹੈ ਜਿੰਨਾ ਟਾਈਮ ਖਾਂਦਾ ਉਹਨਾਂ ਦਿਓ। ਇਹ ਨਹੀਂ ਹੈ ਵੀ 3 ਘੰਟੇ ਫਿਜ਼ਿਕਸ ਹੋ ਗਈ, ਉਹਦੇ ਕੁਝ ਪਾਰਟ ਰਹੇਗਾ ਛੱਡ ਦਿਓ, ਛੋਟੇ ਨਹੀਂ ਕਰਨਾ। ਉਹ ਕੈਮਿਸਟਰੀ ਨੂੰ 3 ਘੰਟੇ ਲਾ ਲਏ, ਉਸ ਕੁਝ ਖਾਸ ਕਰਨ ਵਾਲਾ ਸੀਗਾ ਹੀ ਨਹੀਂ, ਕੁਝ ਟਾਈਮ ਇੱਧਰ ਉੱਧਰ ਹੀ ਦੇਖ ਲਿਆ, ਨਹੀਂ। मैक्सिमम टू मैक्सिमम टाइम एक टारगेट रख के चलो भी अज मैं इन्ना करना है, उन्ना करो। टाइम ना देखो इतना टाइम लंघ गया या लंघ गया, बस लगे रहो बस वीकनेस इनू कवर करेंगे। और कोई क्वेश्चन? आवाज बहुत अच्छा आंसर बेटा, वीकनेस कवर करनी है। टाइम मैटर नहीं करता, वीकनेसेस कवर करना मैटर करता है। टाइम ऑटोमेटिकली मैनेज होता है। जे टाइम मैनेजमेंट की गल करिए तो टाइम जाता कितने है, दिन में 24 घंटे होंगे हैं, चलो उस मान ली 8-9 घंटे आप सोने, 2 घंटे अपने इंस्टीट्यूट आने का भी गेड़ा, वो तो हम खत्म ही हो चुके हैं, हम तो बिल्कुल ही बच्चे घर ही रहते हैं। तो वो टाइम जाता कितने है, मैं जी अद्धा घंटा मोबाइल देखता, नहीं मैं जी 1.5 घंटा मोबाइल देखता, मेरा मन ही नहीं करता पढ़ने, वो चीज़ को एनालाइज करो, थोड़ा टाइम जा कितने रहा है।
ਜੇ ਤੁਹਾਨੂੰ ਟਾਈਮ ਮੈਨੇਜਮੈਂਟ ਨਹੀਂ ਤਾਂ ਟਾਈਮ ਜਾ ਕਿੱਥੇ ਰਿਹਾ ਯਾਰ ਮੇਰੀਆਂ ਦਿਨ 4 ਘੰਟੇ ਕਲਾਸਾਂ ਲੱਗਦੀਆਂ ਨੇ ਠੀਕ ਹੈ ਯਾਰ 8 + 4 12 12 ਚਲੋ 3-4 ਘੰਟੇ ਹੋਰ ਕੱਢਤੇ ਘੱਟੋ ਘੱਟ 8 ਘੰਟੇ ਤਾਂ ਪੜ੍ਹੀਏ ਆਪਾਂ ਘਰੇ ਤੁਹਾਡਾ ਆਉਣ ਜਾਣ ਦਾ ਬਿਲਕੁਲ ਹੀ ਮੁੱਕ ਜਾਊਗਾ ਤੁਸੀਂ ਆਉਂਦੇ ਜਾਂਦੇ ਹੈ ਘਰੇ ਬੈਠ ਕੇ ਕਲਾਸ ਲਗਾਉਣੀ ਹੈ ਉਸ ਤੋਂ ਬਾਅਦ ਘਰੇ ਸਭ ਕੁਝ ਹੈ ਘਰੇ ਸਭ ਕਈ ਬੱਚੇ ਤਾਂ ਕਲਾਸ ਵੀ ਸੁੱਤੇ ਪਹਿਲਾਂ ਲੈਂਦੇ ਆ ਰੋਟੀ ਖਾ ਰਹੇ ਆ ਆਰਾਮ ਨਾਲ ਕੁਝ ਨਹੀਂ ਕਰ ਰਹੇ ਹੈਗੇ ਤਾਂ ਉਹ ਚੀਜ਼ ਨੂੰ ਦੇਖੋ ਕਲਾਸ ਨੂੰ ਵੀ ਚੀਜ਼ ਘਰੇ ਵੀ ਲਗਾ ਰਹੇ ਤਾਂ ਉਸਨੂੰ ਸਿੰਸੀਅਰਲੀ ਲਗਾਓ ਸਹੀ ਤਰੀਕੇ ਨਾਲ ਕੰਮ ਕਰੋ ਮਤਲਬ ਆਪਣੇ ਐਨਾਲਿਸਿਸ ਜ਼ਰੂਰ ਕਰੋ ਐਨਾਲਿਸਿਸ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਹਰ ਚੀਜ਼ ਦਾ ਤੁਹਾਡਾ ਟਾਈਮ ਮੈਨੇਜਮੈਂਟ ਨਹੀਂ ਹੋ ਰਿਹਾ ਕਿਉਂ ਨਹੀਂ ਹੋ ਰਿਹਾ ਯਾਰ ਇਹ ਤੁਸੀਂ ਟਾਈਮ ਨਾ ਤੁਸੀਂ ਸੋਚ ਰਹੇ ਮੈਂ ਜੀ ਬਸ 3 ਘੰਟੇ ਨੂੰ 3 ਘੰਟੇ ਨੂੰ ਬਸ 3 ਘੰਟੇ ਨੂੰ ਜੇ ਤੁਸੀਂ ਆਈ ਸੋਚ ਕੇ ਚੱਲ ਰਹੇ ਫਿਰ ਤਾਂ ਗੜਬੜ ਹੋਏਗੀ ਯਾਰ ਕਿਉਂਕਿ ਕਈ ਵਾਰ ਕੁਝ ਸਬਜੈਕਟ ਜ਼ਿਆਦਾ ਟਾਈਮ ਮੰਗਦੇ ਆ ਕਈ ਵਾਰ ਕੁਝ ਸਬਜੈਕਟ ਥੋੜਾ ਘੱਟ ਟਾਈਮ ਲੱਗਦਾ ਤਾਂ ਉਸ ਚੀਜ਼ ਦੀ ਪਰਫੈਕਸ਼ਨ ਕਰਨ ਦੀ ਕੋਸ਼ਿਸ਼ ਕਰੋ